ਵੇਲਾ ਪਹੁੰਚਿਆ ਆ ਖੁਦਾਵੰਦ ਦੇ ਕਲਾਮ ਨੂੰ ਸੁਣਨ ਦਾ ਔਰ ਸ਼ੁਕਰਗੁਜ਼ਾਰ ਹਾਂ ਖੁਦਾਵੰਦ ਦਾ ਔਰ ਉਹਨਾਂ ਖੁਦਾਵੰਦ ਦੇ ਲੋਕਾਂ ਦਾ ਜਿਨ੍ਹਾਂ ਨੇ ਆਪਣੇ ਬਹੁਤ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਅੱਜ ਦੀ ਮੀਟਿੰਗ ਨੂੰ ਜੁਆਇਨ ਕੀਤਾ ਆ। ਮੇਰਾ ਪਰਮੇਸ਼ਵਰ ਉਹਨਾਂ ਸਭਨਾਂ ਨੂੰ ਆਸ਼ੀਸ਼ ਔਰ ਬਰਕਤ ਦੇਵੇ। ਆਈਏ ਜਿਨੇ ਜਨ ਖੁਦਾਵੰਦ ਦੇ ਕਲਾਮ ਦੇ ਪਿਆਸੇ ਆ, ਖੁਦਾਵੰਦ ਦੀ ਆਵਾਜ਼ ਸੁਣਨ ਦੇ ਔਰ ਆਪਣੀ ਜ਼ਿੰਦਗੀ ਨੂੰ ਤਰੱਕੀ ਦੇ ਵੱਲ ਲੈ ਕੇ ਜਾਣ ਦੇ ਲਈ ਤਿਆਰ ਆ। ਆਪਣੀ ਅੱਖਾਂ ਨੂੰ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ। ਹੁਣ ਕੋਈ ਹਿਲਜੁਲ ਨਾ ਕਰੇ। ਹੁਣ ਤੁਸੀਂ ਸਿਰਫ ਔਰ ਸਿਰਫ ਬੈਠ ਕੇ ਬੜੇ ਅਧੀਨਗੀ ਦੇ ਨਾਲ ਖੁਦਾਵੰਦ ਦੇ ਕਲਾਮ ਨੂੰ ਸੁਣਨਾ ਹੈ। ਆਈਏ ਮੇਰੇ ਨਾਲ ਇੱਕ ਮਨ ਹੋ ਜਾਈਏ, ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਅੱਜ ਦੇ ਵਚਨ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਪ੍ਰਭੂ ਜੀ, ਅੱਜ ਦੇ ਦਿਨ ਦੇ ਲਈ ਜੋ ਸਾਡੇ ਸਭਨਾਂ ਦੀ ਜ਼ਿੰਦਗੀਆਂ 'ਚ ਬਖਸ਼ ਦਿੱਤਾ। ਧੰਨਵਾਦ ਕਰਦੇ ਹਾਂ, ਤੁਹਾਡੇ ਨਾਮ ਦੀ ਉਸਤਤ ਕਰਦੇ ਹਾਂ ਮੇਰੇ ਪ੍ਰਭੂ ਜੀ। ਕਿੰਨੇ ਲੋਕ ਅੱਜ ਦਾ ਸਮਾਂ ਦੇਖ ਹੀ ਨਹੀਂ ਪਾਏ ਮੇਰੇ ਪ੍ਰਭੂ, ਪਰ ਤੁਸੀਂ ਸਾਨੂੰ ਜ਼ਿੰਦਾ ਰੱਖਿਆ, ਤੰਦਰੁਸਤ ਰੱਖਿਆ ਔਰ ਸੰਭਾਲ ਕੇ ਰੱਖਿਆ। ਤਹਿ ਦਿਲ ਤੋਂ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਪ੍ਰਭੂ ਜੀ। ਔਰ ਬੇਨਤੀ ਕਰਦੇ ਹਾਂ ਮੇਰੇ ਖੁਦਾ ਬਾਪ, ਜੋ ਤੁਹਾਡੇ ਲੋਕ ਅੱਜ ਇੰਟਰਨੈਟ ਦੇ ਵਸੀਲੇ ਦੇ ਨਾਲ ਅੱਜ ਦੀ ਖੁਦਾਵੰਦ ਮੀਟਿੰਗ ਨੂੰ ਜੁਆਇਨ ਕਰਦੇ ਹਾਂ ਮੇਰੇ ਪ੍ਰਭੂ। ਆਰਾਧਨਾ ਦੇ ਦੌਰਾਨ ਤੁਸੀਂ ਆਪਣੇ ਬੱਚਿਆਂ ਨੂੰ ਗਾਉਣ ਦਾ ਵਸਾਉਣ ਦਾ ਬਲ ਦਿੱਤਾ ਮੇਰੇ ਪ੍ਰਭੂ, ਜਿਸ ਦੌਰਾਨ ਤੁਹਾਡੇ ਲੋਕਾਂ ਨੇ ਖੁਦਾਵੰਦ ਆਪਣੀ ਰੂਹ ਨੂੰ ਤਰੋਤਾਜ਼ਾ ਕੀਤਾ ਹੈ ਮੇਰੇ ਪ੍ਰਭੂ ਜੀ। ਹੁਣ ਵੇਲਾ ਪਹੁੰਚਿਆ ਹੈ ਤੁਹਾਡੇ ਕਲਾਮ ਨੂੰ ਸੁਣਨ ਦਾ, ਜੋ ਸਾਨੂੰ ਜ਼ਿੰਦਗੀ ਦਿੰਦਾ, ਜੋ ਸਾਨੂੰ ਖੁਦਾਵੰਦ ਜੀਣਾ ਸਿਖਾਉਂਦਾ ਹੈ ਮੇਰੇ ਪ੍ਰਭੂ। ਸਾਨੂੰ ਉੱਠਣਾ, ਬੈਠਣਾ, ਚੱਲਣਾ, ਫਿਰਨਾ ਔਰ ਤੁਹਾਨੂੰ ਕਿੱਦਾਂ ਖੁਸ਼ ਕਰਨਾ, ਇਹ ਸਾਰੀਆਂ ਗੱਲਾਂ ਸਾਨੂੰ ਸਿਖਾਉਂਦਾ ਹੈ ਮੇਰੇ ਪ੍ਰਭੂ। ਔਰ ਬੜੀ ਨਿਮਰਤਾ ਸਹਿਤ ਬੇਨਤੀ ਆ ਮੇਰੇ ਖੁਦਾਵੰਦਾ ਕਿ ਤੁਹਾਡਾ ਹੁਣ ਪਵਿੱਤਰ ਆਤਮਾ ਤੁਹਾਡੇ ਬੰਦੇ ਦੀ ਬੋਲਣ ਦੇ ਵਿੱਚ ਔਰ ਤੁਹਾਡੇ ਲੋਕਾਂ ਦੀ ਸੁਣਨ ਸਮਝਣ ਦੇ ਵਿੱਚ ਮਦਦ ਕਰੇ ਮੇਰੇ ਪ੍ਰਭੂ। ਵੱਡੀ ਬਰਕਤ ਪ੍ਰਾਪਤ ਕਰਨ ਦੇ ਹੱਕਦਾਰ ਹੋ ਜਾਈਏ ਮੇਰੇ ਪ੍ਰਭੂ, ਔਰ ਤੁਹਾਡਾ ਪਾਕ ਰੂਹ ਸਾਡੇ ਸਾਰਿਆਂ ਦੀ ਮਦਦ ਕਰੇ ਮੇਰੇ ਪ੍ਰਭੂ। ਹੁਣ ਮੈਂ ਚਾਹੁੰਦਾ ਹਾਂ ਤੁਹਾਡਾ ਪਵਿੱਤਰ ਆਤਮਾ ਪ੍ਰੋਪਰ ਰੀਤੀ ਦੇ ਨਾਲ ਜ਼ੁੰਬਿਸ਼ ਕਰੇ। ਤੁਹਾਡਾ ਡਰ ਤੇ ਤੁਹਾਡਾ ਪਿਆਰ ਸਰਵਦਾ ਸਾਡੀ ਜ਼ਿੰਦਗੀ ਦੇ ਉੱਪਰ ਬਣਿਆ ਰਹੇ ਮੇਰੇ ਪ੍ਰਭੂ। ਧੰਨਵਾਦ ਦੇ ਨਾਲ ਪ੍ਰਾਰਥਨਾ ਨੂੰ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। May God bless। ਖੁਦਾਵੰਦ ਤੁਹਾਨੂੰ ਸਭਨਾਂ ਨੂੰ ਆਸ਼ੀਸ਼ ਔਰ ਬਰਕਤ ਦੇਵੇ। ਔਰ ਉਮੀਦ ਕਰਦੇ ਹਾਂ ਤੁਸੀਂ ਅੱਜ ਦੀ ਆਰਾਧਨਾ ਤੋਂ ਆਪਣੇ ਰੂਹ ਨੂੰ ਤਰੋਤਾਜ਼ਾ ਕੀਤਾ ਹੈ, ਰੂਹ ਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ। ਔਰ ਸਮਾਂ ਹੁਣ ਆ ਪਹੁੰਚਿਆ ਆ ਖੁਦਾਵੰਦ ਦੀ ਆਵਾਜ਼ ਨੂੰ ਸੁਣਨ ਦਾ, ਵਚਨ ਨੂੰ ਸੁਣਨ ਦਾ। ਮੈਂ ਅੱਜ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਆ। ਅੱਜ ਹਰ ਕੋਈ ਬੰਦਾ, ਮਤਲਬ ਅਗਰ ਤੁਸੀਂ ਸੋਚੋ, ਅਗਰ ਦੀਪ ਜਾਣ ਦੀ ਕੋਸ਼ਿਸ਼ ਕਰੋ ਕਿ ਹੁਣ ਜਿਹੜਾ ਇਹ ਸਮਾਂ ਚੱਲਦਾ ਪਿਆ ਨਾ, ਇਹ ਦਇਆ ਨੂੰ ਪ੍ਰਾਪਤ ਕਰਨ ਦਾ ਸਮੇਂ ਆ। ਖੁਦਾਵੰਦ ਦੇ ਕੋਲੋਂ ਦਇਆ ਨੂੰ ਪ੍ਰਾਪਤ ਕਰਨ ਦਾ ਸਮੇਂ ਆ। ਪਹਿਲਾ ਸਮਾਂ ਇਸ ਤਰ੍ਹਾਂ ਦਾ ਹੁੰਦਾ ਸੀਗਾ ਕਿ ਉਦੋਂ ਦਇਆ ਬਹੁਤ ਘੱਟ ਹੁੰਦੀ ਸੀ। ਅਗਰ ਕੋਈ ਗੁਨਾਹ ਕਰਦਾ ਸੀ ਤੇ ਉਹ ਜਾਨੋਂ ਮਾਰਿਆ ਜਾਂਦਾ ਸੀ, ਉਹਦੇ ਪ੍ਰਾਣ ਲੈ ਲਏ ਜਾਂਦੇ ਸੀਗੇ। ਪਰ ਖੁਦਾਵੰਦ ਯਿਸੂ ਮਸੀਹ ਦੀ ਬਦੌਲਤ ਦਇਆ ਤੁਹਾਡੀ ਮੇਰੀ ਜ਼ਿੰਦਗੀ ਦੇ ਉੱਪਰ ਆਈ, ਇਸ ਸੰਸਾਰ ਦੇ ਉੱਪਰ ਆਈ। ਹਾਲੇਲੂਇਆ। ਔਰ ਅੱਜ ਹਰ ਕੋਈ ਬੰਦਾ ਦਇਆ ਨੂੰ ਪ੍ਰਾਪਤ ਕਰਨਾ ਚਾਹੁੰਦਾ, ਕਿਉਂਕਿ ਜਿਸ ਇਨਸਾਨ ਦੇ ਉੱਪਰ ਦਇਆ ਆ ਉਹ ਬਿਮਾਰ ਨਹੀਂ ਰਹਿ ਸਕਦਾ। ਜਿਸ ਬਿਮਾਰ ਦੇ ਉੱਪਰ ਦਇਆ ਆ ਉਹ ਫਿਰ ਚੰਗਾਈ ਨੂੰ ਪ੍ਰਾਪਤ ਕਰਦਾ ਹੈ। ਔਰ ਜਿਸ ਜ਼ਿੰਦਗੀ ਦੇ ਉੱਪਰ ਦਇਆ ਆ ਉਹਨੂੰ ਸ਼ਰਾਬ ਛੂ ਨਹੀਂ ਸਕਦੇ, ਉਹਨੂੰ ਪਰੇਸ਼ਾਨੀਆਂ ਛੂ ਨਹੀਂ ਸਕਦੀਆਂ, ਉਹਨੂੰ ਦੁੱਖ ਛੂ ਨਹੀਂ ਸਕਦੇ, ਕਿਉਂਕਿ ਉਹ ਦਇਆ ਦੇ ਅਧੀਨ ਆ। ਹਾਲੇਲੂਇਆ। ਔਰ ਅੱਜ ਹਰ ਕੋਈ ਬੰਦਾ ਖੁਦਾਵੰਦ ਦੇ ਕੋਲੋਂ ਦਇਆ ਨੂੰ ਪ੍ਰਾਪਤ ਕਰਨਾ ਚਾਹੁੰਦਾ ਆ। ਔਰ ਅੱਜ ਮੈਂ ਤੁਹਾਨੂੰ ਇਹੋ ਹੀ ਗੱਲਾਂ ਦੇ ਉੱਪਰ ਗੌਰ ਫਰਮਾਉਣਾ ਆ ਕਿ ਦਇਆ ਕਿੱਦਾਂ ਪ੍ਰਾਪਤ ਕੀਤੀ ਜਾ ਸਕਦੀ ਆ। ਅਗਰ ਖੁਦਾਵੰਦ ਦੇ ਕੋਲੋਂ ਦਇਆ ਨੂੰ ਪ੍ਰਾਪਤ ਕਰਨਾ, ਤੇ ਬਾਈਬਲ ਤਾਂ ਇਦਾਂ ਹੀ ਆਖਦਾ ਆ ਕਿ ਸਭ ਤੋਂ ਪਹਿਲਾਂ ਤੁਸੀਂ ਦਇਆਵਾਨ ਹੋਵੋ, ਤਾਂ ਤੁਸੀਂ ਦਇਆ ਨੂੰ ਪ੍ਰਾਪਤ ਕਰ ਸਕਦੇ ਆ। ਹਾਲੇਲੂਇਆ। ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਤੇ ਦੋਸ਼ ਲਾਇਆ ਨਾ ਜਾਵੇ। ਦਇਆ ਕਰਾਂਗੇ ਕਿਸੇ ਦੇ ਉੱਪਰ ਤੇ ਦਇਆ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਵੀ ਹੋ ਜਾਵਾਂਗੇ। ਬਾਈਬਲ ਕਹਿੰਦਾ ਜਿਹੜਾ ਬੰਦਾ ਦਇਆ ਨਹੀਂ ਕਰਦਾ ਉਹਦਾ ਨਿਆਂ ਵੀ ਜਦੋਂ ਨਿਆਂ ਹੋਣਾ ਆ ਉਹ ਬਿਨਾਂ ਦਇਆ ਤੋਂ ਹੋਣਾ ਆ। ਹਾਲੇਲੂਇਆ। ਤਰਸ ਨਾਮ ਦੀ ਜਿਹੜੀ ਗੱਲ ਉਸ ਜ਼ਿੰਦਗੀ ਦੇ ਉੱਪਰ ਨਹੀਂ ਹੋਣੀ ਆ। ਜਿਸ ਪ੍ਰਾਣੀ ਨੇ ਧਰਤੀ ਦੇ ਉੱਪਰ ਰਹਿੰਦਿਆਂ ਦਇਆ ਨਹੀਂ ਕੀਤੀ।
ਹਾਲੇਲੂਇਆ। ਬਾਈਬਲ ਏਦਾਂ ਕਹਿੰਦਾ ਆ, ਦਇਆ ਕਰੋ ਤਾਂ ਜੋ ਤੁਹਾਡੇ ਉੱਪਰ ਵੀ ਦਇਆ ਕੀਤੀ ਜਾਵੇ, ਮਾਫ ਕਰੋ ਤਾਂ ਜੋ ਤੁਹਾਨੂੰ ਮਾਫੀ ਮਿਲ ਸਕੇ। ਅਸੀਂ ਆਪਣੇ ਲਈ ਕਰਨਾ ਇਸ ਵਚਨ ਨੂੰ ਪੂਰਾ, ਨਾ ਕਿ ਕਿਸੇ ਤੇ ਆਸਾਨ ਨਹੀਂ ਕਰਨਾ। ਅਗਰ ਤੁਸੀਂ ਕਿਸੇ ਨੂੰ ਮਾਫ ਕਰਦੇ ਆ ਤੇ ਤੁਸੀਂ ਆਪਣੇ ਲਈ ਕਰਦੇ ਆ, ਜਿੱਦਾਂ ਬਾਈਬਲ ਕਹਿੰਦਾ ਕਿ ਮਾਫ ਕਰੋ ਤਾਂ ਜੋ ਤੁਹਾਨੂੰ ਵੀ ਮਾਫੀ ਮਿਲ ਸਕੇ। ਅਗਰ ਅਸੀਂ ਕਿਸੇ ਤੇ ਦਇਆ ਕਰਦੇ ਆ, ਦਇਆ ਮਤਲਬ ਅਗਰ ਕੋਈ ਪਰੇਸ਼ਾਨ ਆ ਤੇ ਪਰੇਸ਼ਾਨੀ ਦੇ ਵਿੱਚ ਉਹਦਾ ਸਹਾਰਾ ਬਣ ਜਾਣਾ, ਅਗਰ ਕੋਈ ਦੁਖੀ ਆ ਤਾਂ ਦੁੱਖ ਦੇ ਵਿੱਚ ਉਹਦਾ ਸਾਥ ਦੇਣਾ, ਅਗਰ ਕਿਸੇ ਨੂੰ ਜ਼ਰੂਰਤ ਆ ਤੁਹਾਡੇ ਕੋਲੋਂ ਜ਼ਿਆਦਾ ਹੈ ਤਾਂ ਤੁਸੀਂ ਉਹਨੂੰ ਦੇ ਕੇ ਉਹਦੇ ਉੱਪਰ ਦਇਆ ਨੂੰ ਪ੍ਰਗਟ ਕਰ ਸਕਦੇ ਆ। ਔਰ ਇਸ ਤਰ੍ਹਾਂ ਅਗਰ ਕਰੋਗੇ ਤਾਂ ਤੁਹਾਡੇ ਲਈ ਰਾਸਤੇ ਖੁੱਲਦੇ ਆ, ਬਾਈਬਲ ਏਦਾਂ ਕਹਿੰਦਾ। ਪਰ ਅਗਰ ਅੱਜ ਅਸੀਂ ਦਇਆ ਨਹੀਂ ਕਰਾਂਗੇ ਤੇ ਕੱਲ ਆਸ ਵੀ ਨਾ ਰੱਖਿਓ ਕਿ ਤੁਹਾਡੇ ਉੱਪਰ ਦਇਆ ਹੋ ਜਾਏਗੀ। ਬਾਈਬਲ ਕਹਿੰਦਾ ਨਿਆਂ ਦੇ ਦਿਨਾਂ ਦੇ ਵਿੱਚ ਜਦੋਂ ਨਿਆਂ ਹੋਣਾ ਆ, ਅਗਰ ਅਸੀਂ ਅੱਜ ਦਇਆ ਨਹੀਂ ਕਰਦੇ ਤੇ ਸਾਡਾ ਨਿਆਂ ਵੀ ਬਿਨਾਂ ਦਇਆ ਤੋਂ ਹੋਣਾ ਆ। ਹਾਲੇਲੂਇਆ। ਉਮੀਦ ਕਰਦਾ ਹਾਂ ਤੁਸੀਂ ਸਮਝ ਪਾ ਰਹੇ ਅੱਜ ਦੇ ਵਚਨ ਦੇ ਟਾਈਟਲ ਹੈ ਕਿ ਆਓ ਦਇਆ ਨੂੰ ਕਿੱਦਾਂ ਪ੍ਰਾਪਤ ਕਰੀਏ। ਆਓ ਦਇਆ ਨੂੰ ਪ੍ਰਾਪਤ ਕਰੀਏ। ਔਰ ਕਿੱਦਾਂ ਪ੍ਰਾਪਤ ਕਰਨਾ ਹੈ, ਇਹਨਾਂ ਗੱਲਾਂ ਦੇ ਉੱਪਰ ਹੀ ਅੱਜ ਅਸੀਂ ਗੌਰ ਕਰਨਾ ਹੈ। ਇੱਕ ਬੰਦਾ ਯਿਸੂ ਮਸੀਹ ਦੇ ਕੋਲ ਆਇਆ ਔਰ ਕਹਿੰਦਾ, ਪ੍ਰਭੂ ਮੈਂ ਸਵਰਗ ਜਾਣਾ, ਕਿੱਦਾਂ ਪਹੁੰਚਾਂ? ਯਿਸੂ ਮਸੀਹ ਕਹਿੰਦੇ, ਤੂੰ ਬਾਈਬਲ ਨੂੰ ਪੜ੍ਹਦਾ ਕਿੱਦਾਂ ਆ? ਤਾਂ ਜੇ ਪੜ੍ਹਦਾ ਆ ਤੇ ਸਮਝਦਾ ਕਿਉਂ ਨਹੀਂ ਆ ਕੀ ਲਿਖਿਆ ਆ ਬਾਈਬਲ ਦੇ ਵਿੱਚ? ਕਹਿੰਦਾ ਤੂੰ ਆਪਣੇ ਪੂਰੇ ਦਿਲ ਦੇ ਨਾਲ, ਆਪਣੀ ਪੂਰੀ ਸਮਝ ਦੇ ਨਾਲ, ਆਪਣੀ ਪੂਰੀ ਜਾਨ ਦੇ ਨਾਲ ਆਪਣੇ ਖੁਦਾ ਨੂੰ ਪਿਆਰ ਕਰ। ਔਰ ਯਿਸੂ ਮਸੀਹ ਨੇ ਕਿਹਾ ਤੇ ਆਪਣੇ ਗਵਾਂਢੀ ਨੂੰ ਵੀ ਆਪਣੇ ਜਿਹਾ। ਤੇ ਉਸ ਬੰਦੇ ਨੇ ਆਪਣੇ ਆਪ ਨੂੰ ਜ਼ਰਾ ਧਰਮੀ ਬਣਾਉਣ ਦਾ ਮਾਰਾ ਔਰ ਯਿਸੂ ਮਸੀਹ ਦੇ ਕੋਲੋਂ ਅੱਛਾ ਰਿਸਪੌਂਸ ਲੈਣ ਦਾ ਮਾਰਾ ਕਹਿੰਦਾ ਤੇ ਮੇਰਾ ਗਵਾਂਢੀ ਕੌਣ ਆ? ਫਿਰ ਯਿਸੂ ਮਸੀਹ ਨੇ ਦੱਸਿਆ ਕਿ ਉਹਦਾ ਗਵਾਂਢੀ ਕੌਣ ਆ। ਉਹੀ ਰੈਫਰੈਂਸ ਮੈਂ ਤੁਹਾਡੇ ਸਾਹਮਣੇ ਰੱਖਣਾ ਹੈ ਔਰ ਤੁਸੀਂ ਅੱਜ ਇਸੇ ਗੱਲ ਨੂੰ ਪ੍ਰਾਪਤ ਕਰਨਾ, ਇਹਨਾਂ ਸ਼ਬਦਾਂ ਨੂੰ ਹੀ ਪ੍ਰਾਪਤ ਕਰਨਾ ਆ ਕਿ ਅੱਜ ਦਇਆ ਨੂੰ ਅਸੀਂ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ ਖੁਦਾ ਬੰਦੇ ਕੋਲੋਂ। ਜਿਹੜੇ ਲੋਕ ਬਚਾਏ ਗਏ ਆ ਬਾਈਬਲ ਦੇ ਵਿੱਚ ਤੁਸੀਂ ਪੜ੍ਹਨੀ ਆ, ਜਿਨ੍ਹਾਂ ਦੇ ਨਾਮ, ਜਿਨ੍ਹਾਂ ਦੀਆਂ ਸਟੋਰੀਆਂ, ਜਿਨ੍ਹਾਂ ਦੇ ਜੀਵਨ ਦੀ ਕਥਾ, ਉਹਨਾਂ ਦੇ ਉੱਪਰ ਦਇਆ ਹੋਈ ਆ। ਕਿਉਂਕਿ ਬਹੁਤ ਸਾਰੇ ਲੋਕ ਸੀਗੇ ਉਸ ਸਮੇਂ, ਅੱਜ ਵੀ ਬਹੁਤ ਸਾਰੇ ਲੋਕ ਆ। ਅਗਰ ਕੋਈ ਚੁਣਿਆ ਜਾਂਦਾ, ਅਗਰ ਕੋਈ ਬਚਾਇਆ ਜਾਂਦਾ, ਅਗਰ ਕੋਈ ਸੰਭਾਲਿਆ ਜਾਂਦਾ ਤੇ ਖੁਦਾਵੰਦ ਯਿਸੂ ਮਸੀਹ ਦੀ ਦਇਆ ਦੀ ਬਦੌਲਤ ਆ। ਹਾਲੇਲੂਇਆ। ਦਇਆ ਦੀ ਬਦੌਲਤ ਆ। ਅਗਰ ਅਸੀਂ ਅੱਜ ਕਿਸੇ ਨੂੰ ਛੱਡਦੇ ਆ ਤੇ ਕੱਲ ਅਸੀਂ ਵੀ ਛੁਡਾਏ ਜਾ ਸਕਦੇ ਆ। ਬਾਈਬਲ ਏਦਾਂ ਸਾਬਿਤ ਕਰਦਾ ਹੈ, ਕਹਿੰਦਾ ਛੱਡ ਦਿਓ ਤਾਂ ਜੋ ਤੁਸੀਂ ਵੀ ਛੁਡਾਏ ਜਾਓ, ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਤੇ ਦੋਸ਼ ਨਾ ਲਾਇਆ ਜਾਵੇ, ਦਿਓ ਤੇ ਤੁਹਾਨੂੰ ਵੀ ਦਿੱਤਾ ਜਾਏਗਾ, ਮਾਫ ਕਰੋ ਤਾਂ ਜੋ ਤੁਹਾਨੂੰ ਵੀ ਮਾਫੀ ਮਿਲ ਸਕੇ। ਹਾਲੇਲੂਇਆ। ਖੁਦਾਵੰਦ ਦੇ ਹੱਥਾਂ ਦੇ ਨਾਲ ਬਣਾਏ ਹੋਏ ਇਨਸਾਨ ਦੇ ਨਾਲ ਅਗਰ ਅਸੀਂ ਦਇਆ ਕਰਦੇ ਹਾਂ ਤੇ ਖੁਦਾਵੰਦ ਦੇ ਕੋਲੋਂ ਦਇਆ ਨੂੰ ਡੈਫੀਨੇਟਲੀ ਪ੍ਰਾਪਤ ਕਰਾਂਗੇ। ਬੋਲੋ ਆਮੀਨ। ਹਾਲੇਲੂਇਆ। ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਖੁਦਾ ਨੇ ਆਦਮ ਨੂੰ ਇਸ ਲਈ ਬਣਾਇਆ ਸੀਗਾ ਤਾਂ ਜੋ ਖੁਦਾਵੰਦ ਆਪਣੇ ਕਰੈਕਟਰ ਨੂੰ, ਆਪਣੀ ਆਦਤ ਨੂੰ, ਆਪਣੇ ਸੁਭਾਅ ਨੂੰ ਲੋਕਾਂ ਤੱਕ ਪਹੁੰਚਾ ਸਕੇ। ਅਗਰ ਤੁਸੀਂ ਬਾਈਬਲ ਨੂੰ ਧਿਆਨ ਨਾਲ ਪੜ੍ਹੋ ਤੇ ਲਿਖਿਆ, ਆਦਮ ਨੂੰ ਜਦੋਂ ਖੁਦਾ ਨੇ ਬਣਾਇਆ ਤੇ ਆਪਣੇ ਸਰੂਪ ਤੇ ਬਣਾਇਆ, ਆਪਣੇ ਜਿਹਾ ਬਣਾਇਆ। ਯਾਨੀ ਕਿ ਜਿੱਦਾਂ ਦੇ ਪਰਮੇਸ਼ਵਰ ਆ ਉਦਾਂ ਦਾ ਹੀ ਇਨਸਾਨ ਬਣਾਇਆ ਉਹਨਾਂ ਨੇ। ਪਰ ਇਨਸਾਨ ਭਟਕ ਗਿਆ, ਭੁੱਲ ਗਿਆ, ਖੁਦਾ ਦੇ ਵਚਨ ਤੋਂ ਟੁੱਟ ਗਿਆ, ਦੂਰ ਹੋ ਗਿਆ ਦਇਆ ਤੋਂ। ਔਰ ਖੁਦਾਵੰਦ ਨੇ ਆਦਮ ਨੂੰ ਜਦੋਂ ਬਣਾਇਆ ਨਾ, ਆਪਣੇ ਆਪ ਖੁਦਾਵੰਦ ਨੇ ਲੋਕਾਂ ਦੇ ਉੱਪਰ ਜ਼ਾਹਿਰ ਕਰਨ ਦੇ ਲਈ ਆਦਮ ਨੂੰ ਬਣਾਇਆ ਤਾਂ ਜੋ ਲੋਕ ਉਸ ਆਦਮ ਨੂੰ ਦੇਖਣ ਤੇ ਜਾਣਨ ਕਿ ਪਰਮੇਸ਼ਵਰ ਦੀ ਆਦਤ ਵੀ ਏਦਾਂ ਹੀ ਆ, ਪਰਮੇਸ਼ਵਰ ਦਾ ਨੇਚਰ ਵੀ ਏਦਾਂ ਹੀ ਆ, ਪਰਮੇਸ਼ਵਰ ਦੇ ਕੰਮ ਕਰਨ ਦਾ ਢੰਗ ਵੀ ਅੱਛਾ ਆ ਔਰ ਇਸੇ ਰੀਤੀ ਦਾ ਆ। ਪਰ ਸ਼ੈਤਾਨ ਨੇ ਉਸ ਗੱਲ ਨੂੰ ਪ੍ਰਬਲ ਨਹੀਂ ਹੋਣ ਦਿੱਤਾ, ਪਬਲਿਸ਼ਰ ਨਹੀਂ ਹੋਣ ਦਿੱਤਾ। ਇਸੇ ਲਈ ਆਦਮ ਦੇ ਉੱਪਰ ਸ਼ਰਾਪ ਆਈ ਜਦੋਂ ਵਚਨ ਟੁੱਟਾ, ਜਦੋਂ ਹੁਕਮ ਟੁੱਟਾ। ਪਰ ਮੈਂ ਇਸ ਗੱਲ ਦੇ ਉੱਪਰ ਤੁਹਾਡਾ ਗੌਰ ਕਰਵਾਉਣਾ ਚਾਹੁੰਦਾ, ਅਗਰ ਖੁਦਾ ਨੇ ਤੁਹਾਨੂੰ ਤੇ ਮੈਨੂੰ ਚੁਣਿਆ ਨਾ ਤੇ ਆਪਣਾ ਆਪ ਲੋਕਾਂ ਦੇ ਉੱਪਰ
ਜ਼ਾਹਿਰ ਕਰਨ ਦੇ ਲਈ ਚੁਣਿਆ, ਤਾਂ ਜੋ ਲੋਕ ਜਾਣਨ ਕਿ ਯਿਸੂ ਮਸੀਹ ਦਾ ਨੇਚਰ ਕਿੱਦਾਂ ਦਾ ਸੀ। ਅੱਜ ਅਸੀਂ ਗੁੱਸੇ ਦੇ ਵਿੱਚ ਸਾਰਾ ਆਪਣਾ ਆਪਾ ਖੋ ਬੈਠਦੇ ਹਾਂ। ਮਤਲਬ ਯਿਸੂ ਮਸੀਹ ਇਸ ਤਰ੍ਹਾਂ ਦੇ ਨਹੀਂ। ਜਦੋਂ ਤੁਸੀਂ ਪਵਿੱਤਰ ਆਤਮਾ ਨੂੰ ਹਾਸਲ ਕਰਦੇ ਨਾ, ਉਸ ਟਾਈਮ ਪਤਾ ਲੱਗਦਾ ਕਿ ਯਿਸੂ ਮਸੀਹ ਦਾ ਨੇਚਰ ਕਿੱਦਾਂ ਦਾ। ਉਸ ਸਮੇਂ ਪਤਾ ਲੱਗਦਾ ਕਿ ਯਿਸੂ ਮਸੀਹ ਜਦੋਂ ਉਜਾੜ ਦੇ ਵਿੱਚ ਪ੍ਰਾਰਥਨਾ ਕਰਨ ਦੇ ਲਈ ਆਪਣੇ ਆਪ ਨੂੰ ਅਲੱਗ ਕਿਉਂ ਕਰਦੇ ਸੀ, ਕਿਉਂਕਿ ਜਦੋਂ ਉਹਦਾ ਆਤਮਾ ਸਾਡੇ ਅੰਦਰ ਆਂਦਾ ਤੇ ਉਹ ਵੀ ਸਾਨੂੰ ਅਲੱਗ ਕਰਦਾ ਪ੍ਰਾਰਥਨਾ ਕਰਨ ਦੇ ਲਈ। ਬੇਸ਼ੱਕ ਉਦਾਂ ਅਸੀਂ ਰੂਟੀਨ ਦੀ ਪ੍ਰਾਰਥਨਾ ਕਰਦੇ ਹੋਵਾਂਗੇ ਸਵੇਰੇ ਸ਼ਾਮ, ਪਰ ਜਦੋਂ ਉਹਦਾ ਆਤਮਾ ਸਾਡੇ ਅੰਦਰ ਆ ਜਾਂਦਾ ਨਾ, ਉਹ ਬਿਨਾਂ ਟਾਈਮ ਤੋਂ ਹੀ ਸਾਨੂੰ ਪ੍ਰਾਰਥਨਾ ਦੇ ਵਿੱਚ ਲੈ ਜਾਂਦਾ। ਸਾਡਾ ਬੰਨਿਆ ਹੋਇਆ ਟਾਈਮ ਨਹੀਂ, ਸਾਡਾ ਪੱਕਾ ਟਾਈਮ ਨਹੀਂ ਕਿ ਜਿਹੜਾ ਅਸੀਂ ਰੂਟੀਨ ਦੇ ਵਿੱਚ ਟਾਈਮ ਬੰਨਿਆ ਹੋਇਆ ਕਿ ਉਸ ਟਾਈਮ ਮੈਂ ਜਾਣਾ ਹੀ ਜਾਣਾ ਪ੍ਰਾਰਥਨਾ ਦੇ ਵਿੱਚ। ਪਵਿੱਤਰ ਆਤਮਾ ਤੁਹਾਨੂੰ ਅਲੱਗ ਟਾਈਮ ਦੇ ਵਿੱਚ ਔਰ ਅਲੱਗ ਖੁਦਾ ਦੀ ਹਜ਼ੂਰੀ ਦੇ ਵਿੱਚ ਲੈ ਜਾਂਦਾ ਹੈ। ਹਾਲੇਲੂਇਆ। ਪਰ ਜਦੋਂ ਉਹਦਾ ਆਤਮਾ ਸਾਡੇ ਅੰਦਰ ਆਂਦਾ, ਫਿਰ ਪਤਾ ਲੱਗਦਾ ਕਿ ਯਿਸੂ ਮਸੀਹ ਦਾ ਨੇਚਰ ਕਿੱਦਾਂ ਦਾ। ਜਿਸ ਬੰਦੇ ਨੇ ਪਵਿੱਤਰ ਆਤਮਾ ਪਾਇਆ, ਉਹਦੇ ਨਾਲ ਸੰਗਤੀ ਕਰਕੇ ਦੇਖੋ। ਜਿਸ ਦੇ ਅੰਦਰ ਖੁਦਾ ਦਾ ਆਤਮਾ ਕੰਮ ਕਰਦਾ ਔਰ ਉਹ ਬੰਦਾ ਆਤਮਾ ਨੂੰ ਕੰਮ ਕਰਨ ਦਿੰਦਾ, ਉਹਦੇ ਨਾਲ ਸਮੇਂ ਬਿਤਾ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ ਯਿਸੂ ਮਸੀਹ ਦਾ ਨੇਚਰ ਕਿੱਦਾਂ ਦਾ, ਯਿਸੂ ਮਸੀਹ ਦਾ ਸੁਭਾਅ ਕਿੱਦਾਂ ਦਾ ਹੈ। ਸਰੀਰਕ ਬੰਦੇ ਦੀ ਮੈਂ ਗਾਰੰਟੀ ਨਹੀਂ ਰਹਿੰਦਾ, ਨਾ ਹੀ ਮੈਂ ਉਹਦਾ ਰੈਫਰੈਂਸ ਦਿੰਦਾ ਹਾਂ ਤੁਹਾਨੂੰ। ਮੈਂ ਆਤਮਕ ਬੰਦੇ ਦੀ ਗੱਲ ਕਰਦਾ ਜਿਹਦੀ ਜ਼ਿੰਦਗੀ 'ਚ ਆਤਮਾ ਕੰਮ ਕਰਦਾ। ਕਿਉਂਕਿ ਬਹੁਤੇਰੇ ਲੋਕ ਇਸ ਤਰ੍ਹਾਂ ਦੇ ਵੀ ਆ ਜਿਨ੍ਹਾਂ ਨੇ ਆਤਮਾ ਤਾਂ ਪਾ ਲਿਆ ਸੀਗਾ, ਪਰ ਉਹਨੂੰ ਥੋੜਾ ਹੀ ਸਮਾਂ ਕੰਮ ਕਰਨ ਦਿੱਤਾ ਔਰ ਉਸ ਤੋਂ ਬਾਅਦ ਆਪ ਕੰਮ ਕਰਨੇ ਸ਼ੁਰੂ ਕਰ ਦਿੱਤੇ, ਮਤਲਬ ਆਪਣੀ ਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਸਿਰਫ ਉਹ ਆਪ ਹੀ ਕਹਿ ਸਕਦੇ ਆ ਕਿ ਸਾਨੂੰ ਪਵਿੱਤਰ ਆਤਮਾ ਮਿਲਿਆ, ਪਰ ਉਹਨਾਂ ਦੇ ਅੰਦਰ ਕੰਮ ਨਹੀਂ ਕਰਦਾ। ਯਾਦ ਰੱਖਣਾ, ਹਰ ਕੋਈ ਗੈਰ ਭਾਸ਼ਾ ਬੋਲਣ ਵਾਲਾ ਬੰਦਾ ਪਵਿੱਤਰ ਆਤਮਾ ਨੂੰ ਹਾਸਲ ਕੀਤਾ ਹੋਇਆ ਨਹੀਂ ਹੈ। ਇਸ ਗੱਲ ਦੀ ਪੁਸ਼ਟੀ ਕਰਨੀ ਬਹੁਤ ਜ਼ਰੂਰੀ ਆ ਕਿ ਜਿਹੜਾ ਬੰਦਾ ਗੈਰ ਭਾਸ਼ਾ ਬੋਲਦਾ ਕਿ ਸੱਚ ਆ ਉਹਦੇ ਅੰਦਰ ਆਤਮਾ ਕੰਮ ਕਰਦਾ, ਉਹਦੀ ਅਧੀਨਗੀ ਤੋਂ ਪਤਾ ਚੱਲ ਜਾਏਗਾ ਤੁਹਾਨੂੰ। ਉਹਦੇ ਗੱਲਬਾਤ ਤੋਂ, ਉਹਦੇ ਸੁਭਾਅ ਤੋਂ, ਉਹਦੇ ਨੇਚਰ ਤੋਂ, ਗੁੱਸੇ ਵਾਲੇ ਮੂਵਮੈਂਟ ਦੇ ਵਿੱਚ ਉਸ ਬੰਦੇ ਨੂੰ ਰੱਖ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਦੀ ਜ਼ਿੰਦਗੀ 'ਚ ਪਾਕ ਰੂਹ ਕੰਮ ਕਰਦਾ ਹੈ ਜਾਂ ਨਹੀਂ। ਇਸ ਸਮੇਂ ਵੀ ਉਹਦੇ ਅੰਦਰ ਪਵਿੱਤਰ ਆਤਮਾ ਕੰਮ ਕਰਦਾ ਆ ਕਿ ਨਹੀਂ। ਇਹ ਉਸ ਸਿਚੁਏਸ਼ਨ ਨੂੰ ਜਦੋਂ ਤੁਸੀਂ ਕ੍ਰੀਏਟ ਕਰੋਗੇ, ਫਿਰ ਤੁਹਾਨੂੰ ਪਤਾ ਲੱਗੇਗਾ। ਬਾਈਬਲ ਤਾਂ ਕਹਿੰਦਾ ਤੇਰੇ ਇੱਕ ਗੱਲ ਤੇ ਕੋਈ ਥੱਪੜ ਮਾਰਦਾ ਤੇ ਦੂਸਰੀ ਵੀ ਅੱਗੇ ਕਰ ਦੇ। ਅਗਰ ਇਦਾਂ ਕਰਦੇ ਰਵਾਂਗੇ ਤਾਂ ਤੁਹਾਡੇ ਕੋਲੋਂ ਕਲਾਮ ਨਹੀਂ ਕਰ ਹੋਣਾ, ਤੁਹਾਡੇ ਕੋਲੋਂ ਖੁਦਾ ਦਾ ਕੰਮ ਨਹੀਂ ਕਰ ਹੋਣਾ, ਤੇ ਜਣਾ ਕਣਾ ਥੱਪੜ ਮਾਰ ਕੇ ਚਲ ਜਾਊਗਾ ਮਸੀਹ ਬੰਦੇ ਦੇ। ਕਿ ਜਿਹਨੂੰ ਲੱਗਾ ਕਿ ਮੇਰੇ ਹੱਥਾਂ ਤੇ ਖੁਜਲੀ ਹੁੰਦੀ ਹੈ ਤਾਂ ਚਲੋ ਚਰਚ ਚਲੋ ਤੇ ਮਸੀਹ ਬੰਦਿਆਂ ਦੇ ਥੱਪੜ ਮਾਰ ਦੋ, ਉਹਨਾਂ ਨੇ ਕਿਹੜਾ ਕੁਝ ਕਹਿਣਾ, ਉਹਨਾਂ ਨੇ ਦੂਜੀ ਗੱਲ ਵੀ ਅੱਗੇ ਕਰ ਦੇਣੀ। ਨਹੀਂ, ਮੇਰੀ ਗੱਲ ਨੂੰ ਯਾਦ ਰੱਖੋ, ਵਚਨ ਨੂੰ ਧਿਆਨ ਦੇ ਨਾਲ ਪੜ੍ਹਨਾ ਔਰ ਡੀਪਲੀ ਸਮਝਣਾ, ਸਿੱਖਣਾ, ਭੇਦ ਖੋਲਣੇ ਜਾਣੋ। ਇਸ ਲਈ ਲਿਖਿਆ ਹੈ ਕਿ ਜਦੋਂ ਤੁਸੀਂ ਖੁਦਾ ਦਾ ਕੰਮ ਕਰਦੇ ਪਏ ਆ, ਕਲਾਮ ਸੁਣਾ ਰਹੇ ਆ, ਰੂਹਾਂ ਨੂੰ ਬਚਾ ਰਹੇ ਆ, ਉਸ ਸਮੇਂ ਕੋਈ ਆ ਕੇ ਵਿਰੋਧ ਕਰ ਦਿੰਦਾ ਹੈ, ਉਸ ਸਮੇਂ ਤੁਹਾਨੂੰ ਵਰਖਲਾਫਤ ਕਰਨ ਦੀ ਜ਼ਰੂਰਤ ਨਹੀਂ ਹੈ। ਉਸ ਸਮੇਂ ਅਧੀਨਗੀ ਦੇ ਨਾਲ ਜੋ ਮਿਲਦਾ ਆ ਪ੍ਰਾਪਤ ਕਰਨ ਦੀ ਜ਼ਰੂਰਤ ਆ। ਇਹ ਨਹੀਂ ਹੈ ਕਿ ਤੁਸੀਂ ਆਰਾਮ ਦੇ ਨਾਲ ਬੈਠੇ ਵੀ ਤੁਸੀਂ ਕ੍ਰਿਸਚਨਾਂ ਦੇ ਕੋਈ ਵੀ ਆ ਕੇ ਥੱਪੜ ਮਾਰ ਦੂਗਾ ਤੁਹਾਡੇ, ਏਦਾਂ ਨਹੀਂ ਹੈ। ਅਗਰ ਤੁਸੀਂ ਖੁਦਾ ਦਾ ਕੰਮ ਕਰਦੇ ਆ, ਵਚਨ ਸੁਣਾ ਰਹੇ ਆ, ਹਾਂ ਅਗਲਾ ਜਿਸ ਬੰਦੇ ਨੂੰ ਵਚਨ ਸੁਣਾ ਰਹੇ ਆ ਉਹ ਹੈਵੀ ਹੋ ਜਾਂਦਾ, ਸ਼ੈਤਾਨ ਉਹਦੇ ਉੱਪਰ ਹੈਵੀ ਹੋ ਜਾਂਦਾ ਆ। ਇਨ ਕੇਸ ਉਹ ਤੁਹਾਡੇ ਥੱਪੜ ਮਾਰ ਵੀ ਦਿੰਦਾ ਆ ਖੁਦਾ ਦੇ ਵਚਨ ਦੇ ਕਰਕੇ, ਤੇ ਤੁਹਾਨੂੰ ਦੂਸਰੀ ਗੱਲ ਵੀ ਅੱਗੇ ਕਰ ਦੇ ਦੇਣੀ ਚਾਹੀਦੀ ਆ। ਹਾਲੇਲੂਇਆ। ਵਚਨ ਨੂੰ ਸਮਝਣਾ, ਡੀਪ ਜਾਣਾ ਬਹੁਤ ਜ਼ਰੂਰੀ ਆ। ਉੱਪਰੋਂ ਪੜ੍ਹ ਕੇ ਬੰਦਾ ਤਰੱਕੀ ਨਹੀਂ ਕਰ ਸਕਦਾ, ਉੱਪਰੋਂ ਪੜ੍ਹ ਕੇ ਬੰਦਾ ਬਰਕਤ ਨਹੀਂ ਪ੍ਰਾਪਤ ਕਰ ਸਕਦਾ। ਮੇਰੀ ਯਾਦ ਰੱਖਣਾ ਇਸ ਗੱਲ ਨੂੰ। ਦਇਆ ਅਗਰ ਅੱਜ ਅਸੀਂ ਕਰਦੇ ਹਾਂ ਤੇ ਦਇਆ ਨੂੰ ਪ੍ਰਾਪਤ ਵੀ ਅਸੀਂ ਕਰ ਸਕਾਂਗੇ ਖੁਦਾ ਦੇ ਕੋਲੋਂ। ਬੋਲੋ ਆਮੀਨ, ਹਾਲੇਲੂਇਆ। ਮੇਰਾ ਪਰਮੇਸ਼ਵਰ ਤੁਹਾਨੂੰ ਅੱਛੀ ਸਮਝ ਦੇਵੇ, ਅੱਛਾ ਗਿਆਨ ਦੇਵੇ, ਅੱਛਾ ਜੀਵਨ ਦੇਵੇ ਔਰ ਪਵਿੱਤਰ ਆਤਮਾ ਦੀ ਭਰਪੂਰੀ ਦੇਵੇ, ਜਿਸ ਦੀ ਬਦੌਲਤ ਤੁਸੀਂ ਖੁਦਾਵੰਦ ਦੀ ਮਰਜ਼ੀ ਨੂੰ ਪੂਰਾ ਕਰ ਸਕੋ। ਅਗਰ ਅੱਜ ਮੈਂ ਤੁਹਾਨੂੰ ਦੱਸਦਾ, ਅੱਜ ਖੁਦਾ ਨੇ ਤੁਹਾਨੂੰ ਤੇ ਮੈਨੂੰ ਅਗਰ ਚੁਣਿਆ ਆ, ਇਸੇ ਲਈ ਚੁਣਿਆ ਕਿ ਲੋਕ ਸਾਨੂੰ ਦੇਖਣ, ਸਾਡੇ ਰਿਸ਼ਤੇਦਾਰ ਸਾਨੂੰ ਦੇਖਣ, ਸਾਡੇ ਯਾਰ ਦੋਸਤ ਮਿੱਤਰ, ਸਾਡੇ ਭੈਣ ਭਰਾ ਸਾਨੂੰ ਦੇਖਣ ਤੇ ਉਹ ਯਿਸੂ ਮਸੀਹ ਦੇ ਨੇਚਰ ਨੂੰ ਜਾਣ ਲੈਣ ਕਿ ਯਿਸੂ ਮਸੀਹ ਦਾ ਨੇਚਰ ਕਿੱਦਾਂ ਦਾ ਆ, ਯਿਸੂ ਮਸੀਹ ਦੀ ਆਦਤ ਕਿੱਦਾਂ ਦੀ ਆ, ਯਿਸੂ ਮਸੀਹ ਦਾ ਪਿਆਰ ਕਰਨ ਦਾ ਢੰਗ ਕਿੱਦਾਂ ਦਾ ਆ। ਤੁਸੀਂ ਆਤਮਿਕ ਬੰਦੇ ਦੇ ਜ਼ਰੀਏ ਦੇਖ ਸਕਦੇ ਆ। ਹਾਲੇਲੂਇਆ। ਤੁਹਾਨੂੰ ਸਵਰਗ ਪਹੁੰਚਣ ਦੀ ਜ਼ਰੂਰਤ ਨਹੀਂ ਆ, ਨਾ ਹੀ ਇਸ ਸਮੇਂ ਆਪਾਂ ਜਾ ਸਕਦੇ ਆ, ਲੇਕਿਨ ਤੁਸੀਂ ਆਤਮਿਕ ਬੰਦੇ ਦੇ ਨਾਲ ਸਮੇਂ ਬਿਤਾ ਕੇ ਯਿਸੂ ਮਸੀਹ ਦੀਆਂ ਆਦਤਾਂ ਔਰ ਨੇਚਰ ਨੂੰ ਜਾਣ ਸਕਦੇ ਆ ਕਿ ਯਿਸੂ ਮਸੀਹ
ਕਿੰਨਾ ਭਲਾ ਪਰਮੇਸ਼ਵਰ ਆ। ਬਾਈਬਲ ਇਦਾਂ ਹੀ ਕਹਿੰਦਾ, ਚੱਖੋ ਤੇ ਵੇਖੋ, ਯਾਨੀ ਕਿ ਪਵਿੱਤਰ ਆਤਮਾ ਨੂੰ ਹਾਸਲ ਕਰੋ ਤੇ ਵੇਖੋ ਯਹੋਵਾ ਕਿੰਨਾ ਹੀ ਭਲਾ ਪਰਮੇਸ਼ਵਰ ਆ। ਚੱਖੋ ਤੇ ਵੇਖੋ ਯਹੋਵਾ ਭਲਾ ਪਰਮੇਸ਼ਵਰ ਆ। ਇਦਾਂ ਨਹੀਂ ਤੁਸੀਂ ਚੱਖ ਸਕਦੇ, ਇਦਾਂ ਹੀ ਨਹੀਂ ਤੁਸੀਂ ਕਹਿ ਸਕਦੇ, ਔਰ ਇਦਾਂ ਹੀ ਨਹੀਂ ਤੁਸੀਂ ਮਹਿਸੂਸ ਕਰ ਸਕਦੇ ਕਿ ਯਹੋਵਾ ਭਲਾ ਪਰਮੇਸ਼ਵਰ ਆ। ਕਿੱਦਾਂ ਤੁਸੀਂ ਮਹਿਸੂਸ ਕਰਦੇ ਔਰ ਕਿੱਦਾਂ ਤੁਸੀਂ ਡਿਕਲੇਅਰ ਕਰੋਗੇ ਕਿ ਹਾਂ ਖੁਦਾ ਭਲਾ ਪਰਮੇਸ਼ਵਰ? ਜਦੋਂ ਉਹਦੇ ਪਵਿੱਤਰ ਆਤਮਾ ਨੂੰ ਤੁਸੀਂ ਹਾਸਲ ਕਰੋਗੇ, ਜਦੋਂ ਉਹਦੇ ਹੋਲੀ ਸਪਿਰਿਟ ਨੂੰ ਤੁਸੀਂ ਗ੍ਰਹਿਣ ਕਰ ਲਓਗੇ, ਦੈਨ ਤੁਸੀਂ ਕਹੋਗੇ, ਆਪਣੀ ਜ਼ੁਬਾਨ ਤੋਂ ਅੰਗੀਕਾਰ ਕਰੋਗੇ ਕਿ ਵਾਕਈ ਖੁਦਾ ਭਲਾ ਪਰਮੇਸ਼ਵਰ ਆ। ਜਦੋਂ ਪਵਿੱਤਰ ਆਤਮਾ ਨਾਲ ਭਰ ਕੇ ਤੁਸੀਂ ਦੁਆ ਮੰਗੋਗੇ, ਜਦੋਂ ਪਵਿੱਤਰ ਆਤਮਾ ਦੇ ਦੁਆਰਾ ਭੇਦ ਤੁਹਾਡੇ ਉੱਪਰ ਖੁੱਲਣੇ ਸ਼ੁਰੂ ਹੋ ਜਾਣਗੇ, ਉਸ ਸਮੇਂ ਤੁਸੀਂ ਕਹੋਗੇ ਵਾਕਈ ਖੁਦਾ ਭਲਾ ਪਰਮੇਸ਼ਵਰ ਆ। ਜਦੋਂ ਆਉਣ ਵਾਲਾ ਸਮਾਂ ਖੁਦਾ ਤੁਹਾਡੇ ਉੱਪਰ ਜ਼ਾਹਿਰ ਕਰੇਗਾ ਔਰ ਤੁਸੀਂ ਆਪਣੇ ਰੂਮ ਤੋਂ ਬਾਹਰ ਜਾਓਗੇ ਔਰ ਉਹੀ ਫਿਲਮ ਜੋ ਤੁਸੀਂ ਦਰਸ਼ਨ 'ਚ ਦੇਖੀ ਆ ਔਰ ਉਹੀ ਸਾਹਮਣੇ ਚੱਲਦੀ ਹੋਏਗੀ ਤੁਹਾਡੀ ਅੱਖਾਂ ਦੇ, ਔਰ ਤੁਸੀਂ ਕਹੋਗੇ ਵਾਕਈ ਯਹੋਵਾ ਭਲਾ ਪਰਮੇਸ਼ਵਰ ਆ। ਕਿਸੇ ਬਿਮਾਰ ਦੇ ਲਈ ਪ੍ਰਾਰਥਨਾ ਕਰੋਗੇ ਔਰ ਉਹ ਬਿਮਾਰ ਚੰਗਾ ਹੋ ਕੇ ਤੁਹਾਨੂੰ ਫੋਨ ਕਰਕੇ ਕਹੇਗਾ ਕਿ ਮੈਨੂੰ ਖੁਦਾ ਨੇ ਚੰਗਾ ਕਰ ਦਿੱਤਾ, ਤੇ ਉਸ ਸਮੇਂ ਤੁਸੀਂ ਕਹੋਗੇ ਖੁਦਾ ਭਲਾ ਪਰਮੇਸ਼ਵਰ ਆ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ। ਅਗਰ ਅੱਜ ਦਇਆ ਕਰੂੰਗਾ, ਅਗਰ ਤੁਹਾਨੂੰ ਪ੍ਰਾਰਥਨਾ ਦਾ ਬੋਝ ਆ ਖੁਦਾ ਦੇ ਵੱਲੋਂ, ਤੁਹਾਡੀ ਬੁਲਾਹਟ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਨ ਦੀ ਆ, ਤੇ ਆਪਣੀ ਬੁਲਾਹਟ ਦੇ ਉੱਪਰ ਖਰੇ ਉਤਰੋ। ਆਪਣੀ ਬੁਲਾਹਟ ਨੂੰ ਅੱਛੇ ਰੀਤੀ ਦੇ ਨਾਲ ਸਮਝੋ ਔਰ ਉਹਦੇ ਉੱਪਰ ਕੰਮ ਕਰੋ ਅੱਛੇ ਰੀਤੀ ਦੇ ਨਾਲ। ਕਿਉਂਕਿ ਅਗਰ ਤੁਸੀਂ ਕਿਸੇ ਬਿਮਾਰ ਦੇ ਲਈ ਪ੍ਰਾਰਥਨਾ ਕਰਦੇ, ਮਤਲਬ ਤੁਸੀਂ ਉਹਦੇ ਉੱਪਰ ਦਇਆ ਕਰਦੇ ਪਏ ਆ। ਉਹਦੇ ਉੱਪਰ ਦਇਆ ਕਰਨਾ ਮਤਲਬ ਤੁਸੀਂ ਆਪਣੇ ਉੱਪਰ ਦਇਆ ਪ੍ਰਾਪਤ ਕਰਨ ਦੇ ਹੱਕਦਾਰ ਬਣਦੇ ਆ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ ਅੱਜ ਦੇ ਵਚਨ ਨੂੰ। ਅਗਰ ਅਸੀਂ ਦਇਆ ਕਰਨੀ ਨਹੀਂ ਸਿੱਖਾਂਗੇ, ਆਪਣੀ ਆਦਤ ਨਹੀਂ ਬਣਾਵਾਂਗੇ, ਇਹਦਾ ਮਤਲਬ ਪਵਿੱਤਰ ਆਤਮਾ ਕੰਮ ਨਹੀਂ ਕਰੇਗਾ ਤੁਹਾਡੇ ਅੰਦਰ। ਇਹਦਾ ਮਤਲਬ ਪਵਿੱਤਰ ਆਤਮਾ ਕੰਮ ਨਹੀਂ ਕਰਦਾ ਪਿਆ ਤੁਹਾਡੇ ਅੰਦਰ। ਅਗਰ ਕਿਸੇ ਦੀ ਮਦਦ ਕਰਨੀ ਆ, ਕਿਸੇ ਦੀ ਸਹਾਇਤਾ ਕਰਨੀ, ਡਿੱਗੇ ਦਾ ਹੱਥ ਫੜ ਕੇ ਉਹਨੂੰ ਖੜਾ ਕਰ ਦੇਣਾ, ਮਤਲਬ ਉਹਦੇ ਉੱਪਰ ਅਸੀਂ ਦਇਆ ਨੂੰ ਕਰਦੇ ਪਏ ਆ। ਅਗਰ ਅੱਜ ਅਸੀਂ ਦਇਆ ਨੂੰ ਕਰਦੇ ਪਏ ਆ ਤੇ ਕੱਲ ਆਪਣੇ ਲਈ ਵੀ ਦਇਆ ਨੂੰ ਪ੍ਰਾਪਤ ਕਰਾਂਗੇ। ਬੋਲੋ ਹਾਲੇਲੂਇਆ। ਯਿਸੂ ਦੇ ਜ਼ਿੰਦਾ ਨਾਮ ਦੇ ਵਿੱਚ ਬੋਲੋ ਹਾਲੇਲੂਇਆ। ਅਗਰ ਅੱਜ ਅਸੀਂ ਦਇਆ ਕਰਦੇ ਹਾਂ ਤੇ ਕੱਲ ਦਇਆ ਨੂੰ ਪ੍ਰਾਪਤ ਵੀ ਕਰਾਂਗੇ। ਅਗਰ ਦਇਆ ਨਹੀਂ ਕਰਦੇ ਪਏ ਅੱਜ ਤੇ ਕੱਲ ਮੁਸ਼ਕਲ ਆ। ਕਿਉਂਕਿ ਕਈ ਵਾਰ ਜਦੋਂ ਬੰਦਾ ਕਿਸੇ ਭਿਆਨਕ ਐਕਸੀਡੈਂਟ ਤੋਂ ਬਚਦਾ ਆ ਜਾਂ ਕਿਸੇ ਬੁਰੀ ਕੰਡੀਸ਼ਨ ਤੋਂ ਬਚਦਾ ਆ, ਫਿਰ ਕਹਿੰਦੇ ਆ ਦਿੱਤਾ ਲਿਆ ਉਹਦੇ ਅੱਗੇ ਆ ਗਿਆ, ਕਿਤੇ ਭਲਾ ਕੀਤਾ ਉਹਦੇ ਅੱਗੇ ਆ ਗਿਆ। ਬਸ ਇਦਾਂ ਹੀ ਦਇਆ ਪ੍ਰਾਪਤ ਹੁੰਦੀ ਆ ਖੁਦਾ ਦੇ ਵੱਲੋਂ। ਜਦੋਂ ਕਿਸੇ ਦੇ ਉੱਪਰ ਅਸੀਂ ਦਇਆ ਕਰਾਂਗੇ, ਜਦੋਂ ਕਿਸੇ ਦੇ ਲਈ ਅਸੀਂ ਦਇਆ ਨੂੰ ਖੁਦਾ ਦੇ ਕੋਲੋਂ ਮੰਗਾਂਗੇ, ਔਰ ਉਹ ਜਦੋਂ ਤੁਹਾਡੇ ਲਈ ਦੁਆ ਮੰਗੇਗਾ ਤੇ ਤੁਹਾਡੇ ਉੱਪਰ ਵੀ ਦਇਆ ਜਿਹੜੀ ਆ ਖੁਦਾਬੰਦੀ ਉਤਰੇਗੀ ਔਰ ਤੁਹਾਨੂੰ ਮਿਲੇਗੀ ਔਰ ਤੁਸੀਂ ਬਚਾਏ ਜਾਓਗੇ, ਸੰਭਾਲੇ ਜਾਓਗੇ। ਐਵੇਂ ਨਹੀਂ ਭਿਆਨਕ ਐਕਸੀਡੈਂਟ ਤੋਂ ਜਦੋਂ ਬੰਦਾ ਬਚਦਾ ਆ, ਹਸਪੀਟਲਾਈਜ਼ ਹੁੰਦਾ ਤੇ ਉੱਥੋਂ ਜ਼ਿੰਦਗੀ ਬਚਦੀ ਆ, ਦੁਬਾਰਾ ਆਪਣੇ ਪਰਿਵਾਰ ਦੇ ਵਿੱਚ ਆਂਦਾ ਆ, ਤੇ ਫਿਰ ਸਿਆਣੇ ਕਹਿੰਦੇ ਆ ਦਿੱਤਾ ਲਿਆ ਉਹਦੇ ਅੱਗੇ ਆ ਗਿਆ। ਐਦਾਂ ਦਇਆ ਪ੍ਰਾਪਤ ਹੁੰਦੀ ਆ ਜਦੋਂ ਅਸੀਂ ਦਇਆ ਕਰਾਂਗੇ ਕਿਸੇ ਦੇ ਉੱਪਰ। ਕਿਸੇ ਬਿਮਾਰ ਦੇ ਲਈ ਤੁਸੀਂ ਅਗਰ ਦੁਆ ਕਰਕੇ ਉਹਨੂੰ ਚੰਗਿਆਈ ਪ੍ਰਾਪਤ ਹੋ ਜਾਂਦੀ ਆ, ਉਹਦੀ ਉਮਰ 'ਚ ਵਾਧਾ ਹੋ ਜਾਂਦਾ ਆ, ਤੇ ਫਿਰ ਤੁਹਾਡੀ ਉਮਰ 'ਚ ਵੀ ਇਸ ਰੀਤੀ ਦੇ ਨਾਲ ਵਾਧਾ ਹੋ ਸਕਦਾ ਆ। ਅਗਰ ਤੁਸੀਂ ਕਿਸੇ ਤੇ ਦਇਆ ਕੀਤੀ ਹੋਏਗੀ ਤੇ ਉਹੀ ਦਇਆ ਤੁਹਾਡੇ ਸਾਹਮਣੇ ਆ ਜਾਏਗੀ ਕਿਸੇ ਦਿਨ ਔਰ ਤੁਹਾਨੂੰ ਬਚਾ ਲਏਗੀ। ਬੋਲੋ ਆਮੀਨ। ਹਾਲੇਲੂਇਆ। ਬਾਈਬਲ ਕੀ ਕਹਿੰਦਾ ਆ, ਜਦੋਂ ਤੁਸੀਂ ਮੇਰੇ ਨਾਲ ਪੜ੍ਹਦੇ ਆ ਸੰਤ ਮਤੀ ਦਾ ਅੰਜੀਲ ਮੇਰੇ ਨਾਲ ਓਪਨ ਕਰੀਏ। ਮੈਂ ਟੋਟਲ 6 ਵਰਸਿਸ ਤੁਹਾਨੂੰ ਪੜ੍ਹਾਉਣੀਆਂ ਆ ਔਰ ਤੁਸੀਂ ਬੜੇ ਅਦਬ ਦੇ ਨਾਲ ਸੁਣਨਾ ਹੈ, ਬੜੇ ਅਦਬ ਦੇ ਨਾਲ ਸੁਣਨਾ। ਕੋਈ ਉੱਠੇ ਬੈਠੇ ਨਾ, ਕੋਈ ਹਿਲਜੁਲ ਨਾ ਕਰੇ। ਔਰ ਮੈਂ ਚਾਹੁੰਦਾ ਹਾਂ ਤੁਸੀਂ ਸਿਰਫ ਔਰ ਸਿਰਫ ਅੱਜ ਦੇ ਕਲਾਮ ਦੇ ਵੱਲ ਧਿਆਨ ਦੇਣਾ, ਫੋਕਸ ਕਰਨਾ ਹੈ, ਤਾਂ ਜੋ ਤੁਸੀਂ ਸਮਝ ਸਕੋ ਦਇਆ ਦੇ ਭਾਵ ਨੂੰ ਜਾਂ ਦਇਆ ਦੀ ਪਰਿਭਾਸ਼ਾ ਨੂੰ ਤੁਸੀਂ ਸਮਝ ਸਕੋ ਆਪਣੀ ਜ਼ਿੰਦਗੀ ਦੇ ਵਿੱਚ ਕਿ ਦਇਆ ਹੈ ਕੀ ਆ ਔਰ ਦਇਆ ਕਰਨੀ ਕਿਉਂ ਜ਼ਰੂਰੀ ਆ। ਔਰ ਜਦੋਂ ਤੁਸੀਂ ਪੜ੍ਹਦੇ ਆ ਮੇਰੇ ਨਾਲ ਮਤੀ ਦਾ ਅੰਜੀਲ, ਉਹਦਾ 5 ਨੰਬਰ ਅਧਿਆਇ ਔਰ ਉਹਦਾ 1 ਨੰਬਰ ਪੰਕਤੀ ਤੋਂ 12 ਨੰਬਰ ਪੰਕਤੀ ਤੱਕ ਮੈਂ ਪੜ੍ਹਨਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਇਹ ਪਹਿਲਾ ਨੰਬਰ ਵਰਸ ਮੈਂ ਪੜ੍ਹਦਾ ਆ ਔਰ ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ ਬਾਈਬਲ ਤੁਹਾਨੂੰ ਤੇ ਮੈਨੂੰ ਕੀ ਆਖਦਾ ਆ। ਜਿਨ੍ਹਾਂ ਨੇ ਬਾਈਬਲ ਆਪਣਾ ਕੋਲ ਰੱਖਿਆ ਆ ਤੁਸੀਂ ਉਹਨੂੰ ਓਪਨ ਕਰੋ ਔਰ ਮਤੀ ਦਾ ਅੰਜੀਲ ਪੁਸਤਕ ਨੂੰ ਓਪਨ ਕਰੋ, ਉਹਦਾ 5 ਨੰਬਰ ਅਧਿਆਇ ਓਪਨ ਕਰੋ ਔਰ ਉਹਦਾ 1 ਨੰਬਰ ਪੰਕਤੀ ਤੋਂ ਮੈਂ ਪੜ੍ਹਦਾ ਆ। ਲਿਖਿਆ, ਭੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ੍ਹ ਗਿਆ ਅਰ ਜਦ ਬੈਠਾ ਤਦ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਸਨੇ ਆਪਣਾ ਮੂੰਹ ਖੋਲਿਆ ਅਤੇ ਉਹਨਾਂ ਨੂੰ ਇਹ ਉਪਦੇਸ਼ ਦੇਣ ਲੱਗਾ। ਯਿਸੂ ਮਸੀਹ ਉਪਦੇਸ਼ ਦੇਣ ਲੱਗੇ।
उस समय की गल है जो यीशु मसीह प्रचार करना जो शुरू किया और यीशु मसीह ने लोगों को जो देखा भीड़ इकट्ठी हुई है तो उन्होंने फिर उपदेश दिता। की उपदेश दिता? कहते धन आ वो जिहड़े दिल दे गरीब हैं क्यों जो स्वर्ग का राज उन्हां दा ही आ। जिहड़े दिल दे गरीब आ मतलब तरस खाण वाले आ, बड़ी अधीनगी दे विच रहण वाले आ, बड़ी निमरता दे विच रहण वाले आ, जिहड़े धन आ बाइबल कहंदा जिहड़े दिल दे गरीब हैं क्यों जो स्वर्ग का राज उन्हां दा आ। फिर लिखा धन आ जिहड़े सोग करदे आ क्यों जो वो शांत कीते जाणगे। अज जिहड़े सोग करदे आ जिन्हां ने अपनी ख्वाहिशां नूं खत्म कीता, जिन्हां ने अपनी इच्छावां नूं मसीह दे लई मारिया, जिन्हां ने अपने दिल दी इच्छा नूं खत्म करके खुदा दे दिल दी इच्छा नूं पूरा कीता, जिन्हां ने अपनी आवाज़ नूं बंद करके खुदा दी आवाज़ नूं लोगां दे सामने लैके आंदा, उन्हां दी गल चलदी आ। कहंदे धन आ वो जिहड़े सोग करदे। अज मसीह लोग आ वो विआह च फिल्मी गाणियां ते नच नहीं सकते, भंगड़ा नहीं पा सकते, पर कई पाउंदे भी आ क्योंकि बाइबल इदां कहंदा कई लोग आज़ाद होके सद्दे गए आ, कई गुलाम होके सद्दे गए आ। जिस तरीके दे नाल भी सद्दे गए आ वो अपनी बुलाहट दे विच ही रहण। कईयां नूं फिल्मी गाणियां ते नच के जां गा के जां बजा के उन्हां दा मसा खराब नहीं हुंदा या उन्हां नूं कोई फर्क नहीं पैंदा, पर जिहड़े गुलामी दे विच ही चुने गए ना कि तुसीं रहना ही खुदा दी अधीनगी दे विच आ, ਉਹ ਲੋਕ ਜਦੋਂ ਇਦਾਂ ਕਰਦੇ ਨਾ ਉਹਨਾਂ ਦਾ ਬਹੁਤ ਵੱਡਾ ਲੋਸ ਹੁੰਦਾ ਆ। ਹਾਲੇਲੂਇਆ। ਕਈ ਲੋਕ ਬੜੀ ਸਟ੍ਰਿਕਟਲੀ ਜਿਹੜੇ ਆ ਚੁਣੇ ਗਏ ਆ ਕਿ ਤੁਸੀਂ ਆਹ ਕੰਮ ਨਹੀਂ ਕਰ ਸਕਦੇ, ਤੁਸੀਂ ਫਿਲਮੀ ਗਾਣਿਆਂ ਤੇ ਨੱਚ ਨਹੀਂ ਸਕਦੇ, ਤੁਸੀਂ ਫਿਲਮੀ ਗਾਣਿਆਂ ਨੂੰ ਗਾ ਨਹੀਂ ਸਕਦੇ। ਜਿੱਥੇ ਫਿਲਮੀ ਗਾਣਿਆਂ ਜਾਂ ਸੰਸਾਰ ਦਾ ਮਾਹੌਲ ਆ ਤੁਸੀਂ ਉੱਥੇ ਜਾ ਵੀ ਨਹੀਂ ਸਕਦੇ। ਖੁਦਾ ਨੇ ਕਈਆਂ ਨੂੰ ਇਸ ਰੀਤੀ ਦੇ ਨਾਲ ਚੁਣਿਆ ਹੁੰਦਾ। खुदा ने इस रीति दे नाल पवित्र आत्मा उन्हां दे उपर जुम्बिश करदा हुंदा आ कि वो उस स्थान दे उपर जा भी नहीं सकते। और कई जांदे आ, कई जा सकते आ क्योंकि वो चुने उस हिसाब नाल हुंदे आ। हालेलूया। उम्मीद करदा तुसीं समझ पा रहे आ गल। कहंदा धन ओ जिहड़े दिल दे गरीब आ क्यों जो स्वर्ग राज दे अधिकारी होणगे। और धन ओ आ जिहड़े सोग करदे पे क्यों जो वो शांत कीते जाणगे। ਅੱਜ अगर किसी ਨੂੰ लगता है कि वो जो लोग करते पे दुनिया दे वो असी नहीं कर पा रहे हैं और अपने दिल नूं कंट्रोल कीता पिया आ, अपनियां इच्छावां नूं कंट्रोल कीता पिया, ते याद रखना बाइबल तुहाडे लई कहंदा कि तुसीं शांत कीते जाओगे। शांत कीते जाओगे जदों तुसीं इस स्वर्ग दे विच पहुंचोगे। जिद्दां लाजर इब्राहिम दी गोद दे विच पहुंचिया ते उहने शांत प्राप्त कीता, शांति नूं प्राप्त किया, तसल्ली नूं प्राप्त किया। और जिहड़ा धनी बंदा सी वो नरक दे विच कलपदा रहा। हालेलूया। क्यों जो उन्हें सोग नहीं किया, उन्हें पहले ऐशप्रस्ती की और जिहड़ा लाजर सीगा उन्हें सोग किया, पहला बीमारी दे विच सीगा, अपनी ख्वाहिश नूं पूरा नहीं कर पाया, लेकिन स्वर्ग दे विच वो शांत पाई, उन्हें शांति नूं प्राप्त किया। और अगे लिखिया कहंदा धन आ वो जिहड़े हलीम हन क्यों जो वो धरती दे वारस होणगे। वो लोग धरती दे वारस होणगे जिन्हां ने अपने आप नूं अधीन कीता पिया। तुसीं याद रखना और भी प्रैक्टिकल करके भी देखना, जिहड़ा बंदा अधीन आ ओदी कदी किसी दे नाल लड़ाई नहीं हो सकदी, ओदा कदी किसी दे नाल झगड़ा नहीं हो सकदा। क्योंकि लड़ाई उदों हुंदी आ जदों एक बंदा अपने आप नूं उच्चा करदा और दूसरा उतों भी अपने आप नूं उच्चा करदा, झगड़ा उदों पैदा हुंदा। और जिहड़ा बंदा अपने आप नूं हलीम करदा, अपने आप नूं अधीन करदा आ, उस फैमिली दे विच, उस परिवार दे विच और उस जिंदगी दे विच कदी लड़ाई झगड़ा नहीं हुंदा। ते बाइबल कहंदा वो धरती दा वारस होएगा, उम्र लंबी होएगी ओदी। क्योंकि लड़ाई झगड़े दे नाल तुसीं अज दा जो ट्रेंड चलदा पिया, अज तुसीं किसी दे नाल झगड़ा नहीं कर सकदे। अगर तुसीं किसी दे नाल झगड़ा भी करदे हो, चार बंदे लिया के वड्ड कट करके चले भी जांदे, जानों मार के भी चल जांदे आ और पता भी नहीं लगदा। अज लोगों दी जिंदगियां च शैतान ने इदां गल्लां पा दित्तियां आ और इदां उन्हां दा हौसला जिहड़ा वधा दित्ता है। और जिहड़ा अधीन है, जिहड़ा अपने आप नूं हलीम करदा आ, ओदा याद रखना किसी दे नाल झगड़ा भी नहीं हो सकदा और किसी दे नाल लड़ाई झगड़ा भी नहीं हो सकदा। और बाइबल कहंदा वो धरती दा वारस होएगा। और एक थां ते बाइबल कहंदा तू अपने आप नूं परमेश्वर दे अधीन कर, वो वेले सिर तैनूं उच्चा करेगा। इदां फिर खुदा नूं उच्चा करदा, ओदी उमर नूं लंबा करदा आ, ओदे दिनां नूं वधाउंदा आ, ओदे हालातां नूं बदलदा, ओदी सिचुएशन नूं बदलदा आ। जिहड़ा अपने आप नूं अधीन करदा, अधीन करन दा मतलब खुदा दे वचन दे अधीन,
खुदा दी दया दे अधीन, खुदा दे प्यार दे अधीन, खुदा दे अखां दे अधीन, खुदा दे आवाज़ दे अधीन जिहड़ा बंदा है, बाइबल कहंदा जिहड़ा अधीन है, जिहड़ा हलीम आ, वो धरती दा वारस होएगा। क्योंकि जो बंदा अपने आप नूं खुदा दे अधीन करदा, ओहदी उम्र दे विच वाधा हुंदा है, ओहदियां सोचां दे विच वाधा हुंदा, ओहदियां हद्दां दे विच वाधा हुंदा है। हालेलूया। और अगे लिखिया कहंदा ताने ओ जिहड़े धर्म दे भुखे ते तिहाए हन, क्यों जो ओ रजाए जाणगे। अज असीं किन्ने क भुखे आ, असीं किन्नी क प्यास रखदे हां कि बाइबल चों अज मैं कोई भेत खोलां, अज अगर मैं कलाम सुना तो मेरे लिए होवे, मेरी जिंदगी च कुछ हलचल करे। अज खुदावंद मैं जब कलाम नूं सुना या मैं पढ़ा तो अज मैनू मेरे अंदर कमियां जाहिर होण, तां जो मैं उन्हां कमियां नूं दूर कर सकां। वचन नूं पढ़ लेना काफ़ी नहीं है, सुन लेना काफ़ी नहीं है, ਉਹਦੇ अनुसार अपनी जिंदगी नूं चलाना बहुत जरूरी और महत्वपूर्ण है। कलाम नूं पढ़ना इसलिए जरूरी कर दिता गया आ मसीह लोगों के लिए, तां जो तुसीं जद कलाम नूं पढ़ो तो अपने अंदरों उन्हां कमियां नूं दूर कर दो और अपने आप नूं यीशु वर्गा बना लो। इसीलिए यीशु मसीह ने कहा फॉलो मी, यीशु ने कहा मेरे पीछे हो तुरो। पतरस नूं कहा, जिन्ने चेलियां नूं आवाज़ दी है खुदा ने इदां ही कहा मेरे पीछे हो तुर। इसलिए क्या आया तां जो लोग तुहाडे विचों खुदावंद यीशु मसीह की आदत नूं देखण, खुदावंद यीशु मसीह के नेचर नूं देखण, खुदावंद यीशु मसीह दया दा धनी है वो देखण। अगर अज असीं दया नहीं करते पे, मतलब यीशु मसीह साडे अंदर नहीं है, यीशु मसीह वालियां आदतां साडे अंदर नहीं है। क्योंकि बाइबल कहंदा तुसीं उहदे पुत्तर ते धीआं है, जो बाप दे गुण आ बच्चियां च आउंदे, जो बाप दी आदत है बच्चियां दे अंदर आउंदी आ। हालेलूया। अगर अज असीं दया नहीं करते हैं तो कल दया प्राप्त करने के हकदार भी नहीं है। तो बाइबल कहता तुहाडा न्याय जिहड़ा बिना दया तो होना है। हालेलूया। और अगे की लिखिया है बाइबल दे विच, मैं पढ़ाउणा तुहानूं जो मेन वचन दे नाल रिलेटेड आ। कहंदा तानू वो जिहड़े दयावान हन, क्यों जो उन्हां दे उत्ते दया कीती जावेगी। ਜਿਹੜੇ दयावान ਹਨ ਉਹਨਾਂ ਦੇ ਉੱਤੇ दया ਕੀਤੀ ਜਾਏਗੀ। ਇਸ ਲਈ ਆਪਣੇ ਆਪ ਨੂੰ दयावान ਬਣਾਉਣ ਦੀ ਜ਼ਰੂਰਤ ਆ ਕਿ ਕਿਸੇ ਗਰੀਬ ਨੂੰ ਦੇਖਿਆ ਉਹਦੀ ਮਦਦ ਕੀਤੀ, ਕਿਸੇ ਵਿਧਵਾ ਨੂੰ ਦੇਖਿਆ ਉਹਦੀ ਮਦਦ ਕੀਤੀ। मैं उस विधवा औरत की गल करना आ, याद रखना थोड़ा सिखा दवां इस गल के उपर, जिहड़ी खुदा के डर ते खुदा के प्यार दे विच बनी पई। उस विधवा की मदद करनी आ असीं, उस विधवा की मदद नहीं करनी आ जिन्हें अपनी पति तो बाद होर आदमी नूं रखिया होया है, या होर किसी दे नाल अपने संबंधां नूं कायम रखिया पिया है, या होर किसी इंसान नूं अपना सहारा बनाया पिया। मैं उस विधवा की गल नहीं करदा, मैं उस विधवा की गल करदा हां जिन्हें खुदा नूं अपना पति बना लिया आ, जिन्हें खुदा नूं अपना सहारा बना लिया आ। ओदी सहायता करनी, ओदे घर च तुसीं राशन पाना, ओदे उपर अपनी दया नूं जाहिर करना तां जो तुहाडे उपर भी दया जाहिर हो सके। मैं उन्हां माता पिता दे लई ਇਹ ਗੱਲ ਦੱਸਣਾ ਚਾਹੁੰਦਾ ਜਿਨ੍ਹਾਂ ਨੇ ਬੜੇ ਔਖੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਿਆ ਪੋਸਿਆ ਆ ਤੇ ਵੱਡੇ ਕੀਤਾ ਆ, ਉਹਨਾਂ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕੀਤਾ ਆ। ਜਾਂ ਕਈਆਂ ਦੇ ਜਿੱਦਾਂ ਪਿਤਾ ਦੁਨੀਆ ਤੋਂ ਚਲੇ ਜਾਂਦੇ ਆ, ਮਾਂ ਫਿਰ ਕਹਿੰਦੀ ਆ ਕਿ ਮੈਂ ਆਪਣੇ ਬੱਚਿਆਂ ਨੂੰ ਬੜੀ ਔਖੇ ਰੀਤੀ ਦੇ ਨਾਲ ਪਾਲਿਆ, ਵੱਡੇ ਕੀਤਾ ਆ। ਪਰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਉਹਨਾਂ ਮਾਵਾਂ ਦੇ ਲਈ ਕੰਮ ਹੋਰ ਵੀ ਹੈਗੇ ਆ ਦੁਨੀਆ ਦੇ ਉੱਤੇ ਕਰਨ ਦੇ ਲਈ, ना कि गलत ढंग दे नाल पैसा कमा के तुसीं अपने बच्चों की परवरिश करो। तुसीं गलत रिश्तिਆਂ ਨੂੰ अपनी जिंदगी दे विच लैके आके तुसीं अपने बच्चों की परवरिश करदे आ ते तुसीं इहदे नाल तुसीं खुदा नूं खुश नहीं कर सकदे। अगर वो मां खुदा दे डर दे विच, औरत खुदा दे डर और खुदा दे प्यार दे विच आ, वो बर्तन साफ करके घर दियां सफाइयां करके अपने बच्चों को पाल सकती है और अपने शरीर को खुदा दे लिए रख सकती है, ना कि अपने शरीर को बेच के अपने बच्चों की पालना पोषणा कर सकती है। और फिर बच्चे वड्डे होंदे ते कवे कि मैं तुहानूं किद्दां पालिया है, मैनूं पता तुसीं कोई एहसान नहीं कीता, कोई तुसीं वड्डा काम नहीं कीता। वड्डा काम तां हो सकदा सीगा अगर तुसीं अपने शरीर को भी संभाल के रखदियां और खुदावंद दे डर ते खुदा दे प्यार च भी बनिया रहंदियां और अपने बच्चों की पालना पोषणा करदियां,
ਚਾਹੇ ਤੁਸੀਂ ਬਰਤਨ ਸਾਫ਼ ਕਰਦੀਆਂ, ਚਾਹੇ ਘਰਾਂ ਦੀਆਂ ਸਫਾਈ ਕਰਦੀਆਂ, ਚਾਹੇ ਫੈਕਟਰੀ ਦੇ ਵਿੱਚ ਜੌਬ ਕਰਦੀਆਂ, ਪਰ ਤੁਸੀਂ ਖੁਦਾ ਦੀ ਨਜ਼ਰਾਂ ਦੇ ਵਿੱਚ ਦਇਆ ਪ੍ਰਾਪਤ ਕਰਨ ਵਾਲੀਆਂ ਬਣਦੀਆਂ। ਹਾਲੇਲੂਇਆ। ਮੈਂ ਉਮੀਦ ਕਰਦਾ ਹਾਂ ਤੁਸੀਂ ਸਮਝ ਪਾਏ ਹੋਣਗੇ ਮੇਰੀਆਂ ਗੱਲਾਂ ਨੂੰ। ਯਤੀਮ ਦਾ ਸਹਾਰਾ ਬਣਨਾ, ਵਿਧਵਾ ਦਾ ਸਹਾਰਾ ਬਣਨਾ ਆ ਉਸ ਵਿਧਵਾ ਦਾ ਜਿਹੜੀ ਖੁਦਾ ਦੇ ਡਰ ਦੇ ਵਿੱਚ ਬਣੀ ਪਈ ਆ, ਜਿਹਨੇ ਪਾਕ ਰੂਹ ਨੂੰ ਹਾਸਲ ਕੀਤਾ ਪਿਆ ਆ, ਜਿਹੜੀ ਖੁਦਾ ਦੇ ਪਿਆਰ ਦੇ ਵਿੱਚ ਆ। ਇਹ ਨਹੀਂ ਆ ਕਿ ਉਹ ਸਿਰਫ ਦਿਖਾਵੇ ਦੀ ਵਿਧਵਾ ਹੋਵੇ। ਉਹਦੀ ਸਹਾਇਤਾ ਨਹੀਂ ਕਰਨੀ, ਨਾ ਹੀ ਤੁਹਾਨੂੰ ਉਹਦਾ ਪ੍ਰਤੀਫਲ ਮਿਲਣਾ ਆ। ਹਾਲੇਲੂਇਆ। ਯਾਦ ਰੱਖਣਾ, ਖੁਦਾ ਨੇ ਤੁਹਾਨੂੰ ਉਹਨਾਂ ਦਾ ਸਹਾਰਾ ਬਣਾਉਣ ਦੇ ਲਈ ਚੁਣਿਆ ਆ ਜਿਨ੍ਹਾਂ ਨੇ ਯਿਸੂ ਨੂੰ ਆਪਣਾ ਸਹਾਰਾ ਬਣਾਇਆ ਪਿਆ, ਕਿਉਂਕਿ ਤੁਸੀਂ ਯਿਸੂ ਦਾ ਰੂਪ ਬਣ ਕੇ ਉਹਦੇ ਸਾਹਮਣੇ ਜਾਣਾ ਹੈ। ਔਰ ਆਪਣੀਆਂ ਅੱਖਾਂ ਨੂੰ ਪਵਿੱਤਰ ਰੱਖਣਾ, ਆਪਣੀ ਦੇਹ ਨੂੰ ਪਵਿੱਤਰ ਰੱਖਣਾ, ਆਪਣੇ ਖਿਆਲਾਂ ਨੂੰ ਪਵਿੱਤਰ ਰੱਖਣਾ, ਕਿਉਂਕਿ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਖੁਦਾ ਨੇ ਜਦੋਂ ਆਦਮ ਨੂੰ ਬਣਾਇਆ ਉਹਨੇ ਆਪਣੇ ਸਰੂਪ ਤੇ ਬਣਾਇਆ ਔਰ ਆਪਣੇ ਜਿਹਾ ਬਣਾਇਆ, ਏਦਾਂ ਬਾਈਬਲ ਕਹਿੰਦਾ। ਤੇ ਖੁਦਾ ਨਸ਼ੇ ਨਹੀਂ ਕਰਦਾ, ਖੁਦਾ ਗਾਲਾਂ ਨਹੀਂ ਕੱਢਦਾ, ਖੁਦਾ ਗੁੱਸੇ ਦੇ ਵਿੱਚ ਬੇਕਾਬੂ ਨਹੀਂ ਹੁੰਦਾ। ਤਾਂ ਜੇ ਅਸੀਂ ਹੁੰਦੇ ਤੇ ਸਾਡਾ ਉਹਦੇ ਨਾਲ ਕੋਈ ਤਾਲਮੇਲ ਨਹੀਂ ਹੈ। ਹਾਲੇਲੂਇਆ। ਤੇ ਬਾਈਬਲ ਉਸ ਬੰਦੇ ਦੇ ਲਈ ਕਹਿੰਦਾ ਹੈ ਜਿਹੜਾ ਠੋਕਰ ਦਾ ਕਾਰਨ ਬਣਦਾ, ਜਿਹੜਾ ਮਸੀਹਾ ਔਰ ਸ਼ਰਾਬ ਪੀਂਦਾ, ਔਰ ਲੋਕ ਉਹਨੂੰ ਦੇਖਦੇ ਔਰ ਕਹਿੰਦੇ ਆਹ ਮਸੀਹ ਲੋਕ ਆ। ਉਹਦੇ ਲਈ ਬਾਈਬਲ ਕਹਿੰਦਾ ਚੰਗਾ ਹੁੰਦਾ ਕਿ ਖਰਾਸ ਦਾ ਪੁੜ ਉਹਦੇ ਗਲ 'ਚ ਬੰਨਿਆ ਜਾਂਦਾ ਔਰ ਉਸ ਸਮੁੰਦਰ 'ਚ ਸੁੱਟ ਦਿੱਤਾ ਜਾਂਦਾ ਤੇ ਜਾਨੋਂ ਮਾਰਿਆ ਜਾਂਦਾ, ਜਿਹਦੇ ਕਰਕੇ ਠੋਕਰ ਲੱਗਦੀ। ਜਦੋਂ ਲੋਕ ਕਹਿੰਦੇ ਆ ਆਹ ਮਸੀਹ ਲੋਕ, ਮਸੀਹ ਲੋਕ ਏਦਾਂ ਦੇ ਵੀ ਹੁੰਦੇ ਆ। ਜਦੋਂ ਅਸੀਂ ਕਿਸੇ ਨੂੰ ਗਾਲਾਂ ਕੱਢਦੇ ਆ, ਜਦੋਂ ਅਸੀਂ ਕਿਸੇ ਨੂੰ ਗੁੱਸਾ ਕਰਦੇ ਆ, ਜਦੋਂ ਅਸੀਂ ਕਿਸੇ ਦੀ ਵਰਖਲਾਫਤ ਕਰਦੇ ਆ, ਚੁਗਲੀ ਕਰਦੇ ਆ, ਕਲੇਸ਼ ਪੈਦਾ ਕਰਦੇ ਆ, ਉਦੋਂ ਫਿਰ ਲੋਕ ਜਦੋਂ ਕਹਿੰਦੇ ਆ ਏਦਾਂ ਦੇ ਹੁੰਦੇ ਆ ਮਸੀਹ ਲੋਕ। ਤੇ ਬਾਈਬਲ ਕਹਿੰਦਾ ਚੰਗਾ ਹੁੰਦਾ ਕਿ ਉਹ ਜਾਨੋਂ ਹੀ ਮਾਰਿਆ ਜਾਂਦਾ, ਜਿਹਦੇ ਕਰਕੇ ਏਦਾਂ ਠੋਕਰ ਲੱਗਦੀ ਆ। ਹਾਲੇਲੂਇਆ। ਬਹੁਤ ਤਰ੍ਹਾਂ ਦੇ ਮਸੀਹ ਲੋਕ ਤੁਹਾਨੂੰ ਧਰਤੀ ਦੇ ਉੱਪਰ ਮਿਲ ਸਕਦੇ ਆ। ਜਿਹੜਾ ਜ਼ਿਆਦਾ ਬੋਲਦਾ ਨਾ, ਇਹਦਾ ਮਤਲਬ ਉਹਦੀ ਜ਼ਿੰਦਗੀ 'ਚ ਖੁਦਾ ਦਾ ਵਚਨ ਜਿਹੜਾ ਆ ਬਿਲਕੁਲ ਵੀ ਨਹੀਂ ਆ, ਉਹ ਸਿਰਫ ਗੱਲਾਂ ਕਰਨ ਵਾਲਾ ਆ। ਜਿਹੜਾ ਖਾਲੀ ਆ ਨਾ, ਉਹੀ ਛਣਕਦਾ ਤੇ ਹਿਲਦਾ ਆ, ਖੜਕਦਾ ਆ ਬਰਤਨ। ਬਹੁਤ ਸਾਰੇ ਲੋਕ ਮੈਨੂੰ ਮਿਲੇ ਆ, ਬਹੁਤ ਸਾਰੇ ਜਵਾਨ ਲੋਕਾਂ ਦੇ ਨਾਲ ਜਦੋਂ ਕਾਉਂਸਲਿੰਗ ਕੀਤੀ ਆ, ਤੇ ਉਦੋਂ ਮੈਨੂੰ ਇਹਨਾਂ ਗੱਲਾਂ ਦਾ ਪਤਾ ਲੱਗਾ ਕਿ ਜਿਹੜਾ ਬੰਦਾ ਜ਼ਿਆਦਾ ਬੋਲਦਾ ਨਾ, ਉਹ ਕੰਮ ਨਹੀਂ ਕਰਦਾ ਖੁਦਾ ਦੇ, ਨਾ ਪਵਿੱਤਰ ਆਤਮਾ ਨੂੰ ਆਪਣੇ ਅੰਦਰ ਕੰਮ ਕਰਨ ਦਿੰਦਾ। ਉਹ ਖਾਲੀ ਆ ਔਰ ਘਮੰਡ ਦੇ ਨਾਲ ਬੋਲਦਾ। ਇੱਕ ਵਾਰ ਦੀ ਗੱਲ ਆ, ਮੈਂ ਦੱਸ ਦਿਆਂ ਤੁਹਾਨੂੰ। ਇੱਕ ਲੜਕਾ ਮੇਰੇ ਕੋਲ ਆਇਆ ਜਦੋਂ ਸੇਵਕਾਈ ਸ਼ੁਰੂ ਕੀਤੀ ਵੀ ਨਹੀਂ ਸੀ, ਕਰਨ ਵਾਲੇ ਹੀ ਸੀਗੇ, ਸਿਰਫ ਉਹਦਾ ਪ੍ਰੇਅਰ ਚੱਲਦੀ ਹੁੰਦੀ ਸੀ। ਕੀ ਹੋਇਆ, ਉਹ ਬੰਦਾ ਮੇਰੇ ਕੋਲ ਆਇਆ, ਕਹਿੰਦਾ ਪਾਦਰੀ ਸਾਹਿਬ, ਕਹਿੰਦਾ ਆਪਾਂ ਖੁਦਾ ਦਾ ਕੰਮ ਕਰਨਾ। ਮੈਂ ਕਿਹਾ ਜ਼ਰੂਰ ਕਰਨਾ ਹੈ, ਮਿਲ ਕੇ ਕਰੋ, ਖੁਦਾ ਦੇ ਨਾਮ ਨੂੰ ਉੱਚਾ ਕਰਨਾ ਸਾਡਾ ਮਕਸਦ ਹੀ ਇਹ ਆ। ਖੁਦਾ ਨੇ ਅਗਰ ਟੀਮ ਵਾਲੇ ਬੱਚੇ ਮੈਨੂੰ ਦਿੱਤੇ ਆ ਤੇ ਨਾ ਉਹਨਾਂ ਦਾ ਮੇਰੇ ਤੇ ਅਹਿਸਾਨ ਆ ਟੀਮ ਵਾਲੇ ਬੱਚਿਆਂ ਦਾ, ਤਾਂ ਨਾ ਮੇਰਾ ਉਹਨਾਂ ਤੇ ਅਹਿਸਾਨ ਆ। ਬਾਈਬਲ ਕਹਿੰਦਾ ਜਦੋਂ ਅਸੀਂ ਸਾਰੇ ਮਿਲਦੇ ਹਾਂ ਤੇ ਮਸੀਹ ਦਾ ਇੱਕ ਕੰਪਲੀਟ ਸਰੀਰ ਬਣਦੇ ਹਾਂ, ਕਿਉਂਕਿ ਹਰ ਇੱਕ ਦਾ ਕੰਮ ਅਲੱਗ-ਅਲੱਗ ਖੁਦਾ ਨੇ ਦਿੱਤਾ। ਕਿਸੇ ਨੂੰ ਤਬਲਾ ਵਜਾਉਣਾ, ਕਿਸੇ ਨੂੰ ਕੀਬੋਰਡ ਵਜਾਉਣਾ, ਕਿਸੇ ਨੂੰ ਡਰਮ ਸੈੱਟ ਵਜਾਉਣਾ, ਕਿਸੇ ਨੂੰ ਗਾਉਣਾ, ਕਿਸੇ ਨੂੰ ਵੀਡੀਓ ਬਣਾਉਣਾ, ਕਿਸੇ ਨੂੰ ਫੋਟੋ ਸਟਿਲ ਕਰਨਾ। ਹਰ ਇੱਕ ਜਦੋਂ ਆਪਣੀ ਜ਼ਿੰਮੇਵਾਰੀ ਖੁਦਾ ਦੀ ਮਹਿਮਾ ਦੇ ਲਈ ਨਿਭਾਉਂਦਾ ਆ ਤੇ ਅਸੀਂ ਪੂਰਾ ਸਰੀਰ ਬਣਦੇ ਆ ਖੁਦਾ ਦਾ। ਹਾਲੇਲੂਇਆ। ਤੇ ਉਹ ਪਰਸਨ ਮੇਰੇ ਕੋਲ ਆਇਆ, ਕਹਿੰਦਾ ਆਪਾਂ ਖੁਦਾ ਦਾ ਕੰਮ ਕਰਨਾ। ਬੜਬੋਲਾ ਬਹੁਤ ਜ਼ਿਆਦਾ। ਤੁਸੀਂ ਉਹਦੇ ਨਾਲ ਗੱਲ ਕਰੋਗੇ ਤੁਹਾਨੂੰ ਲੱਗਣਾ ਕਿ ਇਹ ਤੋਂ ਵੱਡਾ ਪਾਦਰੀ ਕੋਈ ਨਹੀਂ ਹੈਗਾ, ਇਹ ਤੋਂ ਵੱਡਾ ਧਰਮੀ ਬੰਦਾ ਕੋਈ ਨਹੀਂ ਹੈਗਾ। ਮੈਨੂੰ ਕਹਿੰਦਾ ਆਪਾਂ ਪਾਦਰੀ ਸਾਹਿਬ, ਕਹਿੰਦਾ ਆਪਾਂ 99% ਨਹੀਂ, ਕਹਿੰਦਾ ਆਪਾਂ 100 ਦਾ 100% ਚੱਲਣਾ, ਕਹਿੰਦਾ ਖੁਦਾ ਦੇ ਵਿੱਚ 99 ਵੀ ਨਹੀਂ ਕਹਿੰਦਾ। ਮੈਂ ਕਿਹਾ ਸ਼ੁਰੂ ਤਾਂ ਕਰੋ, ਚੱਲਾਂਗੇ ਆਪਾਂ ਖੁਦਾ ਦੀ ਮਹਿਮਾ ਕਰਨ ਦੇ ਲਈ, ਖੁਦਾ ਦੇ ਨਾਮ ਨੂੰ ਉੱਚਾ ਕਰਨ ਦੇ ਲਈ ਅਸੀਂ ਚੱਲਾਂਗੇ, ਡੈਫੀਨੇਟਲੀ, ਨੋ ਇਸ਼ੂ। ਸ਼ੁਰੂਆਤ ਕਰੀਏ।
ਉਹ ਬੰਦਾ ਕਹਿੰਦਾ ਪਾਦਰੀ ਸਾਹਿਬ ਆਪਾਂ 99% ਨਹੀਂ 100% ਚੱਲਣਾ, ਜੇ ਚੱਲਣਾ ਤਾਂ। ਤੇ ਸਾਡੇ ਉੱਤੇ ਤਾਂ ਖੁਦਾ ਦੀ ਪਹਿਲਾਂ ਹੀ ਕਿਰਪਾ ਸੀਗੀ, ਔਰ ਰੂਹਦਾਰੀ ਦਾ ਕੰਮ ਜਿਹੜਾ ਹੋ ਰਿਹਾ ਸੀਗਾ, ਔਰ ਉਹ ਬੰਦੇ ਨੇ ਗੱਲਾਂ ਐਦਾਂ ਕੀਤੀਆਂ ਔਰ ਮੁੜ ਕੇ ਵੜਿਆ ਹੀ ਨਹੀਂ। ਔਰ ਜਦੋਂ 3-4 ਮਹੀਨੇ ਬਾਅਦ ਅਸੀਂ ਇੱਕ ਵੱਡੀ ਮੀਟਿੰਗ ਕੀਤੀ, ਔਰ ਉਸ ਮੀਟਿੰਗ ਦੇ ਵਿੱਚ ਉਹ ਇੱਕ ਕੈਂਸਰ ਪੇਸ਼ੈਂਟ ਨੂੰ ਲੈ ਕੇ ਆਇਆ। ਔਰ ਜਦੋਂ ਉਹਨੇ ਮੀਟਿੰਗ ਦਾ ਮਾਹੌਲ ਦੇਖਿਆ, ਟੀਮ ਨੂੰ ਦੇਖਿਆ, ਪ੍ਰਚਾਰ ਨੂੰ ਦੇਖਿਆ, ਖੁਦਾ ਦੇ ਕੰਮ ਦੇਖੇ ਉਹਨੇ ਹੁੰਦੇ ਆਪਣੀ ਅੱਖਾਂ ਦੇ ਨਾਲ, ਹਿੱਲ ਗਿਆ ਦੇਖ ਕੇ। ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਹਦੀਆਂ। ਲੂਸੀਫਰ ਤੱਕ ਉਹਦੇ ਸਾਹਮਣੇ ਨਿਕਲਿਆ ਇੱਕ ਬੰਦੇ ਦੇ ਵਿੱਚ, ਔਰ ਉਹਨਾਂ ਦੇ ਵਿੱਚੋਂ ਦੁਸ਼ਟ ਆਤਮਾ ਜ਼ਾਹਿਰ ਹੋਈਆਂ, ਜਿਨ੍ਹਾਂ ਦੇ ਨਾਲ ਉਦਾਂ ਹੀ ਬੈਠ ਕੇ ਗੱਲਾਂ ਬਾਤਾਂ ਕਰਦੇ ਸੀ ਕਿ ਕਦੀ ਸੋਚਿਆ ਨਹੀਂ ਸੀ ਉਹਨਾਂ ਦੇ ਅੰਦਰ ਵੀ ਦੁਸ਼ਟ ਆਤਮਾ ਹੋਣਗੀਆਂ। ਔਰ ਉਹ ਮੀਟਿੰਗ ਇੰਨੀ ਪ੍ਰਭਾਵਸ਼ਾਲੀ ਸੀਗੀ। ਫਿਰ ਜਦੋਂ ਮਿਲਿਆ ਮੀਟਿੰਗ ਫਿਨਿਸ਼ ਹੋਣ ਤੋਂ ਬਾਅਦ, ਪਰਸਨਲੀ ਕਹਿੰਦਾ ਵੀ ਮੈਂ ਇਸ ਯੋਗ ਨਹੀਂ ਆ, ਕਹਿੰਦਾ ਕਿ ਤੁਹਾਡੇ ਨਾਲ ਕਹਿੰਦਾ ਕੰਮ ਕਰਾਂ ਖੁਦਾ ਦਾ, ਪਰ ਮੈਂ ਯੋਗ ਹੋ ਕੇ ਆਊਂਗਾ। ਕਹਿੰਦਾ ਅੱਜ ਸਾਨੂੰ 6-7 ਸਾਲ ਹੋ ਗਏ, ਹੱਲੇ ਤੱਕ ਨਹੀਂ ਵੜਿਆ ਉਹ, ਮਤਲਬ ਹੱਲੇ ਤੱਕ ਯੋਗ ਨਹੀਂ ਹੋਇਆ ਉਹ। ਮੇਰੇ ਕਹਿਣ ਦਾ ਭਾਵ ਆ ਕਿ ਜਿਹੜੇ ਗੱਲਾਂ ਕਰਦੇ ਆ ਨਾ, ਉਹਨਾਂ ਦੇ ਉੱਪਰ ਭਰੋਸਾ ਘੱਟ ਕਰਨਾ। ਇਹ ਨਹੀਂ ਆ ਕਿ ਕੋਈ ਵਚਨ ਦੀਆਂ ਗੱਲਾਂ ਤੁਹਾਡੇ ਨਾਲ ਕਰੇ, ਜੀ ਬਾਈਬਲ 'ਚ ਏਦਾਂ ਲਿਖਿਆ, ਬਾਈਬਲ 'ਚ ਓਦਾਂ ਲਿਖਿਆ, ਵਿਸ਼ਵਾਸ ਨਹੀਂ ਕਰ ਲੈਣਾ। ਬਾਈਬਲ ਕਹਿੰਦਾ ਉਹਦਾ ਕਰੈਕਟਰ ਦੇਖੋ, ਉਹਦਾ ਚਾਲ ਚੱਲਣ ਦੇਖੋ, ਉਹਦਾ ਖੁਦਾ ਦੇ ਨਾਲ ਪਿਆਰ ਦੇਖੋ, ਉਹਦਾ ਖੁਦਾ ਦੇ ਲੋਕਾਂ ਦੇ ਨਾਲ ਉਹਦੀ ਦਇਆ ਭਾਵਨਾ ਦੇਖੋ, ਫਿਰ ਤੁਸੀਂ ਉਹਦੇ ਉੱਪਰ ਵਿਸ਼ਵਾਸ ਕਰ ਸਕਦੇ ਆ। ਕਿਉਂਕਿ ਜਿਸ ਸਮੇਂ ਦੇ ਵਿੱਚੋਂ ਅਸੀਂ ਲੰਘਦੇ ਪਏ ਨਾ, ਇਹ ਅੰਤ ਦਾ ਸਮੇਂ ਆ। ਬਾਈਬਲ ਕਹਿੰਦਾ ਅੰਤ ਦੇ ਸਮੇਂ ਦੇ ਵਿੱਚ ਚੁਣੇ ਹੋਏ ਭੁਲੇਖੇ ਦੇ ਵਿੱਚ ਪੈ ਜਾਣਗੇ, ਸੱਦੇ ਹੋਏ ਨਹੀਂ, ਚੁਣੇ ਹੋਏ ਲੋਕ। ਹਾਲੇਲੂਇਆ। ਜੇ ਅਸੀਂ ਚੁਣੇ ਹੋਏ ਆ ਤੇ ਬਾਈਬਲ ਤੁਹਾਨੂੰ ਤੇ ਮੈਨੂੰ ਕਹਿੰਦਾ ਹੈ ਕਿ ਅਸੀਂ ਭੁਲੇਖੇ 'ਚ ਪੈ ਜਾਵਾਂਗੇ ਅਗਰ ਆਤਮਿਆਂ ਦੀ ਪਰਖ ਕਰਨ ਦੇ ਵਰਦਾਨ ਦੇ ਨਾਲ ਅਸੀਂ ਭਰੇ ਹੋਏ ਨਹੀਂ ਹਾਂ। ਪਵਿੱਤਰ ਆਤਮਾ ਦੇ ਵਰਦਾਨਾਂ ਦੇ ਵਿੱਚੋਂ ਇੱਕ ਵਰਦਾਨ ਇਹ ਹੈ ਕਿ ਅਸੀਂ ਆਤਮਿਆਂ ਨੂੰ ਪਰਖਣ ਦਾ ਵਰਦਾਨ ਵੀ ਜਿਹੜਾ ਆ, ਤਰਾਸ਼ਣਾ ਆ। ਕਿ ਜੋ ਬੰਦਾ ਸਾਡੇ ਨਾਲ ਏਦਾਂ ਗੱਲ ਕਰਦਾ ਕਿ ਬਾਈਬਲ 'ਚ ਏਦਾਂ ਲਿਖਿਆ, ਯਿਸੂ ਨੇ ਏਦਾਂ ਕਿਹਾ, ਯਿਸੂ ਮਸੀਹ ਨੇ ਓਦਾਂ ਕਿਹਾ, ਉਹ ਤੇ ਝੱਟ ਯਕੀਨ ਨਹੀਂ ਕਰ ਲੈਣਾ। ਉਹਦੇ ਚਾਲ ਚੱਲਣ ਨੂੰ ਪਰਖਣਾ, ਉਹਦੇ ਆਤਮਾ ਨੂੰ ਪਰਖਣਾ, ਉਹਦੇ ਨਜ਼ਰੀਏ ਨੂੰ ਪਰਖਣਾ, ਤੇ ਫਿਰ ਜਾ ਕੇ ਤੁਸੀਂ ਉੱਤੇ ਯਕੀਨ ਕਰਨਾ। ਕਿਉਂਕਿ ਮੈਂ ਜੋ ਐਕਸਪੀਰੀਅੰਸ ਕੀਤਾ ਆ ਧਰਤੀ ਦੇ ਉੱਪਰ ਰਹਿੰਦਿਆਂ ਲੋਕਾਂ ਨਾਲ ਮਿਲਦੇ ਆ, ਕਿ ਜੋ ਬੰਦਾ ਜ਼ਿਆਦਾ ਬੋਲਦਾ ਆ ਕੰਮ ਨਹੀਂ ਕਰ ਸਕਦਾ ਖੁਦਾ ਦਿਓ। ਕਿਉਂਕਿ ਤੁਸੀਂ ਬੋਲਣਾ ਨਹੀਂ, ਤੁਹਾਡੇ ਕੰਮ ਬੋਲਣੇ ਆ। ਹਾਲੇਲੂਇਆ। ਤੁਹਾਨੂੰ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਕੰਮ ਕਰੋ, ਕੰਮ ਖੁਦ ਬੋਲਣਗੇ ਕਿ ਆਹ ਬੰਦਾ ਧਰਮੀ ਆ ਜਾਂ ਪਾਪੀ ਆ, ਆਹ ਬੰਦਾ ਦਇਆ ਕਰਨ ਵਾਲਾ ਆ ਜਾਂ ਨਹੀਂ, ਆਹ ਬੰਦਾ ਖੁਦਾ ਦੇ ਵਚਨ ਪੂਰੇ ਕਰਨ ਵਾਲਾ ਆ ਜਾਂ ਨਹੀਂ ਆ। ਤੁਹਾਡੇ ਕੰਮ ਬੋਲਣਗੇ, ਤੁਹਾਡੀ ਜ਼ਿੰਦਗੀ ਬੋਲੇਗੀ, ਤੁਹਾਡਾ ਕਰੈਕਟਰ ਬੋਲੇਗਾ, ਜੋ ਤੁਹਾਡੇ ਅੰਦਰ ਆ ਉਹ ਬੋਲੇਗਾ ਔਰ ਦੱਸੇਗਾ ਲੋਕਾਂ ਨੂੰ ਕਿ ਯਿਸੂ ਦਾ ਆਤਮਾ ਇਹਦੇ ਅੰਦਰ ਆ ਔਰ ਉਹ ਕੰਮ ਕਰਦਾ ਆ। ਬੋਲੋ ਆਮੀਨ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ ਅੱਜ ਦੇ ਵਚਨ ਨੂੰ। ਔਰ ਲਿਖਿਆ ਕਹਿੰਦਾ ਧੰਨ ਉਹ ਜਿਹੜੇ ਦਇਆਵਾਨ ਆ, ਕਿਉਂ ਜੋ ਉਹਨਾਂ ਦੇ ਉੱਤੇ ਦਇਆ ਕੀਤੀ ਜਾਊਗੀ। ਅਗਰ ਅੱਜ ਦਇਆ ਕਰਾਂਗੇ ਤਾਂ ਦਇਆ ਪ੍ਰਾਪਤ ਕਰਨ ਦੇ ਹੱਕਦਾਰ ਆ। ਯਾਦ ਰੱਖਣਾ ਮੇਰੀ ਗੱਲ ਨੂੰ। ਜੇ ਅੱਜ ਅਸੀਂ ਦਇਆ ਨਹੀਂ ਕਰਦੇ, ਮਗਰ ਥੋੜੇ ਚੋਂ ਵੀ ਅਸੀਂ ਹੈਲਪ ਨਹੀਂ ਕਰਦੇ ਕਿਸੇ ਦੀ, ਤੇ ਸਾਡੀ ਹੈਲਪ ਕਰਨ ਦੇ ਲਈ ਹੈਲਪਰ ਨਹੀਂ ਉਤਰਨੇ ਸਵਰਗ ਤੋਂ। ਯਾਦ ਰੱਖਣਾ ਮੇਰੀ ਗੱਲ ਨੂੰ। ਅਗਰ ਅੱਜ ਅਸੀਂ ਧਰਤੀ ਦੇ ਉੱਪਰ ਰਹਿੰਦੇ ਹਾਂ, ਜਿੱਦਾਂ ਯਿਸੂ ਨੇ ਦਇਆ ਕੀਤੀ, 3.5 ਸਾਲ ਲਗਭਗ ਯਿਸੂ ਮਸੀਹ ਨੇ ਜਦੋਂ ਸੇਵਕਾਈ ਕੀਤੀ ਧਰਤੀ ਦੇ ਉੱਪਰ, ਦਇਆ ਕੀਤੀ। ਅੱਖਾਂ ਵਾਲੇ ਨੂੰ ਅੱਖਾਂ ਦਿੱਤੀਆਂ, ਜ਼ੁਬਾਨ ਵਾਲੇ ਨੂੰ ਜ਼ੁਬਾਨ ਦਿੱਤੀ, ਜਿਨ੍ਹਾਂ ਦੇ ਕੋਲੋਂ ਨਹੀਂ ਸੀ, ਜਿਨ੍ਹਾਂ ਦੇ ਕੋਲੋਂ ਕਮੀ ਸੀਗੀ। ਅੱਜ ਅਸੀਂ ਅਗਰ ਇਦਾਂ ਨਹੀਂ ਕਰ ਸਕਦੇ, ਅਗਰ ਸਾਡੇ ਕੋਲੋਂ ਪੈਸਾ ਆ ਅਸੀਂ ਉਹਦੀ ਮਦਦ ਕਰ ਸਕਦੇ ਹਾਂ। ਅਗਰ ਸਾਡੇ ਕੋਲੋਂ ਅੱਜ ਖਾਣਾ ਆ ਤੇ ਅਸੀਂ ਖਾਣੇ ਦੇ ਦੁਆਰਾ ਉਹਦੀ ਮਦਦ ਕਰ ਸਕਦੇ ਹਾਂ। ਅਗਰ ਕਿਸੇ ਨੂੰ ਸਹਾਰੇ ਦੀ ਜ਼ਰੂਰਤ ਆ, ਅਸੀਂ ਉਹਦਾ ਸਹਾਰਾ ਬਣ ਕੇ ਉਹਦੀ ਮਦਦ ਕਰ ਸਕਦੇ ਹਾਂ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ, ਕਿਉਂਕਿ ਤੁਹਾਡੇ ਵਿੱਚੋਂ ਉਹਨਾਂ ਨੇ ਯਿਸੂ ਨੂੰ ਦੇਖਣਾ, ਤੁਹਾਡੇ ਵਿੱਚੋਂ ਉਹਨਾਂ ਨੇ ਪਿਤਾ ਪਰਮੇਸ਼ਵਰ ਨੂੰ ਦੇਖਣਾ, ਤੁਹਾਡੇ ਅੰਦਰ ਉਹ ਪਤਾ ਲੱਗਣਾ ਆ ਕਿ ਪਵਿੱਤਰ ਆਤਮਾ ਕੰਮ ਕਿੱਦਾਂ ਕਰਦਾ। ਹਾਲੇਲੂਇਆ। ਮੈਂ ਐਕਸਪੀਰੀਅੰਸ ਕੀਤਾ ਔਰ ਤੁਹਾਨੂੰ ਦੱਸਣਾ, ਪਵਿੱਤਰ ਆਤਮਾ ਤਾਂ ਜ਼ਮੀਨ ਦੇ ਨਾਲ ਲਗਾ ਦਿੰਦਾ ਬੰਦੇ ਨੂੰ, ਇੰਨਾ ਅਧੀਨ ਕਰ ਦਿੰਦਾ ਬੰਦਾ। ਜਿਹੜਾ ਬੰਦਾ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾਂਦਾ ਨਾ, ਅਗਰ ਉਹਨੂੰ ਕਿਤੇ ਇਸ ਤਰ੍ਹਾਂ ਦਾ ਮਾਹੌਲ ਮਿਲ ਜਾਏ
ਕਿ ਮਿੱਟੀ ਵਾਲੀ ਜਗ੍ਹਾ ਤੇ ਰੋਟੀ ਖਾਣ ਨੂੰ ਮਿਲੇ ਉਹਨੂੰ, ਤੇ ਉਹ ਉੱਥੇ ਬੈਠ ਕੇ ਵੀ ਖਾ ਲੇਗਾ। ਜਿਸ ਬੰਦੇ ਦੇ ਅੰਦਰ ਪਵਿੱਤਰ ਆਤਮਾ ਕੰਮ ਕਰਦਾ, ਉਹ ਇੰਨਾ ਕੁ ਉਹਨੂੰ ਨਮਰ ਕਰ ਦਿੰਦਾ, ਇੰਨਾ ਕੁ ਉਹਨੂੰ ਅਧੀਨ ਕਰ ਦਿੰਦਾ ਹੈ। ਹਾਲੇਲੂਇਆ। ਮਤਲਬ ਅਗਰ ਇਹ ਬੰਦਾ ਕੋਈ ਇਸ ਤਰ੍ਹਾਂ ਕਹਿੰਦਾ ਕਿ ਨਹੀਂ ਮੈਂ ਉੱਚੀ ਜਗ੍ਹਾ ਤੇ ਉੱਪਰ ਹੀ ਖਾਣਾ ਪਸੰਦ ਕਰਦਾ ਆ, ਪਰ ਮੈਂ ਫਿਰ ਇਸ ਚੀਜ਼ ਤੋਂ ਸਮਝਦਾ ਕਿ ਉਹਦੇ ਅੰਦਰ ਪਾਕ ਰੂਹ ਜਿਹੜਾ ਕੰਮ ਨਹੀਂ ਕਰਦਾ। ਜੇ ਕੰਮ ਕਰਦਾ ਤੇ ਉਹ ਕਰਨ ਨਹੀਂ ਦਿੰਦਾ, ਅਧੀਨ ਕਰ ਦਿੰਦਾ, ਹਲੀਮ ਕਰ ਦਿੰਦਾ ਆ ਪਵਿੱਤਰ ਆਤਮਾ। ਹਾਲੇਲੂਇਆ। ਔਰ ਲਿਖਿਆ ਕਹਿੰਦਾ ਧੰਨ ਆ ਉਹ ਜਿਹੜੇ ਦਇਆਵਾਨ ਆ, ਕਿਉਂ ਜੋ ਦਇਆ ਨੂੰ ਪ੍ਰਾਪਤ ਕਰਨਗੇ। ਔਰ ਅੱਗੇ ਲਿਖਿਆ ਕਹਿੰਦਾ ਧੰਨ ਉਹ ਜਿਹੜੇ ਸ਼ੁੱਧ ਮਨ ਆ, ਕਿਉਂ ਜੋ ਉਹ ਪਰਮੇਸ਼ਵਰ ਨੂੰ ਵੇਖਣਗੇ। ਅਗਰ ਮਨ ਸ਼ੁੱਧ ਆ, ਸ਼ੁੱਧਤਾਈ ਨੂੰ ਬਰਕਰਾਰ ਰੱਖਣਾ ਯਿਸੂ ਮਸੀਹ ਦਾ ਹਿੱਸਾ ਆ। ਇਹ ਸਾਰੀਆਂ ਗੱਲਾਂ ਯਿਸੂ ਮਸੀਹ ਦੀਆਂ ਹਿੱਸਾ ਆ। ਜਿਹੜੇ ਕਿ ਦਿਲ ਦੇ ਗਰੀਬ ਆ, ਇਹ ਵੀ ਯਿਸੂ ਦਾ ਹਿੱਸਾ ਸੀਗਾ। ਔਰ ਜਿਹੜੇ ਸੋਗ ਕਰਦੇ ਆ, ਜਿਹੜੇ ਹਲੀਮ ਆ, ਜਿਹੜੇ ਧਰਮ ਦੇ ਭੁੱਖੇ ਆ, ਜਿਹੜੇ ਦਇਆਵਾਨ ਆ, ਜਿਹੜੇ ਸ਼ੁੱਧ ਮਨ ਆ, ਜਿਹੜੇ ਮੇਲ ਕਰਾਉਣ ਵਾਲੇ ਆ, ਕਿਉਂ ਜੋ ਉਹ ਪਰਮੇਸ਼ਵਰ ਦੇ ਪੁੱਤਰ ਕਹਾਣਗੇ। ਕਹਿੰਦਾ ਧੰਨ ਆ ਜਿਹੜੇ ਧਰਮ ਦੇ ਕਾਰਨ ਸਤਾਏ ਜਾਂਦੇ ਆ, ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਆ। ਇਹ ਸਾਰੀਆਂ ਗੱਲਾਂ ਯਿਸੂ ਦੇ ਜ਼ਿੰਦਗੀ ਦੇ ਨਾਲ ਢੁਕਦੀਆਂ ਆ। ਅਗਰ ਤੁਸੀਂ ਯਿਸੂ ਮਸੀਹ ਦੀ ਜ਼ਿੰਦਗੀ ਦੇ ਬਾਰੇ, ਜੀਵਨੀ ਦੇ ਬਾਰੇ ਪੜੋਗੇ ਤੇ ਤੁਹਾਨੂੰ ਪਤਾ ਲੱਗੇਗਾ। ਹਾਲੇਲੂਇਆ। ਪਵਿੱਤਰ ਆਤਮਾ ਦਾ ਧੰਨਵਾਦ ਆ ਕਿ ਉਹ ਤੁਹਾਡੇ ਨਾਲ ਇਹਨਾਂ ਗੱਲਾਂ ਨੂੰ ਜ਼ਾਹਿਰ ਕਰਦਾ ਪਿਆ। ਜੋ ਹੁਣੇ ਤੁਹਾਡੇ ਸਾਹਮਣੇ ਇਹ ਗੱਲ ਪੇਸ਼ ਹੋਈ ਆ, ਇਹ ਪਵਿੱਤਰ ਆਤਮਾ ਨੇ ਹੁਣੇ ਮੇਰੇ ਦਿਮਾਗ ਦੇ ਵਿੱਚ, ਮੇਰੇ ਦਿਲ 'ਚ ਪਾਇਆ, ਤਾਂ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਯਿਸੂ ਦਾ ਕਰੈਕਟਰ ਆ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ, ਯਿਸੂ ਮਸੀਹ ਦਾ ਕਰੈਕਟਰ ਆ। ਉਹ ਦਿਲ ਦਾ ਗਰੀਬ ਸੀਗਾ, ਉਹਨੇ ਸੋਗ ਕੀਤਾ, ਉਹ ਅਧੀਨਗੀ 'ਚ ਰਿਹਾ, ਉਹ ਹਲੀਮ ਰਿਹਾ, ਉਹ ਦਇਆਵਾਨ ਰਿਹਾ, ਉਹਨੇ ਮੇਲ ਕਰਾਇਆ, ਉਹ ਸਤਾਇਆ ਗਿਆ। ਇਹ ਸਾਰੀਆਂ ਗੱਲਾਂ ਯਿਸੂ ਦੇ ਕਰੈਕਟਰ ਦੇ ਨਾਲ ਮੇਲ ਖਾਂਦੀਆਂ ਆ। ਔਰ ਅਗਰ ਸਾਡੇ ਅੰਦਰ ਪਾਕ ਰੂਹ ਆ ਤੇ ਜ਼ਰੂਰਤ ਆ ਸਾਨੂੰ ਯਿਸੂ ਮਸੀਹ ਨੂੰ ਲੋਕਾਂ ਦੇ ਸਾਹਮਣੇ ਕਿੱਦਾਂ ਪੇਸ਼ ਕਰਨਾ ਹੈ। ਹਾਲੇਲੂਇਆ। ਔਰ ਅੱਗੇ ਲਿਖਿਆ ਕਹਿੰਦਾ ਤੁਹਾਨੂੰ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਕਹਿੰਦਾ ਫਿਰ ਕੀ ਕਰਨਾ, ਆਨੰਦ ਹੋਵੋ, ਖੁਸ਼ੀ ਕਰੋ, ਕਿਉਂ ਜੋ ਤੁਹਾਡਾ ਫਲ ਜਿਹੜਾ ਸਵਰਗ ਦੇ ਵਿੱਚ ਬਹੁਤ ਆ। ਇਸ ਲਈ ਜੋ ਉਹਨਾਂ ਨੇ ਤੁਹਾਤੋਂ ਅਗਲੇ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਹੈ। ਹਾਲੇਲੂਇਆ। ਉਮੀਦ ਕਰਦੇ ਹਾਂ ਤੁਸੀਂ ਸਮਝ ਪਾ ਰਹੇ। ਕਹਿੰਦਾ ਧੰਨ ਆ ਤੁਸੀਂ ਜੇ ਮਨੁੱਖ ਤੁਹਾਨੂੰ ਮੇਰੇ ਕਾਰਨ ਕਹਿੰਦਾ ਬੋਲੀਆਂ ਮਾਰਨਗੇ। ਕਿ ਸਾਡੇ ਕੰਮ ਇਦਾਂ ਦੇ ਹੈਗੇ ਆ ਕਿ ਅਸੀਂ ਪ੍ਰਚਾਰ ਖੁਦਾ ਦਾ ਇਦਾਂ ਕਰਦੇ ਆ ਕਿ ਲੋਕ ਤੁਹਾਡੀ ਵਰਖਲਾਫਤ ਕਰਨ, ਕਿ ਸਾਡੇ ਕੰਮ ਕਰਨ ਦਾ ਜਜ਼ਬਾ ਇਦਾਂ ਦਾ ਆ, ਕਿ ਸਾਡਾ ਖੁਦਾ ਦੇ ਨਾਮ ਨੂੰ ਉੱਚਾ ਕਰਨ ਦਾ ਜਜ਼ਬਾ ਇਦਾਂ ਦਾ ਆ, ਕਿ ਅਸੀਂ ਖੁਦਾ ਦੇ ਪਿਆਰ ਨੂੰ ਜ਼ਾਹਿਰ ਕਰਨ ਦਾ ਜਜ਼ਬਾ ਸਾਡਾ ਇਦਾਂ ਦਾ ਆ, ਕਿ ਲੋਕ ਤੁਹਾਡੇ ਬਾਰੇ ਬੋਲੀਆਂ ਮਾਰਨ, ਤੁਹਾਨੂੰ ਸਤਾਉਣ, ਤੁਹਾਡੇ ਉੱਪਰ ਝੂਠ ਮੂਠ ਗੱਲਾਂ ਲਗਾਉਣ, ਤੁਹਾਡੀ ਵਿਰੋਧਤਾ ਕਰਨ। ਅਗਰ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਤੁਸੀਂ ਕੰਮ ਨਹੀਂ ਸਹੀ ਕਰਦੇ ਪਏ। ਯਾਦ ਰੱਖਣਾ, ਅਗਰ ਤੁਹਾਡਾ ਵਿਰੋਧ ਨਹੀਂ ਹੋ ਰਿਹਾ, ਤੁਹਾਡੀ ਵਰਖਲਾਫਤ ਨਹੀਂ ਹੋ ਰਹੀ, ਇਹਦਾ ਮਤਲਬ ਤੁਸੀਂ ਧੰਨ ਨਹੀਂ ਆ। ਬਾਈਬਲ ਕਹਿੰਦਾ ਧੰਨ ਆ ਤੁਸੀਂ ਜੋ ਮਨੁੱਖ ਕਹਿੰਦਾ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ। ਕਿਉਂਕਿ ਯਿਸੂ ਨੂੰ ਵੀ ਉਹਨਾਂ ਨੇ ਬੋਲੀਆਂ ਮਾਰੀਆਂ, ਯਿਸੂ ਨੂੰ ਵੀ ਉਹਨੇ ਤਾਨੇ ਮਾਰੇ। ਉਹਦਾ ਹੀ ਆਤਮਾ ਸਾਡੇ ਅੰਦਰ ਹੋਣਾ ਆ। ਔਰ ਜਦੋਂ ਉਹਨੇ ਕੰਮ ਕਰਨਾ ਤੇ ਉਹਨੂੰ ਤੁਸੀਂ ਕੰਮ ਕਰਨ ਦੇਣਾ, ਤੇ ਫਿਰ ਲੋਕਾਂ ਨੇ ਬੋਲੀਆਂ ਮਾਰਨੀਆਂ, ਫਿਰ ਲੋਕਾਂ ਨੇ ਤਾਨੇ ਮਾਰਨੇ, ਫਿਰ ਲੋਕਾਂ ਨੇ ਤੁਹਾਡੀ ਵਿਰੋਧਤਾ ਕਰਨੀ। ਹਾਲੇਲੂਇਆ। ਉਮੀਦ ਕਰਦਾ ਸਮਝ ਆ ਰਹੀ ਆ। ਉਮੀਦ ਕਰਦਾ ਹਾਂ ਕਿ ਪਵਿੱਤਰ ਆਤਮਾ ਪ੍ਰੋਪਰ ਰੀਤੀ ਦੇ ਨਾਲ ਤੁਹਾਨੂੰ ਅੱਜ ਦੇ ਵਚਨ ਦੇ ਉੱਪਰ ਜ਼ਰਾ ਡੀਪ ਜਾਣ ਦਾ ਬਲ ਬਖਸ਼ੇ। ਤੁਹਾਡੇ ਉੱਪਰੋਂ ਨਾ ਗੱਲਾਂ ਲੰਘ ਜਾਣ। ਪਵਿੱਤਰ ਆਤਮਾ ਸਹਾਇਤਾ ਕਰੇ। ਯਿਸੂ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਔਰ ਨੈਕਸਟ ਵਰਸ ਦੇ ਵਿੱਚ ਚੱਲਦੇ ਹਾਂ। ਜਦੋਂ ਅਸੀਂ ਮੱਤੀ ਦਾ ਅੰਜੀਲ ਉਹਦਾ 9 ਨੰਬਰ ਪੰਕਤੀ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਐਦਾਂ ਲਿਖਿਆ, ਮੱਤੀ ਦਾ ਅੰਜੀਲ ਉਹਦਾ 9 ਨੰਬਰ ਅਧਿਆਇ ਉਹਦਾ 10 ਨੰਬਰ ਪੰਕਤੀ ਤੋਂ 13 ਨੰਬਰ ਪੰਕਤੀ ਤੱਕ ਐਦਾਂ ਲਿਖਿਆ। ਤੁਸੀਂ ਸੁਣੋ ਬੜੇ ਧਿਆਨ ਦੇ ਨਾਲ। ਕਹਿੰਦਾ ਤਾਂ ਇਉਂ ਹੋਇਆ ਕਿ ਜਦੋਂ ਉਹ ਘਰ ਵਿੱਚ ਰੋਟੀ ਖਾਣ ਬੈਠਾ ਸੀ ਤਾਂ ਵੇਖੋ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਆਣ ਕੇ ਯਿਸੂ ਔਰ ਉਹਦੇ ਚੇਲਿਆਂ ਨਾਲ ਬੈਠ ਗਏ। ਬਹੁਤ ਸਾਰੇ ਲੋਕ, ਮਸੂਲੀਏ, ਪਾਪੀ, ਗੁਨਾਹਗਾਰ ਲੋਕ ਉਹਦੇ ਨਾਲ ਆ ਕੇ ਬੈਠ ਗਏ। ਔਰ ਕੀ ਹੋਇਆ? ਕਹਿੰਦੇ ਫਰੀਸੀਆਂ ਨੇ ਇਹ ਵੇਖ ਕੇ ਉਹਦੇ ਚੇਲਿਆਂ ਨੂੰ ਆਖਿਆ, ਤੁਹਾਡਾ ਗੁਰੂ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ? ਪਰ ਉਹਨੇ ਇਹ ਸੁਣ ਕੇ ਕਿਹਾ, ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਆ। ਪਰ ਤੁਸੀਂ ਜਾ ਕੇ ਕਹਿੰਦਾ ਇਹਦਾ ਅਰਥ ਸਿੱਖੋ, ਇਹਦਾ ਅਰਥ ਸਿੱਖੋ। ਕਹਿੰਦਾ ਜਾ ਕੇ
ਨਵੇਂ ਨਰੋਇਆਂ ਨੂੰ ਨਹੀਂ, ਬਿਮਾਰਾਂ ਨੂੰ ਹਕੀਮ ਦੀ ਲੋੜ ਆ। ਚੰਗੇ ਭਲੇ ਬੰਦੇ ਨੂੰ ਡਾਕਟਰ ਦੀ ਲੋੜ ਨਹੀਂ ਆ, ਬਿਮਾਰ ਨੂੰ ਜ਼ਰੂਰਤ ਆ। ਔਰ ਲਿਖਿਆ ਕਹਿੰਦਾ ਤੁਸੀਂ ਜਾ ਕੇ ਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਇਆ ਨੂੰ ਚਾਹੁੰਦਾ ਹਾਂ। ਇਹ ਲੋਕ ਜਿਹੜੇ ਗੱਲਾਂ ਕਰਦੇ ਆ, ਇਹ ਬਲੀਦਾਨ ਵਾਲੀਆਂ ਗੱਲਾਂ ਆ, ਦਇਆ ਵਾਲੀਆਂ ਗੱਲਾਂ ਨਹੀਂ ਆ। ਪਾਪੀ ਤੋਂ ਦੂਰ ਰਹਿਣਾ, ਕਿਸੇ ਨੂੰ ਕੋੜ ਹੋ ਗਿਆ ਤਾਂ ਆਪਣੇ ਪਿੰਡ ਤੋਂ ਬਾਹਰ ਉਹਨੂੰ ਕੱਢ ਦੇਣਾ, ਉਹਨੂੰ ਆਪਣੇ ਲੋਕਾਂ ਦੇ ਵਿੱਚ ਆਉਣ ਨਹੀਂ ਦੇਣਾ। ਇਹ ਉਸ ਸਮੇਂ ਦਾ ਟ੍ਰੈਂਡ ਸੀਗਾ। ਤੇ ਯਿਸੂ ਕਹਿੰਦੇ ਇਹਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ, ਮੈਂ ਦਇਆ ਨੂੰ ਚਾਹੁੰਦਾ ਹਾਂ। ਲਿਖਿਆ ਹੈ ਕੀ ਆ, ਕਹਿੰਦਾ ਪਰ ਤੁਸੀਂ ਜਾ ਕੇ ਇਹਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਇਆ ਨੂੰ ਚਾਹੁੰਦਾ ਹਾਂ, ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਆ। ਪਾਪੀ ਨੂੰ ਜਦੋਂ ਦੇਖਦੇ ਸੀ ਉਹ ਪਥਰਾਵ ਕਰਕੇ ਮਾਰ ਦਿੰਦੇ ਸੀਗੇ। ਇੱਕ ਪਾਪਣ ਔਰਤ ਨੂੰ ਉਹਨਾਂ ਨੇ ਪਾਪ ਕਰਦੇ ਦੇਖਿਆ, ਵਿਭਚਾਰ ਕਰਦੇ ਦੇਖਿਆ, ਲੈ ਆਇਆ ਯਿਸੂ ਦੇ ਸਾਹਮਣੇ। ਔਰ ਉਸ ਸਮੇਂ ਮੂਸਾ ਦੀ ਸ਼ਰ੍ਹਾ ਦੇ ਅਨੁਸਾਰ, ਮੂਸਾ ਦੀ ਰੀਤ ਦੇ ਅਨੁਸਾਰ ਕਿ ਅਗਰ ਤੁਸੀਂ ਏਦਾਂ ਔਰਤ ਨੂੰ ਦੇਖੋ ਤੇ ਉਹਨੂੰ ਖੜੀ ਨੂੰ ਪੱਥਰ ਮਾਰ ਮਾਰ ਕੇ ਜਾਨੋਂ ਮਾਰ ਦਿਓ। ਇਸ ਲਈ ਯਿਸੂ ਮਸੀਹ ਕਹਿੰਦਾ ਮੈਂ ਬਲੀਦਾਨ ਨੂੰ ਨਹੀਂ, ਮੈਂ ਦਇਆ ਨੂੰ ਚਾਹੁੰਦਾ। ਇਹਦਾ ਅਰਥ ਸਿੱਖੋ। ਕਹਿੰਦਾ ਜਾ ਕੇ ਬਲੀਦਾਨ ਤੁਸੀਂ ਦੇ ਰਹੇ ਆ ਗੁੱਡ ਆ, ਪਰ ਅਗਰ ਦਇਆ ਭਾਵਨਾ ਨੂੰ ਜ਼ਾਹਿਰ ਨਹੀਂ ਕਰਦੇ ਕਿਸੇ ਦੇ ਉੱਪਰ ਤੇ ਤੁਹਾਡਾ ਬਲੀਦਾਨ ਦੇਣਾ ਬੇਕਾਰ ਆ, ਕਿਸੇ ਕੰਮ ਦਾ ਨਹੀਂ ਆ। ਹੱਥ ਨੂੰ ਹੱਥ ਆ, ਬਲੀਦਾਨ ਵੀ ਦੇਣਾ ਆ ਔਰ ਦਇਆ ਵੀ ਕਰਨੀ ਆ। ਯਿਸੂ ਮਸੀਹ ਕਹਿੰਦੇ ਚੰਗਾ ਹੁੰਦਾ ਵੀ ਤੁਸੀਂ ਉਹ ਵੀ ਕਰਦੇ ਰਹਿੰਦੇ ਔਰ ਇਹ ਵੀ ਨਾ ਛੱਡਦੇ, ਤੁਸੀਂ ਉਹ ਵੀ ਨਾ ਛੱਡਦੇ ਔਰ ਇਹ ਵੀ ਕਰਦੇ ਰਹਿੰਦੇ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ ਗੱਲਾਂ ਨੂੰ। ਕਹਿੰਦੇ ਇਹਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ, ਮੈਂ ਦਇਆ ਨੂੰ ਚਾਹੁੰਦਾ। ਕਿਉਂਕਿ ਉਦੋਂ ਦਇਆ ਨਹੀਂ ਕਰਦੇ ਸੀਗੇ ਲੋਕ ਕਿ ਅਗਰ ਕਿਸੇ ਨੂੰ ਪਾਪ ਕਰਦੇ ਦੇਖਿਆ ਤਾਂ ਉਹਨੂੰ ਪਥਰਾਵ ਕਰ ਦਿੰਦੇ ਸੀ। ਅਗਰ ਕਿਸੇ ਨੂੰ ਕੋੜ ਹੋ ਜਾਂਦਾ ਸੀਗਾ ਉਹਨੂੰ ਆਪਣੇ ਪਿੰਡ ਸ਼ਹਿਰ ਤੋਂ ਬਾਹਰ ਕੱਢ ਦਿੰਦੇ ਹੁੰਦੇ ਸੀਗੇ, ਐਂਟਰੈਂਸ ਤੇ ਉਹਨੂੰ ਰੱਖ ਦਿੰਦੇ ਸੀਗੇ, ਉਹ ਪਿੰਡ 'ਚ ਐਂਟਰ ਹੀ ਨਹੀਂ ਕਰ ਸਕਦਾ ਸੀਗਾ। ਹਾਲੇਲੂਇਆ। ਤੇ ਯਿਸੂ ਮਸੀਹ ਨੇ ਫਿਰ ਕਿਹਾ, ਕਹਿੰਦੇ ਦਾ ਅਰਥ ਸਿੱਖੋ ਕਿ ਮੈਂ ਦਇਆ ਨੂੰ ਚਾਹੁੰਦਾ, ਮੈਂ ਬਲੀਦਾਨ ਨੂੰ ਨਹੀਂ ਚਾਹੁੰਦਾ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ। ਅਗਰ ਦਇਆ ਕਰਾਂਗੇ ਤੇ ਫਿਰ ਦਇਆ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਆ। 10 ਕੋੜੀ ਯਿਸੂ ਨੂੰ ਮਿਲੇ ਸੀਗੇ ਔਰ ਯਿਸੂ ਨੇ ਉਹਨਾਂ ਤੇ ਦਇਆ ਕਰਕੇ ਉਹਨਾਂ ਨੂੰ ਸ਼ੁੱਧ ਕੀਤਾ ਔਰ ਸੰਸਾਰ ਦੇ ਵਿੱਚ ਉਹਨਾਂ ਨੂੰ ਜਿਉਣ ਦਾ ਮੌਕਾ ਦਿੱਤਾ ਸਹੀ ਰੀਤੀ ਦੇ ਨਾਲ, ਔਰ ਆਪਣੇ ਲੋਕਾਂ ਨਾਲ ਮਿਲਣ ਦਾ ਮੌਕਾ ਦਿੱਤਾ। ਜਦੋਂ ਉਹਨਾਂ ਨੂੰ ਹੀਲ ਕੀਤਾ, ਜਦੋਂ ਉਹਨਾਂ ਨੂੰ ਸ਼ੁੱਧ ਕਰ ਦਿੱਤਾ ਯਿਸੂ ਨੇ। ਹਾਲੇਲੂਇਆ। ਇਹ ਯਿਸੂ ਦੀ ਦਇਆ, ਇਹ ਯਿਸੂ ਦੀ ਦਇਆ ਉਹਨਾਂ ਲੋਕਾਂ ਦੇ ਉੱਪਰ ਜ਼ਾਹਿਰ ਹੋਈ, ਉਹਨਾਂ ਕੋੜੀਆਂ ਦੇ ਉੱਪਰ ਜ਼ਾਹਿਰ ਹੋਈ। ਔਰ ਅਗਰ ਅੱਜ ਅਸੀਂ ਦਇਆ ਕਰਾਂਗੇ ਤੇ ਅਸੀਂ ਵੀ ਦਇਆ ਨੂੰ ਪ੍ਰਾਪਤ ਕਰ ਪਾਵਾਂਗੇ। ਹਾਲੇਲੂਇਆ। ਔਰ ਅੱਗੇ ਮੈਂ ਅਗਲਾ ਰੈਫਰੈਂਸ ਤੁਹਾਡੇ ਸਾਹਮਣੇ ਰੱਖਦਾ ਹਾਂ। ਜਦੋਂ ਤੁਸੀਂ ਸੰਤ ਲੂਕਾ ਦੀ ਅੰਜੀਲ ਨੂੰ ਪੜ੍ਹਦੇ ਆ, ਮੇਰੇ ਨਾਲ ਓਪਨ ਕਰੀਏ ਸੰਤ ਲੂਕਾ ਦੀ ਅੰਜੀਲ, ਉਹਦਾ 6 ਨੰਬਰ ਅਧਿਆਇ ਔਰ ਉਹਦਾ 35, 36 ਔਰ 37 ਨੰਬਰ ਪੰਕਤੀ ਦੇ ਵਿੱਚ ਕਿੱਦਾਂ ਲਿਖਿਆ, ਮੈਂ ਪੜ੍ਹਦਾ, ਤੁਸੀਂ ਸੁਣੋ ਬੜੇ ਧਿਆਨ ਦੇ ਨਾਲ। ਕਹਿੰਦਾ ਪਰ ਤੁਸੀਂ ਆਪਣੇ ਵੈਰੀਆਂ ਦੇ ਨਾਲ ਪਿਆਰ ਕਰੋ ਅਤੇ ਉਹਨਾਂ ਦਾ ਭਲਾ ਕਰੋ। ਆਪਣੇ ਵੈਰੀਆਂ ਦੇ ਨਾਲ ਵੀ ਅੱਜ ਕੋਈ ਕਰਦਾ, ਅਗਰ ਨਹੀਂ ਕਰਦਾ ਤੇ ਮੈਂ ਦੱਸ ਦਵਾਂ, ਸਪਸ਼ਟ ਕਰਦਾ, ਉਹਦੇ ਅੰਦਰ ਪਵਿੱਤਰ ਆਤਮਾ ਕੰਮ ਨਹੀਂ ਕਰਦਾ। ਕਿਉਂਕਿ ਜਿਹਦੇ ਅੰਦਰ ਪਵਿੱਤਰ ਆਤਮਾ ਕੰਮ ਕਰਦਾ, ਪਹਿਲੀ ਗੱਲ ਤਾਂ ਇਹ ਆ ਕਿ ਉਹਦਾ ਵੈਰੀ ਨਹੀਂ ਬਣਦਾ ਕੋਈ। ਕਿਉਂਕਿ ਉਹਦੇ ਕੰਮ, ਉਹਦਾ ਚਾਲ ਚਲਨ, ਉਹਦਾ ਬੋਲਣਾ, ਉਹਦਾ ਸੁਣਨਾ ਇਸ ਰੀਤੀ ਦਾ ਹੁੰਦਾ ਕਿ ਤੁਹਾਡਾ ਕੋਈ ਵੈਰੀ ਬਣ ਹੀ ਨਹੀਂ ਸਕਦਾ। ਕਿਉਂਕਿ ਵੈਰੀ ਉਦੋਂ ਬਣਦਾ ਜਦੋਂ ਅਸੀਂ ਪਵਿੱਤਰ ਆਤਮਾ ਨੂੰ ਕੰਮ ਨਹੀਂ ਕਰਨ ਦਿੰਦੇ, ਜਦੋਂ ਅਸੀਂ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਦੇ ਨਹੀਂ, ਜਦੋਂ ਅਸੀਂ ਉਹਦੀ ਨਾ ਸੁਣ ਕੇ ਆਪਣੀ ਮਰਜ਼ੀ ਪੂਰੀ ਕਰਦੇ ਹਾਂ, ਉਦੋਂ ਸਾਡੇ ਵੈਰੀ ਖੜੇ ਹੋ ਜਾਂਦੇ ਆ। ਹਾਲੇਲੂਇਆ। ਯਾਦ ਰੱਖਣਾ, ਜਦੋਂ ਇਜ਼ਰਾਈਲੀ ਲੋਕ ਸੀਗੇ ਨਾ, ਜਦੋਂ ਖੁਦਾ ਦੀ ਆਵਾਜ਼ ਨੂੰ ਸੁਣਦੇ ਸੀਗੇ ਨਾ ਤੇ ਵੈਰੀਆਂ ਦੇ ਉੱਪਰ ਜਿੱਤ ਪਾਉਂਦੇ ਹੁੰਦੇ ਸੀ। ਪਰ ਜਦੋਂ ਉਹਨਾਂ ਨੇ ਆਪਣੀ ਮਰਜ਼ੀ ਸ਼ੁਰੂ ਕਰ ਦਿੱਤੀ ਕਰਨੀ ਜਾਂ ਸੁਣਨੀ, ਉਦੋਂ ਫਿਰ ਹਾਰਨਾ ਸ਼ੁਰੂ ਹੁੰਦੇ ਸੀ। ਉਦੋਂ ਫਿਰ ਉਹਨਾਂ ਦੇ ਵੈਰੀ ਜਿਹੜੇ ਉਹਨਾਂ ਨੂੰ ਗੁਲਾਮ ਬਣਾ ਲੈਂਦੇ ਸੀਗੇ। ਹਾਲੇਲੂਇਆ। ਅਗਰ ਤੁਸੀਂ ਬਾਈਬਲ ਨੂੰ ਪੜ੍ਹਿਆ ਹੈ ਤਾਂ ਤੁਹਾਨੂੰ ਪਤਾ ਹੋਏਗਾ ਇਹਨਾਂ ਗੱਲਾਂ ਦਾ। ਹਾਲੇਲੂਇਆ। ਉਹਨਾਂ ਦੇ ਸਿਰਫ ਆਪਣੀਆਂ ਗੱਲਾਂ ਔਰ ਆਪਣੀ ਬੁੜਬੁੜਾਹਟ ਦੇ ਕਾਰਨ ਹੀ ਇੰਨੇ ਸਾਲ ਲੱਗ ਗਏ ਕਨਾਨ ਦੇਸ਼ ਤੱਕ ਪਹੁੰਚਣ ਦੇ ਲਈ, ਔਰ ਇੰਨੀਆਂ ਲੜਾਈਆਂ ਲੜਨੇ ਪਈਆਂ ਔਰ ਇੰਨਾ ਉਜਾੜ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪਿਆ। ਹਾਲੇਲੂਇਆ। ਕਹਿੰਦਾ ਬਾਈਬਲ, ਕਹਿੰਦਾ ਪਰ ਤੁਸੀਂ ਆਪਣੀਆਂ ਵੈਰੀਆਂ ਨਾਲ ਪਿਆਰ ਕਰੋ ਔਰ ਕਹਿੰਦਾ ਉਹਨਾਂ ਦਾ ਭਲਾ ਕਰੋ। ਇਹ ਉਹੀ ਬੰਦਾ ਭਲਾ ਕਰ ਸਕਦਾ ਆਪਣੇ ਵੈਰੀਆਂ ਦੇ ਨਾਲ। ਮਤਲਬ ਆਪਣਿਆਂ ਨਾਲ ਤਾਂ ਹਰ ਕੋਈ ਕਰਦਾ, ਹਾਂ,
ਆਪਣਿਆਂ ਨਾਲ ਤਾਂ ਹਰ ਕੋਈ ਕਰਦਾ ਆ, ਪਰ ਅਗਰ ਵੈਰੀਆਂ ਦੇ ਨਾਲ ਕਰੋਗੇ ਤਾਂ ਪਰਮੇਸ਼ਵਰ ਦੀ ਨਜ਼ਰਾਂ 'ਚ ਧਨ ਖਵਾਵਾਂਗੇ। ਔਰ ਸਿਆਣਿਆਂ ਨੇ ਇੱਕ ਕਹਾਵਤ ਵੀ ਕਹਿ ਦਿੱਤੀ ਆ, ਕਹਿੰਦਾ ਅੰਨਾ ਵੰਡੇ ਸੀਰਨੀ ਮੁੜ ਕੁੜ ਆਪਣਿਆਂ ਨੂੰ। ਆਪਣਿਆਂ ਦੇ ਲਈ ਕਰੀ ਜਾਵਾਂਗੇ, ਉਹਨਾਂ ਦੇ ਲਈ ਕਦੋਂ ਕਰਾਂਗੇ ਜਿਨ੍ਹਾਂ ਦੇ ਲਈ ਕੋਈ ਵੀ ਨਹੀਂ ਕਰਦਾ। ਮਤਲਬ ਅਗਰ ਖੁਦਾ ਨੇ ਤੁਹਾਨੂੰ ਸੈਲਰੀ ਦੇ ਨਾਲ ਬਲੈਸ ਕੀਤਾ, ਅੱਛੀ ਜੌਬ ਦੇ ਨਾਲ ਬਲੈਸ ਕੀਤਾ, ਮਤਲਬ ਆਪਣੇ ਬੱਚਿਆਂ ਨੂੰ ਪਾਲਣਾ ਹੈ, ਅੱਛੀ ਸਿੱਖਿਆ ਦੇਣੀ, ਅੱਛੇ ਕੱਪੜੇ ਦੇਣੇ, ਅੱਛਾ ਘਰ ਦੇਣਾ, ਅੱਛਾ ਖਾਣਾ ਦੇਣਾ, ਤੇ ਜਿਨ੍ਹਾਂ ਦੇ ਕੋਲ ਨਹੀਂ ਆ ਉਹਨਾਂ ਨੂੰ ਫਿਰ ਕੌਣ ਦੇਗਾ? ਯਿਸੂ ਨੇ ਸਿੱਧਾ ਆ ਕੇ ਤਾਂ ਦੇਣਾ ਨਹੀਂ, ਉਹਨੇ ਤੁਹਾਡੇ ਵਿੱਚੋਂ ਦੀ ਆਪਣੇ ਆਪ ਨੂੰ ਜ਼ਾਹਿਰ ਕਰਨਾ ਨਾ। ਅਗਰ ਤੁਸੀਂ ਡੀਪ ਜਾਣ ਦੀ ਕੋਸ਼ਿਸ਼ ਕਰੋ ਤੇ ਮੇਰੀ ਗੱਲ ਨੂੰ ਸਮਝ ਪਾਓਗੇ ਤੁਸੀਂ। ਅੰਨਾ ਵੰਡੇ ਸੀਰਨੀ ਮੁੜ ਕੁੜ ਆਪਣਿਆਂ ਨੂੰ। ਅਗਰ ਤੁਸੀਂ ਆਪਣਿਆਂ ਲਈ ਹੀ ਕਰਦੇ ਪਏ ਆ ਤੇ ਖੁਦਾ ਦੇ ਲੋਕ ਆ ਉਹ ਵੀ ਜਿਨ੍ਹਾਂ ਦੇ ਲਈ ਕੋਈ ਵੀ ਨਹੀਂ ਕਰਦਾ ਪਿਆ, ਉਹਨਾਂ ਦੇ ਲਈ ਫਿਰ ਕੌਣ ਕਰੂਗਾ? ਅਗਰ ਖੁਦਾ ਨੇ ਤੁਹਾਨੂੰ ਅੱਜ ਅੱਛੀ ਸੈਲਰੀ ਦੇ ਨਾਲ ਬਲੈਸ ਕੀਤਾ, ਅੱਛੇ ਬਿਜ਼ਨਸ ਦੇ ਨਾਲ ਬਲੈਸ ਕੀਤਾ ਆ, ਇਸੇ ਲਈ ਕੀਤਾ ਤਾਂ ਜੋ ਤੁਸੀਂ ਉਹਨਾਂ ਲੋਕਾਂ ਦੀ ਮਦਦ ਕਰ ਸਕੋ, ਉਹਨਾਂ ਲੋਕਾਂ ਤੇ ਦਇਆ ਕਰ ਸਕੋ ਜਿਹੜੇ ਖੁਦਾ ਦੇ ਕੋਲੋਂ ਮੰਗਦੇ, ਇਨਸਾਨ ਤੋਂ ਨਹੀਂ। ਔਰ ਖੁਦਾ ਦੇ ਕੋਲੋਂ ਮੰਗਦੇ ਆ ਤੇ ਖੁਦਾ ਨੇ ਫਿਰ ਉਹਦੇ ਵਿੱਚੋਂ ਦੀ ਹੋ ਕੇ ਕੰਮ ਕਰਨਾ ਆ, ਜਿਹੜਾ ਇਨਸਾਨ ਪਵਿੱਤਰ ਆਤਮਾ ਨੂੰ ਆਪਣੇ ਅੰਦਰ ਕੰਮ ਕਰਨ ਦੇ ਰਿਹਾ। ਉਹ ਲੋਕ ਗੋਡੇ ਟੇਕ ਕੇ ਖੁਦਾ ਦੇ ਅੱਗੇ ਦੁਆ ਕਰਦੇ ਆ ਕਿ ਪ੍ਰਭੂ ਮੇਰੇ ਤੇ ਦਇਆ ਕਰ। ਜੇ ਰੋਟੀ ਨਹੀਂ ਹੈ ਤਾਂ ਰੋਟੀ ਮੰਗਦੇ, ਪ੍ਰਭੂ ਦਇਆ ਕਰਕੇ ਮੈਨੂੰ ਰੋਟੀ ਦਾ ਮੇਰੇ ਲਈ ਇੰਤਜ਼ਾਮ ਕਰ, ਮੇਰੇ ਬੱਚਿਆਂ ਦੇ ਲਈ ਇੰਤਜ਼ਾਮ ਕਰ। ਔਰ ਖੁਦਾ ਨੇ ਹੁਣ ਤੁਹਾਨੂੰ ਤੇ ਮੈਨੂੰ ਚੁਣ ਲਿਆ ਆ, ਤੁਹਾਨੂੰ ਤੇ ਮੈਨੂੰ ਜੌਬ ਦੇ ਨਾਲ ਬਲੈਸ ਕਰ ਦਿੱਤਾ, ਬਿਜ਼ਨਸ ਦੇ ਨਾਲ ਬਲੈਸ ਕਰ ਦਿੱਤਾ ਆ। ਹੁਣ ਸਾਡੇ ਵਿੱਚੋਂ ਖੁਦਾਵੰਦ ਯਿਸੂ ਮਸੀਹ ਨੇ ਉਸ ਪਰਿਵਾਰ ਤੱਕ ਪਹੁੰਚਣਾ ਦਇਆ ਕਰਨ ਦੇ ਲਈ। ਹਾਲੇਲੂਇਆ। ਜੋ ਦਇਆ ਨੂੰ ਮੰਗਦਾ ਪਿਆ ਆ ਕਿ ਪ੍ਰਭੂ ਮੇਰੇ ਤੇ ਦਇਆ ਕਰਕੇ ਮੇਰੇ ਬੱਚਿਆਂ ਦੇ ਰੋਟੀ ਦਾ ਇੰਤਜ਼ਾਮ ਕਰੋ, ਔਰ ਖੁਦਾ ਨੇ ਸਾਡੇ ਵਿੱਚੋਂ ਦੀ ਹੋ ਕੇ ਉਸ ਪਰਿਵਾਰ ਤੱਕ ਪਹੁੰਚਣਾ ਹੈ ਔਰ ਉਹਦੇ ਉੱਪਰ ਦਇਆ ਕਰ ਦੇਣੀ ਹੈ, ਰੋਟੀ ਦਾ ਇੰਤਜ਼ਾਮ ਕਰ ਦੇਣਾ ਆ। ਔਰ ਬਾਈਬਲ ਕਹਿੰਦਾ ਦਇਆ ਕਰੋਗੇ, ਅਸੀਂ ਜਾਣਾ ਨਾ, ਖੁਦਾ ਨੇ ਸਾਡੇ ਵਿੱਚੋਂ ਦੀ ਹੋ ਕੇ ਜਾਣਾ, ਅਸੀਂ ਦਇਆ ਕਰ ਦੇਣੀ ਆ ਤੇ ਫਿਰ ਇੱਕ ਦਿਨ ਅਸੀਂ ਦਇਆ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਹੋਵਾਂਗੇ। ਬੋਲੋ ਆਮੀਨ, ਹਾਲੇਲੂਇਆ। ਦਇਆ ਕਰਾਂਗੇ ਤੇ ਦਇਆ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਵੀ ਹੋਵਾਂਗੇ। ਔਰ ਅੱਗੇ ਲਿਖਿਆ ਕਹਿੰਦਾ ਨਿਰਾਸ਼ ਨਾ ਹੋ ਕੇ ਉਧਾਰ ਦਿਓ ਤਾਂ ਤੁਹਾਡਾ ਫਲ ਜਿਹੜਾ ਆ ਬਹੁਤਾ ਹੋਵੇਗਾ। ਅਗਰ ਕੋਈ ਤੁਹਾਡੇ ਕੋਲੋਂ ਮੰਗਦਾ ਉਹਨੂੰ ਦਿਓ, ਅਗਰ ਤੁਹਾਡੇ ਕੋਲੋਂ ਹੈਗਾ। ਬਾਈਬਲ ਕਹਿੰਦਾ ਨਿਰਾਸ਼ ਨਾ ਹੋ ਕੇ ਉਧਾਰ ਦਿਓ। ਔਰ ਅੱਗੇ ਲਿਖਿਆ, ਇਹਦੇ ਉੱਪਰ ਮੈਂ ਜ਼ਿਆਦਾ ਨਹੀਂ ਬੋਲ ਸਕਦਾ, ਨਾ ਹੀ ਮੈਂ ਬੋਲਣਾ ਹੈ, ਤੁਸੀਂ ਸਮਝਦਾਰ ਹੋ ਔਰ ਸਮਝ ਜਾਣਾ। ਔਰ ਅੱਗੇ ਲਿਖਿਆ ਕਹਿੰਦਾ ਤੁਸੀਂ ਅਤ ਮਹਾਨ ਦੇ ਪੁੱਤਰ ਹੋਵੋਗੇ, ਤੁਸੀਂ ਉਹਦੇ ਪੁੱਤਰ ਹੋਵੋਗੇ ਅਗਰ ਨਿਰਾਸ਼ ਨਾ ਹੋ ਕੇ ਤੁਸੀਂ ਉਧਾਰ ਦਿੰਦੇ ਆ ਕਿਸੇ ਨੂੰ, ਕਿਸੇ ਦੀ ਮਦਦ ਕਰਦੇ, ਕਿਸੇ ਤੇ ਦਇਆ ਕਰਦੇ, ਕਿਸੇ ਨੂੰ ਕਸ਼ਟ ਚੋਂ ਬਾਹਰ ਕੱਢਦੇ। ਅਗਰ ਕੋਈ ਕਰਜ਼ੇ ਦੇ ਵਿੱਚ ਆ, ਅਗਰ ਕੋਈ ਵਿਆਜ ਦੇ ਹੇਠ ਆ ਤੇ ਤੁਹਾਡੇ ਕੋਲੋਂ ਪੈਸਾ ਖੁਦਾ ਨੇ ਤੁਹਾਨੂੰ ਬਲੈਸ ਕੀਤਾ, ਤੁਸੀਂ ਉਹਨੂੰ ਬਾਹਰ ਕੱਢਦੇ ਉਸ ਕਰਜ਼ੇ ਦੀ ਦਲਦਲ ਦੇ ਵਿੱਚੋਂ, ਤੇ ਤੁਸੀਂ ਬਾਈਬਲ ਕਹਿੰਦਾ ਪਰਮੇਸ਼ਵਰ ਦੇ ਪੁੱਤਰ ਅਖਵਾਓਗੇ। ਔਰ ਲਿਖਿਆ ਕਿ ਉਹ ਨਾ ਸ਼ੁਕਰ ਹੈ ਤੇ ਦੁਸ਼ਟਾਂ ਉੱਤੇ ਕਿਰਪਾਲੂ ਨਹੀਂ ਹੈ, ਕਿ ਉਹ ਸਿਰਫ ਧਰਮੀ ਦੇ ਉੱਪਰ ਮੀਂਹ ਬਰਸਾਉਂਦਾ, ਕਿ ਉਹ ਧਰਮੀ ਦੇ ਉੱਪਰ ਠੰਡ ਲੈ ਕੇ ਆਉਂਦਾ, ਕਿ ਉਹ ਧਰਮੀ ਦੇ ਲਈ ਹੀ ਖਾਣਾ ਤਿਆਰ ਕਰਦਾ ਹੈ, ਨਹੀਂ। ਬਾਈਬਲ ਕਹਿੰਦਾ ਉਹ ਨਾ ਸ਼ੁਕਰਿਆ ਤੇ ਦੁਸ਼ਟਾਂ ਉੱਤੇ ਵੀ ਕਿਰਪਾਲੂ ਆ। ਲਿਖਿਆ ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਆ। ਔਰ ਲਿਖਿਆ ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਵੀ ਦੋਸ਼ ਲਾਇਆ ਨਾ ਜਾਵੇਗਾ, ਤੇ ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਵੀ ਅਪਰਾਧੀ ਨਾ ਠਹਿਰਾਏ ਜਾਓਗੇ, ਛੱਡ ਦਿਓ ਤਾਂ ਤੁਸੀਂ ਵੀ ਛੱਡੇ ਜਾਓਗੇ। ਹਾਲੇਲੂਇਆ। ਬਾਈਬਲ ਕਹਿੰਦਾ ਦਿਆਲੂ ਹੋਵੋ ਤਾਂ ਜੋ ਤੁਹਾਡਾ ਪਿਤਾ ਕਹਿੰਦਾ ਜਿੱਦਾਂ ਦਿਆਲੂ ਆ ਤੁਸੀਂ ਉਹਦਾ ਦਿਆਲੂ ਹੋਵੋ। ਸਾਡਾ ਪਿਤਾ ਸਾਨੂੰ ਪਤਾ ਕਿੱਦਾਂ ਦਿਆਲੂ ਆ। ਅਗਰ ਤੁਸੀਂ ਉਸ ਤਰ੍ਹਾਂ ਦਿਆਲੂ ਨਹੀਂ ਬਣਦੇ ਤੇ ਇਹਦਾ ਮਤਲਬ ਤੁਸੀਂ ਖੁਦਾ ਨੂੰ ਜਿਹੜਾ ਪ੍ਰੈਜ਼ੈਂਟ ਕਰਦੇ ਕਿਸੇ ਦੇ ਸਾਹਮਣੇ ਸਹੀ ਨਹੀਂ ਕਰਦੇ ਪਏ। ਹਾਲੇਲੂਇਆ। ਕਿਉਂਕਿ ਜਦੋਂ ਤੁਸੀਂ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਨਾ ਫਿਰ ਤੁਸੀਂ ਪਿੱਛੇ ਰਹਿ ਜਾਂਦੇ ਆ, ਖੁਦਾ ਤੁਹਾਡੇ ਸਾਹਮਣੇ। ਔਰ ਜਦੋਂ ਤੁਸੀਂ ਕਿਸੇ ਦੀ ਮਦਦ ਕਰਨ ਦੇ ਲਈ ਪਹੁੰਚਣਾ ਆ ਤੇ ਖੁਦਾ ਨੂੰ ਦੇਖਣਾ, ਉਹਨਾਂ ਨੇ ਤੁਹਾਨੂੰ ਨਹੀਂ ਦੇਖਣਾ। ਹਾਲੇਲੂਇਆ। ਉਮੀਦ ਕਰਦੇ ਹਾਂ ਸਮਝ ਆ ਰਹੀਆਂ ਤੁਹਾਨੂੰ ਗੱਲਾਂ। ਔਰ ਅੱਗੇ ਚੱਲਦੇ ਹਾਂ ਇਬਰਾਨੀਆਂ ਦਾ ਪੁਸਤਕ ਉਹਦਾ 4 ਨੰਬਰ ਅਧਿਆਇ, ਮੇਰੇ ਨਾਲ ਓਪਨ ਕਰੀਏ। ਇਬਰਾਨੀਆਂ ਦਾ ਪੁਸਤਕ ਉਹਦਾ 4 ਨੰਬਰ ਅਧਿਆਇ ਔਰ ਉਹਦਾ 16 ਨੰਬਰ ਪੰਕਤੀ ਨੂੰ, 14 ਤੋਂ 16 ਨੰਬਰ ਪੰਕਤੀ ਤੱਕ ਮੈਂ ਪੜ੍ਹਦਾ, ਤੁਸੀਂ ਸੁਣੋ ਬੜੇ ਧਿਆਨ ਦੇ ਨਾਲ। ਕਹਿੰਦਾ ਸੋ
ਕਹਿੰਦਾ ਸੋ ਜਦੋਂ ਸਾਡਾ ਇੱਕ ਮਹਾਪ੍ਰਧਾਨ ਜਾਜਕ ਹੈ ਜਿਹੜਾ ਆਕਾਸ਼ਾਂ ਤੋਂ ਪਾਰ ਲੰਘ ਗਿਆ ਆ, ਅਰਥਾਤ ਪਰਮੇਸ਼ਵਰ ਦਾ ਪੁੱਤਰ ਯਿਸੂ, ਤਾਂ ਕਹਿੰਦਾ ਆਓ ਅਸੀਂ ਆਪਣੇ ਕੀਤੇ ਹੋਏ ਇਕਰਾਰ ਉੱਤੇ ਪੱਕਿਆਂ ਰਹੀਏ, ਪੱਕੇ ਹੋ ਜਾਈਏ। ਕਹਿੰਦਾ ਆਪਣੇ ਇਕਰਾਰ ਦੇ ਉੱਪਰ ਅਸੀਂ ਪੱਕੇ ਹੋ ਜਾਈਏ। ਕਹਿੰਦਾ ਅਗਰ ਸਾਡਾ ਪ੍ਰਧਾਨ ਮਹਾਜਾਜਕ ਜਿਹੜਾ ਆ ਉਹ ਸਵਰਗ ਤੱਕ ਪਹੁੰਚ ਗਿਆ ਆ, ਉਹ ਕਿੱਦਾਂ ਪਹੁੰਚਿਆ? ਪਿਆਰ ਕਰਕੇ, ਲੋਕਾਂ ਨੂੰ ਦਇਆ ਕਰਕੇ, ਚੰਗਾਈ ਦੇ ਕੇ, ਛੁਟਕਾਰਾ ਦੇ ਕੇ, ਸਿੱਧੇ ਰਾਹੇ ਪਾ ਕੇ, ਸੱਚੇ ਰਾਹ ਪਾ ਕੇ ਉਹ ਕਹਿੰਦੇ ਸਵਰਗ ਤੱਕ ਪਹੁੰਚ ਗਿਆ ਆ, ਆਕਾਸ਼ਾਂ ਤੋਂ ਪਾਰ ਲੰਘ ਗਿਆ ਆ। ਕਹਿੰਦਾ ਤਾਂ ਆਓ ਅਸੀਂ ਵੀ ਕਹਿੰਦਾ ਕੀਤੇ ਹੋਏ ਇਕਰਾਰ ਉੱਤੇ ਪੱਕੇ ਰਹੀਏ, ਕਿਉਂਕਿ ਯਿਸੂ ਧਰਤੀ ਦੇ ਉੱਪਰ ਰਹਿੰਦਿਆਂ ਆਪਣੇ ਇਕਰਾਰ ਦੇ ਉੱਪਰ ਪੱਕਾ ਸੀ ਕਿ ਮੈਂ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨ ਆਇਆ, ਨਾ ਕਿ ਆਪਣੀ। ਉਹ ਇਸੀ ਗੱਲ ਦੇ ਉੱਪਰ ਪੱਕਾ ਰਿਹਾ। ਯਿਸੂ ਇਸੀ ਗੱਲ ਦੇ ਉੱਪਰ ਪੱਕੇ ਰਹੇ ਆ ਕਿ ਕਹਿੰਦੇ ਮੈਂ ਆਪਣੀ ਮਰਜ਼ੀ ਨਹੀਂ, ਮੈਂ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਲਈ ਆਇਆ। ਹਾਲੇਲੂਇਆ। ਔਰ ਅੱਜ ਦਾ ਇਨਸਾਨ ਥੋੜਾ ਜਿਹਾ ਉੱਚਾ ਹੁੰਦਾ ਆ ਤੇ ਬਸ ਉਹਦੀਆਂ ਆਪਣੀਆਂ ਮਰਜ਼ੀਆਂ ਸ਼ੁਰੂ ਹੋ ਜਾਂਦੀਆਂ। ਤੇ ਬਾਈਬਲ ਕਹਿੰਦਾ ਪੱਕਿਆਂ ਰਹੋ, ਕਹਿੰਦਾ ਅਸੀਂ ਪੱਕੇ ਰਹੀਏ, ਕਹਿੰਦਾ ਜੋ ਇਕਰਾਰ ਕੀਤਾ ਪਿਆ ਉਹਦੇ ਨਾਲ। ਕਹਿੰਦਾ ਕਿਉਂ? ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਆ ਜੋ ਸਾਡੀਆਂ ਦੁਰਬਲਤਾਈਆਂ ਦੇ ਵਿੱਚ ਸਾਡਾ ਦਰਦੀ ਨਾ ਹੋਵੇ, ਦਰਦੀ ਨਾ ਹੋ ਸਕੇ, ਸਗੋਂ ਸਾਰੀਆਂ ਗੱਲਾਂ ਦੇ ਵਿੱਚ ਉਹ ਸਾਡੇ ਵਾਂਗੂ ਹੀ ਕਹਿੰਦਾ ਪਰਤਾਇਆ ਗਿਆ, ਪਰ ਉਹ ਪਾਪ ਤੋਂ ਰਹਿਤ ਰਿਹਾ। ਤੇ ਜਦੋਂ ਅਸੀਂ ਪ੍ਰੀਖਿਆ ਦੇ ਵਿੱਚ ਪੈਂਦੇ ਆ, ਅਸੀਂ ਪਾਪ ਦੇ ਵਿੱਚ ਪੈ ਜਾਂਦੇ ਆ। ਪਰ ਬਾਈਬਲ ਕਹਿੰਦਾ ਸਾਡਾ ਪ੍ਰਧਾਨ ਜਾਜਕ ਕਹਿੰਦਾ ਏਦਾਂ ਦਾ ਨਹੀਂ ਆ ਕਿ ਜਿਹੜਾ ਸਾਡੀਆਂ ਪਰੇਸ਼ਾਨੀਆਂ 'ਚ ਸਾਨੂੰ ਛੱਡ ਦੇਵੇ, ਪਰ ਉਹ ਤਾਂ ਕਹਿੰਦਾ ਦੁੱਖਾਂ 'ਚ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ। ਕਹਿੰਦਾ ਮੈਂ ਨੇੜੇ ਹੋ ਕੇ ਤੇਰੀ ਸੁਣ ਲਵਾਂਗਾ, ਮੈਂ ਆਪਣਾ ਸੱਜਾ ਹੱਥ ਵਧਾ ਕੇ ਤੈਨੂੰ ਛੁਡਾ ਲਵਾਂਗਾ। ਪਰ ਅਸੀਂ ਕੀ ਕਰਦੇ ਆ? ਆਪਣੀ ਦੁਰਬਲਤਾਈਆਂ ਦੇ ਵਿੱਚ ਉਹਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੰਦੇ। ਕੀ ਦਿੱਤਾ ਯਿਸੂ ਨੇ ਸਾਨੂੰ? ਕੀ ਮਿਲਿਆ ਸਾਨੂੰ ਚਰਚ ਜਾ ਕੇ? ਕੀ ਮਿਲਿਆ ਸਾਨੂੰ ਬਾਈਬਲ ਪੜ੍ਹ ਕੇ? ਕਦੇ ਚੰਗੇ ਤਰੀਕੇ ਦੇ ਨਾਲ ਪੜ੍ਹੀ ਹੁੰਦੀ ਬਾਈਬਲ ਤੇ ਉਹ ਕੁਝ ਮਿਲਣਾ ਸੀ ਜਿਹੜਾ ਕਿਸੇ ਦੇ ਕੋਲ ਨਹੀਂ ਆ। ਜੇ ਚੰਗੇ ਰੀਤੀ ਦੇ ਨਾਲ ਚਰਚ 'ਚ ਸੰਗਤੀ ਕੀਤੀ ਹੁੰਦੀ, ਪ੍ਰਚਾਰ ਨੂੰ ਸਹੀ ਰੀਤੀ ਦੇ ਨਾਲ ਸੁਣਿਆ ਹੁੰਦਾ, ਤੇ ਅੱਜ ਉਹ ਕੁਝ ਤੁਹਾਡੇ ਕੋਲ ਹੋਣਾ ਸੀਗਾ ਜਿਹੜਾ ਕਿਸੇ ਦੇ ਕੋਲ ਵੀ ਨਹੀਂ ਆ। ਹਾਲੇਲੂਇਆ। ਕਿਉਂਕਿ ਬਾਈਬਲ ਕਹਿੰਦਾ ਅਸੀਂ ਅਲੱਗ ਕੀਤੇ ਹੋਏ ਲੋਕ ਆ, ਅਸੀਂ ਚੁਣੇ ਹੋਏ ਲੋਕ ਆ, ਸੱਦੇ ਹੋਏ ਨਹੀਂ। ਔਰ ਜਿਹੜੇ ਚੁਣੇ ਹੋਏ ਲੋਕ ਆ ਉਹਨਾਂ ਦੇ ਲਈ ਉਹਨਾਂ ਦੇ ਕੋਲ ਕਿਸੇ ਗੱਲ ਦਾ ਘਾਟਾ ਨਹੀਂ ਹੁੰਦਾ। ਹਾਲੇਲੂਇਆ। ਫਿਰ ਤੁਸੀਂ ਇਹ ਸ਼ਬਦ ਨਹੀਂ ਕਹਿ ਸਕਦੇ ਕੀ ਮਿਲਿਆ ਮੈਨੂੰ ਯਿਸੂ ਦੇ ਕੋਲ ਆ ਕੇ, ਕੀ ਮਿਲਿਆ ਮੈਨੂੰ ਚਰਚ ਜਾ ਕੇ, ਕੀ ਮਿਲਿਆ ਮੈਨੂੰ ਬਾਈਬਲ ਪੜ੍ਹ ਕੇ। ਪਰ ਜੇ ਚੰਗੇ ਰੀਤੀ ਦੇ ਨਾਲ ਪੜ੍ਹੀ ਹੋਵੇ, ਸਹੀ ਰੀਤੀ ਦੇ ਨਾਲ ਬਾਈਬਲ ਪੜ੍ਹੀ ਹੋਵੇ, ਤੇ ਅੱਜ ਉਹ ਤੁਹਾਡੇ ਕੋਲ ਹੋਵੇ ਜਿਹੜਾ ਕਿਸੇ ਦੇ ਕੋਲ ਨਹੀਂ ਹੈ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ। ਅਗਰ ਇਕੱਲੀ ਚੰਗਾਈ ਲੈਣ ਦੇ ਲਈ ਚਰਚ ਆਉਂਗੇ ਨਾ ਤੇ ਕਦੀ ਨਹੀਂ ਮਿਲਣੀ। ਅਗਰ ਖੁਦਾ ਨੂੰ ਖੁਸ਼ ਕਰਨ ਦੇ ਲਈ ਆਉਂਗੇ, ਚੰਗਾਈ ਵੀ ਮਿਲੂਗੀ ਤੇ ਬੋਨਸ ਦੇ ਵਿੱਚ ਹੋਰ ਵੀ ਬਰਕਤਾਂ ਮਿਲਣਗੀਆਂ। ਪਰ ਕਈ ਲੋਕਾਂ ਨੇ ਸਿਰਫ ਫੋਕਸ ਚੰਗਾਈ ਦੇ ਉੱਪਰ ਕੀਤਾ। ਮੈਂ ਬਾਈਬਲ 'ਚ ਇਦਾਂ ਨਹੀਂ ਪੜ੍ਹਿਆ ਕਿ ਚੰਗਾਈ ਲੈਣ ਦੇ ਦੌਰਾਨ ਤੁਸੀਂ ਸਵਰਗ 'ਚ ਪਹੁੰਚ ਜਾਓਗੇ, ਛੁਟਕਾਰਾ ਲੈਣ ਤੋਂ ਬਾਅਦ ਤੁਸੀਂ ਸਵਰਗ ਦੇ ਵਿੱਚ ਪਹੁੰਚ ਜਾਓਗੇ। ਜੋ ਵੀ ਤੁਹਾਨੂੰ ਜ਼ਰੂਰਤ ਆ ਤੁਸੀਂ ਉਹੀ ਆਪਣੀ ਜ਼ਰੂਰਤ ਨੂੰ ਅੱਗੇ ਰੱਖ ਕੇ ਚਰਚ ਆਓਗੇ ਤਾਂ ਤੁਸੀਂ ਸਵਰਗ 'ਚ ਪਹੁੰਚ ਜਾਓਗੇ। ਨਹੀਂ, ਬਾਈਬਲ ਕਹਿੰਦਾ ਉਹਦੀ ਮਰਜ਼ੀ ਨੂੰ ਪੂਰਾ ਕਰੋ, ਆਪਣੇ ਪਾਪਾਂ ਦਾ ਇਕਰਾਰ ਕਰੋ ਔਰ ਉਹਨਾਂ ਨੂੰ ਛੱਡੋ, ਤੇ ਫਿਰ ਅਸੀਂ ਸਵਰਗ ਜਾਣ ਦੇ ਹੱਕਦਾਰ ਹਾਂ। ਹਾਲੇਲੂਇਆ। ਔਰ ਅੱਗੇ ਲਿਖਿਆ ਕਹਿੰਦਾ ਕਿਉਂ? ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਆ ਜੋ ਸਾਡੀਆਂ ਦੁਰਬਲਤਾਈਆਂ ਦੇ ਵਿੱਚ ਸਾਡਾ ਦਰਦੀ ਨਾ ਹੋ ਸਕੇ। ਕਹਿੰਦਾ ਸਗੋਂ ਸਾਰੀਆਂ ਗੱਲਾਂ ਦੇ ਵਿੱਚ ਸਾਡੇ ਵਾਂਗੂ ਹੀ ਪਰਤਾਇਆ ਗਿਆ, ਪਰ ਉਹ ਪਾਪ ਤੋਂ ਰਹਿਤ ਰਿਹਾ। ਅਸੀਂ ਵੀ ਪਾਪ ਤੋਂ ਰਹਿਤ ਰਹਿਣਾ, ਕਿਉਂਕਿ ਉਹਦੇ ਕਰੈਕਟਰ ਨੂੰ ਹੀ ਅਸੀਂ ਪ੍ਰੈਜ਼ੈਂਟ ਕਰਨਾ ਹੈ ਲੋਕਾਂ ਦੇ ਸਾਹਮਣੇ ਕਿ ਮੈਨੂੰ ਯਿਸੂ ਨੇ ਭੇਜਿਆ ਹੈ ਤੇਰੀ ਮਦਦ ਕਰਨ ਦੇ ਲਈ, ਮੈਨੂੰ ਯਿਸੂ ਨੇ ਭੇਜਿਆ ਤੇਰੇ ਘਰ ਰਾਸ਼ਨ ਪਾਉਣ ਦੇ ਲਈ, ਮੈਨੂੰ ਯਿਸੂ ਨੇ ਭੇਜਿਆ ਹੈ ਤੇਰੇ ਘਰ ਆਹ ਕੰਮ ਕਰਨ ਦੇ ਲਈ, ਤੇਰੇ ਪਰਿਵਾਰ 'ਚ ਆਹ ਕੰਮ ਕਰਨ ਦੇ ਲਈ। ਹਾਲੇਲੂਇਆ। ਔਰ ਉਹੀ ਬੰਦਾ ਬਾਅਦ 'ਚੋਂ ਸ਼ਰਾਬ ਪੀਂਦਾ ਹੋਵੇ ਜਾਂ ਸਿਗਰਟ ਪੀਂਦਾ ਹੋਵੇ ਤੇ ਦੇਖਣ ਵਾਲਾ ਬੰਦਾ ਕੀ ਕਹੇਗਾ? ਇਸ ਗੱਲ ਨੂੰ ਵੀ ਯਾਦ ਰੱਖਣਾ। ਔਰ ਅੱਗੇ ਲਿਖਿਆ ਕਹਿੰਦਾ ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਨ ਦੇ ਅੱਗੇ ਦਲੇਰੀ ਦੇ ਨਾਲ ਚੱਲੀਏ ਭਈ ਅਸੀਂ ਦਇਆ ਪ੍ਰਾਪਤ ਕਰੀਏ ਔਰ ਉਹ ਕਿਰਪਾ ਪਾਈਏ ਜੋ ਵੇਲੇ ਸੇ ਸਾਡੀ ਸਹਾਇਤਾ ਕਰੇਗੀ। ਉਸ ਸਮੇਂ ਇਹਨੇ ਸਹਾਇਤਾ ਕਰਨੀ ਆ ਜਿਹੜੀ ਦਇਆ ਤੁਸੀਂ ਅੱਜ ਲੋਕਾਂ ਦੇ ਉੱਪਰ ਕਰੋਗੇ, ਬਿਮਾਰ ਲੋਕਾਂ ਤੇ, ਦੁਖੀ ਲੋਕਾਂ ਤੇ, ਤਕਲੀਫ ਦੇ ਨਾਲ ਜਕੜੇ ਹੋਏ ਲੋਕਾਂ ਦੇ ਉੱਪਰ। ਅੱਜ ਕੋਈ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਆ, ਤੁਸੀਂ ਉਹਨੂੰ ਅਗਰ ਦੱਸਦੇ ਆ ਯਿਸੂ ਮਸੀਹ ਦੇ ਬਾਰੇ, ਤੁਸੀਂ ਉਹਨੂੰ ਅਗਰ ਚਰਚ ਲੈ ਆਉਂਦੇ ਆ, ਤੁਸੀਂ ਉਹਦਾ ਛੁਟਕਾਰਾ ਕਰਵਾ ਦਿੰਦੇ ਆ, ਤੇ ਸਮਝ ਲਓ ਕਿ ਤੁਸੀਂ ਉਹਦੇ ਤੇ ਦਇਆ ਕਰ ਦਿੱਤੀ ਆ, ਤੇ ਉਸ ਦਿਨ ਤੁਸੀਂ ਦਇਆ ਨੂੰ ਪ੍ਰਾਪਤ ਵੀ ਕਰੋਗੇ। ਬੋਲੋ ਆਮੀਨ। ਹਾਲੇਲੂਇਆ। ਔਰ ਅੱਗੇ ਬਾਈਬਲ ਦੇ ਵਿੱਚ ਚੱਲਦੇ ਹਾਂ ਅਸੀਂ, ਜਦੋਂ ਯਾਕੂਬ ਦੀ ਪੱਤਰੀ ਨੂੰ ਓਪਨ ਕਰਦੇ ਹਾਂ
याकूब दी पत्री ਉਹਦਾ 2 ਨੰਬਰ ਅਧਿਆਇ ਔਰ ਉਹਦਾ 13 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ। ਇਹ ਗੱਲ ਮੈਨੂੰ ਲੱਗਾ ਕਿ ਪੜਾਉਣੀ ਬਹੁਤ ਜ਼ਰੂਰੀ ਆ, ਤੁਹਾਡੇ ਸਾਹਮਣੇ ਇਹਨੂੰ ਪੇਸ਼ ਕਰਨਾ ਬਹੁਤ ਜ਼ਰੂਰੀ ਆ। ਲਿਖਿਆ ਆ ਯਾਕੂਬ ਦੀ ਪੱਤਰੀ ਉਹਦਾ 2 ਨੰਬਰ ਅਧਿਆਇ ਉਹਦਾ 13 ਨੰਬਰ ਪੰਕਤੀ ਵਿੱਚ ਲਿਖਿਆ, ਕਹਿੰਦਾ ਕਿਉਂਕਿ ਜਿਹਨੇ ਦਇਆ ਨਾ ਕੀਤੀ ਉਹਦਾ ਨਿਆਂ ਦਇਆ ਤੋਂ ਬਿਨਾ ਕੀਤਾ ਜਾਵੇਗਾ। ਕਹਿੰਦਾ ਦਇਆ ਨਿਆਂ ਦੇ ਉੱਤੇ ਫਤਿਹ ਪਾਉਂਦੀ ਆ। ਹਾਲੇਲੂਇਆ। ਤੁਸੀਂ ਜਿੱਤਣ ਵਾਲੇ ਲੋਕ ਹੋਵੋਗੇ, ਯਾਦ ਰੱਖਣਾ, ਅਗਰ ਦਇਆ ਕਰਨੀ ਸਿੱਖ ਗਏ। ਅਗਰ ਅੱਜ ਕਿਸੇ ਇਨਸਾਨ ਦੇ ਉੱਪਰ, ਖੁਦਾ ਦੇ ਹੱਥਾਂ ਦੇ ਬਣਾਏ ਹੋਏ ਇਨਸਾਨ ਦੇ ਉੱਪਰ ਅਸੀਂ ਦਇਆ ਕਰਦੇ ਹਾਂ ਤੇ ਖੁਦਾ ਸਾਡੇ ਲਈ ਸਵਰਗ ਤੋਂ ਹੈਲਪਰ ਭੇਜੇਗਾ, ਸਵਰਗ ਦੂਤ ਭੇਜੇਗਾ ਜੋ ਸਾਡੀ ਮਦਦ ਕਰਨਗੇ, ਸਾਡੇ ਉੱਤੇ ਦਇਆ ਕਰਨਗੇ। ਹਾਲੇਲੂਇਆ। ਜਿੱਦਾਂ ਲੂਤ ਤੇ ਦਇਆ ਹੋਈ, ਇਬਰਾਹਿਮ ਤੇ ਦਇਆ ਹੋਈ, ਯੂਸਫ ਤੇ ਦਇਆ ਹੋਈ, ਇਹਨਾਂ ਦੇ ਉੱਪਰ ਦਇਆ ਹੋਈ, ਪੌਲੁਸ ਸਿਲਾਸ ਤੇ ਦਇਆ ਹੋਈ, ਪਤਰਸ ਤੇ ਦਇਆ ਹੋਈ ਆ। ਕਿਉਂ? ਕਿਉਂਕਿ ਇਹਨਾਂ ਨੇ ਵੀ ਤਾਂ ਦਇਆ ਕੀਤੀ ਨਾ। ਹਾਲੇਲੂਇਆ। ਦਇਆ ਕਰਾਂਗੇ ਤੇ ਦਇਆ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਹੋ ਜਾਵਾਂਗੇ। ਅਗਰ ਦਇਆ ਨਹੀਂ ਕਰਾਂਗੇ ਤੇ ਦਇਆ ਨੂੰ ਫਿਰ ਪ੍ਰਾਪਤ ਵੀ ਨਹੀਂ ਕਰ ਸਕਦੇ ਅਸੀਂ। ਕਹਿੰਦਾ ਜੇ ਤੁਸੀਂ, ਕਹਿੰਦਾ ਜਿਹਨੇ ਕਹਿੰਦਾ ਦਇਆ ਨਾ ਕੀਤੀ ਤੇ ਉਹਦਾ ਨਿਆਂ ਜਦੋਂ ਹੋਣਾ ਆ ਬਿਨਾਂ ਦਇਆ ਤੋਂ ਹੋਣਾ ਆ। ਉਹਦਾ ਨਿਆਂ ਵੀ ਬਿਨਾਂ ਦਇਆ ਤੋਂ ਹੋਣਾ। ਯਾਦ ਰੱਖਣਾ ਮੇਰੀ ਗੱਲ ਨੂੰ। ਅਗਰ ਅੱਜ ਅਸੀਂ ਦਇਆ ਕਰਦੇ ਹਾਂ ਤੇ ਨਿਆਂ ਦੇ ਦਿਨ 'ਚ ਇਹੀ ਦਇਆ ਕੀਤੀ ਸਾਡੇ ਅੱਗੇ ਆ ਜਾਣੀ। ਫਿਰ ਕਹਿੰਦੇ ਦਿੱਤਾ ਲਿਆ ਅੱਗੇ ਆ ਗਿਆ। ਫਿਰ ਕਹਿੰਦੇ ਦਿੱਤਾ ਲਿਆ ਅੱਗੇ ਆ ਗਿਆ। ਹਾਲੇਲੂਇਆ। ਉਹੀ ਦਇਆ ਜਿਹੜੀ ਕੀਤੀ ਆ ਉਹੀ ਤੁਹਾਡੀ ਉਮਰ 'ਚ ਵਾਧਾ ਕਰਦੀ ਆ, ਉਹੀ ਤੁਹਾਡੀ ਤੰਦਰੁਸਤੀ 'ਚ ਵਾਧਾ ਕਰਦੀ ਆ, ਉਹੀ ਤੁਹਾਡੀ ਜ਼ਿੰਦਗੀ 'ਚ ਵਾਧਾ ਕਰਦੀ ਆ, ਉਹੀ ਤੁਹਾਡੀ ਆਤਮਿਕ ਹੱਦਾਂ ਦੇ ਵਿੱਚ, ਤੁਹਾਡੇ ਬਿਜ਼ਨਸ 'ਚ, ਤੁਹਾਡੀ ਸੈਲਰੀ ਦੇ ਵਿੱਚ ਵਾਧਾ ਕਰਦੀ ਆ। ਹਾਲੇਲੂਇਆ। ਉਮੀਦ ਕਰਦਾ ਹਾਂ ਤੁਸੀਂ ਸਮਝ ਪਾ ਰਹੇ ਆ। ਅਗਰ ਦਇਆ ਨਹੀਂ ਕਰਾਂਗੇ ਤਾਂ ਨਿਆਂ ਸਾਡਾ ਬਿਨਾਂ ਦਇਆ ਤੋਂ ਹੋਣਾ। ਜੇ ਨਿਆਂ ਦਇਆ ਦੇ ਨਾਲ ਹੋਇਆ ਤੇ ਬਹੁਤ ਗੱਲਾਂ ਛੱਡੀਆਂ ਜਾ ਸਕਦੀਆਂ, ਬਹੁਤ ਗੱਲਾਂ ਭੁਲਾਈਆਂ ਜਾ ਸਕਦੀਆਂ, ਬਹੁਤ ਗੱਲਾਂ ਇਗਨੋਰ ਕੀਤੀਆਂ ਜਾ ਸਕਦੀਆਂ, ਬਹੁਤ ਗੱਲਾਂ ਅਣਦੇਖੀਆਂ ਕੀਤੀਆਂ ਜਾ ਸਕਦੀਆਂ ਆ ਅਗਰ ਨਿਆਂ ਦਇਆ ਦੇ ਨਾਲ ਕੀਤਾ ਜਾਵੇ। ਹਾਲੇਲੂਇਆ। ਹਾਲੇਲੂਇਆ। ਉਮੀਦ ਕਰਦਾ ਹਾਂ ਤੁਸੀਂ ਸਮਝ ਪਾ ਰਹੇ ਆ। ਬਾਈਬਲ ਦੇ ਵਿੱਚ ਇੱਕ ਥਾਂ ਤੇ ਲਿਖਿਆ, ਕਹਿੰਦੇ ਤਕੜੀ 'ਚ ਤੂੰ ਤੋਲਿਆ ਗਿਆ ਤੇ ਘੱਟ ਨਿਕਲਿਆ। ਕਹਿੰਦਾ ਤਕੜੀ 'ਚ ਤੂੰ ਤੋਲਿਆ ਗਿਆ ਪਰ ਘੱਟ ਨਿਕਲਿਆ। ਇਸ ਗੱਲ ਦਾ ਯਾਦ ਰੱਖਣਾ, ਤੁਹਾਡੀ ਪਵਿੱਤਰਤਾ ਹੀ ਘੱਟ ਨਾ ਨਿਕਲੇ, ਤੁਹਾਡੀ ਵਫਾਦਾਰੀ ਘੱਟ ਨਾ ਨਿਕਲੇ, ਤੁਹਾਡਾ ਬਾਈਬਲ ਪੜ੍ਹਨ ਦਾ ਸਮੇਂ ਘੱਟ ਨਾ ਨਿਕਲੇ। ਕਹਿੰਦੇ ਤਕੜੀ 'ਚ ਤੂੰ ਤੋਲਿਆ ਗਿਆ ਪਰ ਜਿਹੜਾ ਤੇਰਾ ਵੇਟ ਆ ਘੱਟ ਨਿਕਲਿਆ। ਮਤਲਬ ਤੇਰੀ ਪਵਿੱਤਰਤਾ ਹੀ ਘੱਟ ਨਿਕਲੀ, ਤੇਰੀ ਇਮਾਨਦਾਰੀ, ਤੇਰੀ ਵਫਾਦਾਰੀ, ਖੁਦਾ ਦੀ ਵਚਨਾਂ ਨੂੰ ਪੂਰਾ ਕਰਨਾ, ਖੁਦਾ ਦੀ ਆਵਾਜ਼ ਨੂੰ ਸੁਣਨਾ ਘੱਟ ਨਿਕਲਿਆ। ਜਿਹੜਾ ਕਿ ਜ਼ਿਆਦਾ ਨਿਕਲਣਾ ਚਾਹੀਦਾ ਸੀ ਔਰ ਉਨੀ ਹੀ ਦਇਆ ਨੂੰ ਤੁਹਾਡੇ ਉੱਪਰ ਜ਼ਾਹਿਰ ਕਰਨਾ ਸੀ। ਜੇ ਮੈਨੂੰ ਯਾਦ ਆਉਂਦਾ ਤਾਂ ਮੈਂ ਜ਼ਰੂਰ ਇਸ ਵਰਸ ਨੂੰ ਤੁਹਾਡੇ ਨਾਲ ਆਖਿਰ ਦੇ ਵਿੱਚ ਸਾਂਝਾ ਕਰਾਂਗਾ। ਔਰ ਤੁਸੀਂ ਮੇਰੇ ਨਾਲ ਹੁਣ ਓਪਨ ਕਰਨਾ ਹੈ ਲੂਕਾ ਦਾ ਅੰਜੀਲ। ਮੇਨ ਜਿਹੜਾ ਵਚਨ ਹੈ ਅਸੀਂ ਉਹਦੇ ਤੇ ਪਹੁੰਚ ਗਏ ਹਾਂ। ਲੂਕਾ ਦਾ ਅੰਜੀਲ ਔਰ ਉਹਦਾ 10 ਨੰਬਰ ਅਧਿਆਇ ਉਹਦਾ 25 ਨੰਬਰ ਪੰਕਤੀ ਤੋਂ ਮੈਂ ਪੜ੍ਹਨਾ ਸ਼ੁਰੂ ਕਰਨਾ ਆ। ਸੁੱਖ ਦੇ ਨਾਲ 37 ਨੰਬਰ ਪੰਕਤੀ ਤੱਕ ਪੜ੍ਹਨਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਕਹਿੰਦਾ ਤਾਂ ਵੇਖੋ ਇੱਕ ਸ਼ਰ੍ਹਾ ਦੇ ਸਿਖਾਉਣ ਵਾਲੇ ਨੇ ਉਹਦੇ ਪਰਤਾਉਣ ਦੇ ਲਈ ਖੜੋ ਕੇ ਕਿਹਾ, ਕਹਿੰਦਾ ਗੁਰੂ ਜੀ ਮੈਂ ਕੀ ਕਰਾਂ ਜੋ ਸਦੀਪਕ ਜਿਉਣ ਦਾ ਅਧਿਕਾਰੀ ਹੋਵਾਂ। ਇੱਕ ਬੰਦਾ ਜਿਹੜਾ ਧਰਮੀ ਆ, ਜਿਹੜਾ ਵਚਨ ਨੂੰ ਜਾਣਨ ਵਾਲਾ ਆ, ਜਿਹੜਾ ਸ਼ਰ੍ਹਾ ਨੂੰ ਪੂਰਾ ਕਰਨ ਵਾਲਾ ਆ, ਉਹ ਬਾਈਬਲ ਕਹਿੰਦਾ ਯਿਸੂ ਦੇ ਪਰਤਾਉਣ ਦੇ ਲਈ ਤੇ ਆਪਣੀ ਤਾਰੀਫ ਕਰਨ ਦੇ ਲਈ ਯਿਸੂ ਦੇ ਕੋਲ ਆ ਕੇ ਕਹਿੰਦਾ ਪ੍ਰਭੂ ਜੀ, ਗੁਰੂ ਜੀ, ਕਹਿੰਦਾ ਮੈਂ ਕੀ ਕਰਾਂ ਜੋ ਸਦੀਪਕ ਜਿਉਣ ਦਾ ਹੱਕਦਾਰ ਹੋ ਜਾਵਾਂ। ਕਹਿੰਦਾ ਉਸ ਨੇ ਉਹਨੂੰ ਆਖਿਆ, ਯਿਸੂ ਨੇ ਫਿਰ ਉਹਨੂੰ ਕਿਹਾ, ਕਹਿੰਦਾ ਤੂੰ ਰੇਤ ਦੇ ਵਿੱਚ ਕੀ ਲਿਖਿਆ ਆ ਤੇ ਤੂੰ ਕਿੱਦਾਂ ਪੜ੍ਹਦਾ ਆ? ਤੈਨੂੰ ਨਹੀਂ ਪਤਾ ਕਿ ਸਵਰਗ ਕਿੱਦਾਂ ਪਹੁੰਚਣਾ ਹੈ? ਕਹਿੰਦੇ ਤੂੰ ਰੇਤ ਦੇ ਵਿੱਚ ਬਾਈਬਲ 'ਚ ਕੀ ਲਿਖਿਆ ਆ ਔਰ ਤੂੰ ਪੜ੍ਹਦਾ ਕਿੱਦਾਂ ਆ ਉਹਨੂੰ, ਜੋ ਤੂੰ ਹੱਲੇ ਵੀ ਅਣਜਾਣ ਹੈ ਇਸ ਗੱਲ ਤੋਂ ਕਿ ਤੂੰ ਮੈਨੂੰ ਪੁੱਛਦਾ ਸਵਰਗ ਕਿੱਦਾਂ ਜਾਣਾ। ਤੂੰ ਸਿਖਾਉਣ ਵਾਲਾ ਆ ਔਰ ਤੈਨੂੰ ਖੁਦ ਨਹੀਂ ਪਤਾ ਸਵਰਗ ਜਾਣ ਦੇ ਲਈ ਕਿਹੜੇ ਕੰਮ ਕਰਨੇ, ਕਿਹੜੇ ਨਹੀਂ ਕਰਨੇ। ਕਹਿੰਦੇ ਤੂੰ ਪੜ੍ਹਦਾ ਕਿੱਦਾਂ ਆ, ਕਿੱਕੁਰ ਪੜ੍ਹਦਾ ਆ? ਔਰ ਲਿਖਿਆ, ਕਹਿੰਦਾ ਤਾਂ ਉਹਨੇ ਉੱਤਰ ਦਿੱਤਾ, ਫਿਰ ਉਸ ਸ਼ਰ੍ਹਾ ਦੇ ਸਿਖਾਉਣ ਵਾਲੇ ਨੇ ਉੱਤਰ ਦਿੱਤਾ, ਕਹਿੰਦਾ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਦੇ ਨਾਲ,
ਆਪਣੀ ਸਾਰੀ ਜਾਨ ਦੇ ਨਾਲ ਔਰ ਆਪਣੀ ਸਾਰੀ ਸ਼ਕਤੀ ਦੇ ਨਾਲ ਔਰ ਆਪਣੀ ਸਾਰੀ ਬੁੱਧ ਦੇ ਨਾਲ ਪਿਆਰ ਕਰ ਔਰ ਆਪਣੇ ਗਵਾਂਢੀ ਨੂੰ ਆਪਣੇ ਜਿਹਾ, ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰ। ਬਾਈਬਲ ਕਹਿੰਦਾ ਆਪਣੇ ਗਵਾਂਢੀ ਨੂੰ ਤੁਸੀਂ ਪਤਾ ਕਿੱਦਾਂ ਪਿਆਰ ਕਰਨਾ, ਜਿੱਦਾਂ ਤੁਸੀਂ ਆਪਣੇ ਸਰੀਰ ਦੇ ਨਾਲ ਪਿਆਰ ਕਰਦੇ। ਇਹਨੂੰ ਤੁਸੀਂ ਮਿੱਟੀ ਨਹੀਂ ਲੱਗਣ ਦਿੰਦੇ, ਇਹਨੂੰ ਤੁਸੀਂ ਮੈਲ ਨਹੀਂ ਚੜਨ ਦਿੰਦੇ, ਇਹਨੂੰ ਤੁਸੀਂ ਸਵਾਰਦੇ ਆ, ਨਲਾਉਂਦੇ ਆ, ਸਰੀਰ ਨੂੰ ਸਾਫ਼ ਸੁਥਰਾ ਰੱਖਦੇ ਆ। ਕਹਿੰਦਾ ਇਦਾਂ ਤੁਸੀਂ ਆਪਣੇ ਗਵਾਂਢੀ ਦੇ ਨਾਲ ਪਿਆਰ ਕਰਨਾ ਹੈ। ਹਾਲੇਲੂਇਆ। ਉਹ ਕਹਿੰਦਾ ਖੁਦਾਵੰਦ ਯਿਸੂ ਮਸੀਹ ਨੂੰ ਸ਼ਰਾਂ ਦਾ ਸਿਖਾਉਣ ਵਾਲਾ ਬੰਦਾ ਕਹਿੰਦਾ ਬਾਈਬਲ 'ਚ ਇਦਾਂ ਲਿਖਿਆ, ਤੂੰ ਆਪਣੇ ਪ੍ਰਭੂ ਨੂੰ ਆਪਣੇ ਪੂਰੀ ਸਮਝ ਦੇ ਨਾਲ, ਪੂਰੀ ਬੁੱਧ ਨਾਲ, ਆਪਣੀ ਪੂਰੀ ਸ਼ਕਤੀ ਦੇ ਨਾਲ, ਪੂਰੇ ਗਿਆਨ ਦੇ ਨਾਲ ਪਿਆਰ ਕਰ ਔਰ ਆਪਣੇ ਗਵਾਂਢੀ ਨੂੰ ਵੀ ਆਪਣੇ ਜਿਹਾ, ਆਪਣੇ ਗਵਾਂਢੀ ਨੂੰ ਵੀ ਆਪਣੇ ਜਿਹਾ ਲਿਖਿਆ। ਤਾਂ ਫਿਰ ਯਿਸੂ ਨੇ ਉਹਨੂੰ ਕਿਹਾ, ਕਹਿੰਦਾ ਉਸਨੇ ਉਹਨੂੰ ਉੱਤਰ ਦਿੱਤਾ, ਤੈਂ ਠੀਕ ਉੱਤਰ ਦਿੱਤਾ ਆ, ਇਹੋ ਕਰ ਤਾਂ ਤੂੰ ਜੀਏਂਗਾ। ਫਿਰ ਲਿਖਿਆ ਪਰ ਉਹ ਜੋ ਚਾਹੁੰਦਾ ਸੀ ਭਈ ਉਹ ਆਪਣੇ ਤਾਂ ਹੀ ਸੱਚਾ ਠਹਿਰਾਵੇ, ਮਤਲਬ ਉਹ ਯਿਸੂ ਮਸੀਹ ਉਹਦੀ ਤਾਰੀਫ ਕਰੇ ਤੇ ਯਿਸੂ ਮਸੀਹ ਉਹਨੂੰ ਕਹਿਣ ਕਿ ਵਾਕਈ ਵੀ ਤੂੰ ਬੰਦਾ ਬਹੁਤ ਵਧੀਆ ਧਰਮੀ ਆ, ਚੰਗੀਆਂ ਗੱਲਾਂ ਕਰਦਾ ਆ। ਤਾਰੀਫ ਕਰਨ ਵਾਲੇ ਕੰਮ ਤੁਹਾਡੇ ਹੋਣੇ ਚਾਹੀਦੇ। ਤੁਹਾਡੇ ਕੰਮ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੋਲਦੇ ਹੋਣੇ ਚਾਹੀਦੇ ਆ। ਤੁਸੀਂ ਕੰਮ ਸਾਇਲੈਂਟ ਕਰਨੇ ਆ, ਉਹ ਆਪਣੇ ਆਪ ਬੋਲੀ ਜਾਣੇ ਆ। ਤੁਹਾਨੂੰ ਬੋਲਣ ਦੀ ਜ਼ਰੂਰਤ ਨਹੀਂ, ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਮੈਂ ਉਹਦੇ ਘਰ ਰਾਸ਼ਨ ਪਾਇਆ, ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਮੈਂ ਉਸ ਵਿਧਵਾ ਦੇ ਘਰ ਦੇ ਵਿੱਚ ਰਾਸ਼ਨ ਪਾਇਆ ਜਾਂ ਉਸ ਯਤੀਮ ਦਾ ਸਹਾਰਾ ਬਣਿਆ ਜਾਂ ਮੈਂ ਉਹਨੂੰ ਕੱਪੜੇ ਲੈ ਕੇ ਦਿੱਤੇ, ਉਹ ਜ਼ਰੂਰਤਮੰਦ ਦੀ ਮੈਂ ਜ਼ਰੂਰਤ ਨੂੰ ਪੂਰਾ ਕੀਤਾ। ਤੁਹਾਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਸਾਇਲੈਂਟ 'ਚ ਕੰਮ ਕਰਨੇ ਆ, ਕੰਮਾਂ ਨੇ ਆਪੇ ਰੌਲਾ ਪਾਈ ਜਾਣਾ। ਹਾਲੇਲੂਇਆ। ਕਿਉਂਕਿ ਪਤਾ ਵੀ ਤਾਂ ਲੱਗਣਾ ਚਾਹੀਦਾ ਨਾ ਕਿ ਯਿਸੂ ਨੇ ਕੰਮ ਕੀਤਾ ਹੈ। ਤੁਸੀਂ ਆਪਣੇ ਆਪ ਨੂੰ ਹਾਈਡ ਕਰਨਾ ਹੈ। ਇਸ ਲਈ ਯਹੋਨਾ ਕਹਿੰਦਾ ਮੈਂ ਘਟਾਂ ਤੂੰ ਵਧੇ। ਹਾਲੇਲੂਇਆ। ਯਿਸੂ ਦੀ ਵਡਿਆਈ ਹੋਣੀ ਚਾਹੀਦੀ ਹੈ, ਯਿਸੂ ਦੇ ਨਾਮ ਦੀ ਉਸਤਤ ਹੋਣੀ ਚਾਹੀਦੀ ਹੈ। ਸਾਡੇ ਉੱਠਣ ਤੋਂ ਲੈ ਕੇ ਸੌਣ ਤੱਕ, ਸਾਡੇ ਸੌਣ ਤੋਂ ਲੈ ਕੇ ਉੱਠਣ ਤੱਕ ਸਿਰਫ ਯਿਸੂ ਦੀ ਵਡਿਆਈ ਹੋਣੀ ਚਾਹੀਦੀ ਆ। ਸਾਰੀ ਸੰਗਤ ਬੋਲੇ ਆਮੀਨ। ਹਾਲੇਲੂਇਆ। ਔਰ ਅੱਗੇ ਲਿਖਿਆ ਕਹਿੰਦਾ ਪਰ ਉਹ ਚਾਹੁੰਦਾ ਸੀਗਾ ਭਈ ਆਪਣੇ ਤਾਈਂ ਉਹ ਸੱਚਾ ਠਹਿਰਾਵੇ, ਆਪਣੇ ਆਪ ਨੂੰ ਸਹੀ ਸਾਬਿਤ ਕਰੇ ਯਿਸੂ ਮਸੀਹ ਦੇ ਸਾਹਮਣੇ। ਕਹਿੰਦੇ ਫਿਰ ਯਿਸੂ ਨੇ ਕਿਹਾ ਤੇ ਫਿਰ ਕਹਿੰਦਾ ਫਿਰ ਕੌਣ ਆ? ਕਹਿੰਦਾ ਮੇਰਾ ਗਵਾਂਢੀ ਉਹ ਬੰਦੇ ਨੇ ਫਿਰ ਯਿਸੂ ਨੂੰ ਕਿਹਾ, ਕਹਿੰਦਾ ਫਿਰ ਮੇਰਾ ਗਵਾਂਢੀ ਕੌਣ ਆ? ਹੁਣ ਸੁਣਨਾ ਸਟੋਰੀ। ਕਹਿੰਦਾ ਯਿਸੂ ਨੇ ਉੱਤਰ ਦਿੱਤਾ ਕਿ ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਸੀ। ਇੱਕ ਬੰਦਾ, ਸਿੰਪਲ ਬੰਦਾ, ਤੁਹਾਡੇ ਮੇਰੇ ਵਰਗਾ ਬੰਦਾ ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਸੀਗਾ ਤੇ ਡਾਕੂਆਂ ਦੇ ਕਹਿੰਦੇ ਕਾਬੂ ਆ ਗਿਆ ਤੇ ਉਹਨਾਂ ਨੇ ਕਹਿੰਦਾ ਉਹਨੂੰ ਨੰਗਾ ਕਰਕੇ ਮਾਰਿਆ ਤੇ ਅੱਧਮੋਇਆ ਛੱਡ ਕੇ ਚਲੇ ਗਏ। ਰਾਸਤੇ ਦੇ ਵਿੱਚ ਹੀ ਉਹਨੂੰ ਅੱਧਾ ਮਾਰ ਕੇ, ਅੱਧਮੋਇਆ ਕਰਕੇ ਤੇ ਉਹਨੂੰ ਜ਼ਖਮੀ ਕਰਕੇ ਉਹਨੂੰ ਛੱਡ ਕੇ ਚਲੇ ਗਏ। ਫਿਰ ਕਹਿੰਦੇ ਸਬੱਬ ਦੇ ਨਾਲ ਥੋੜੇ ਸਮੇਂ ਬਾਅਦ ਇੱਕ ਜਾਜਕ ਉਸ ਰਸਤੇ ਉੱਤੇ ਉਤਰਿਆ ਜਾਂਦਾ ਸੀ ਤੇ ਉਹਨੇ ਵੇਖ ਕੇ ਲਾਂਬੇ ਹੋ ਕੇ ਲੰਘ ਗਿਆ ਇੱਕ ਜਾਜਕ। ਫਿਰ ਕਹਿੰਦਾ ਇਸੇ ਤਰ੍ਹਾਂ ਇੱਕ ਲੇਵੀ ਉੱਥੇ ਪਹੁੰਚਿਆ ਤੇ ਉਹਨੂੰ ਵੇਖ ਕੇ ਲਾਂਬੇ ਹੋ ਕੇ ਉਹ ਵੀ ਲੰਘ ਗਿਆ। ਕਹਿੰਦਾ ਕੌਣ ਹੈ ਮੇਰਾ ਗਵਾਂਢੀ? ਫਿਰ ਯਿਸੂ ਨੇ ਦੱਸਿਆ ਕਿ ਤੇਰਾ ਗਵਾਂਢੀ ਕੌਣ ਹੈ। ਹਾਲੇਲੂਇਆ। ਯਿਸੂ ਮਸੀਹ ਕਹਿੰਦੇ ਇੱਕ ਬੰਦਾ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀਗਾ, ਡਾਕੂਆਂ ਦੇ ਕਾਬੂ ਆ ਗਿਆ। ਡਾਕੂਆਂ ਨੇ ਉਹਨੂੰ ਨੰਗਾ ਕਰਕੇ ਉਹਨੂੰ ਇੰਨਾ ਮਾਰਿਆ, ਜ਼ਖਮੀ ਕੀਤਾ, ਜਦੋਂ ਅੱਧ ਮਰਿਆ ਜਿਹਾ ਹੋ ਗਿਆ ਤਾਂ ਉਹਨੂੰ ਛੱਡ ਕੇ ਚਲੇ ਗਏ। ਤੇ ਉਸ ਰਸਤੇ ਤੋਂ ਜਾਜਕ ਵੀ ਲੰਘਿਆ ਤੇ ਲੇਵੀ ਵੀ ਲੰਘਿਆ। ਇਹ ਉਹ ਬੰਦੇ ਸੀਗੇ, ਇਹ ਉਹ ਉਪਾਧੀਆਂ ਸੀਗੀਆਂ, ਇਹ ਉਹ ਅਹੁਦੇ ਸੀਗੇ। ਪੁਰਾਣੇ ਨਿਯਮ ਨੂੰ ਤੁਸੀਂ ਪੜੋਗੇ ਤੁਹਾਨੂੰ ਪਤਾ ਲੱਗਣਾ, ਜੋ ਖੁਦਾ ਦਾ ਕੰਮ ਕਰਦੇ ਹੁੰਦੇ ਸੀਗੇ, ਖੁਦਾ ਦੇ ਭਵਨ ਦੇ ਭਾਂਡਿਆਂ ਦਾ ਕੰਮ ਕਰਦੇ ਹੁੰਦੇ ਸੀਗੇ, ਖੁਦਾ ਦੀਆਂ ਭੇਂਟਾਂ ਲੈਂਦੇ ਹੁੰਦੇ ਸੀਗੇ ਲੋਕਾਂ ਦੇ ਕੋਲੋਂ, ਖੁਦਾ ਦੇ ਬਲੀਦਾਨ ਲੈਂਦੇ ਹੁੰਦੇ ਸੀਗੇ। ਜਿਹੜੇ ਲੋਕ ਬਲੀ ਦਿੰਦੇ ਹੁੰਦੇ ਸੀਗੇ ਇਹ ਹਰੂਨ ਦੇ ਘਰਾਣੇ ਦੇ ਵਿੱਚੋਂ ਸੀਗੇ, ਜਿਹੜੇ ਜਾਜਕ ਸੀਗੇ, ਲੇਵੀ ਸੀਗੇ। ਇਹ ਕੰਮ ਕਰਦੇ ਹੁੰਦੇ ਸੀਗੇ, ਖੁਦਾ ਦਾ ਕੰਮ ਕਰਦੇ ਹੁੰਦੇ ਸੀਗੇ। ਕਹਿੰਦੇ ਜਾਜਕ ਵੀ ਲੰਘਿਆ, ਉਹ ਵੀ ਮੂੰਹ ਪਰੇ ਨੂੰ ਕਰਕੇ ਲੰਘ ਗਿਆ, ਅਣਦੇਖਿਆ ਕਰਕੇ ਲੰਘ ਗਿਆ, ਦਇਆ ਨਹੀਂ ਕੀਤੀ। ਲੇਵੀ ਵੀ ਲੰਘਿਆ, ਉਹਨੇ ਵੀ ਦਇਆ ਨਹੀਂ ਕੀਤੀ। ਔਰ ਫਿਰ ਕੀ ਹੋਇਆ? ਕਹਿੰਦੇ ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੋਂ ਆਇਆ, ਇੱਕ ਨਾਰਮਲ ਬੰਦਾ ਆਇਆ ਅਤੇ ਜਾਂ ਉਹਨੇ ਵੇਖਿਆ ਤਾਂ ਤਰਸ ਖਾ ਕੇ, ਇਹ ਦਇਆ ਆ, ਤਰਸ ਖਾ ਕੇ, ਕਹਿੰਦੇ ਤਰਸ ਖਾ ਕੇ ਉਹਦੇ ਕੋਲ ਗਿਆ ਤੇ ਤੇਲ ਔਰ ਮੈਅ ਲਾ ਕੇ ਉਹਦੇ ਘਾਵਾਂ ਨੂੰ ਬੰਨਿਆ, ਮਤਲਬ ਉਹਦੇ ਜ਼ਖਮਾਂ ਨੂੰ ਮੱਲਮ ਪੱਟੀ ਕੀਤੀ ਔਰ ਆਪਣੀ ਸਵਾਰੀ ਦੇ ਉੱਤੇ ਉਹਨੂੰ ਚੜਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਹਦੀ ਟਹਿਲ ਟਕੋਰ ਕੀਤੀ। ਮਤਲਬ ਆਪ ਸਵਾਰੀ ਦੇ ਉੱਪਰ ਸੀਗਾ, ਜਾਂ ਉਸ ਸਮੇਂ ਗਧਾ ਸੀ ਜਾਂ ਗਧੀ ਸੀਗੀ, ਜੋ ਵੀ ਸੀਗਾ, ਉਹਦੇ ਉੱਪਰ ਆਪ ਚੜਿਆ ਹੁੰਦਾ ਸੀ। ਪਰ ਉਹਨੇ ਜ਼ਖਮੀ ਬੰਦੇ ਨੂੰ ਦੇਖਿਆ, ਆਪ ਉਤਰ ਗਿਆ ਤੇ ਉਹਨੂੰ ਉਸ ਗਧੀ ਦੇ ਉੱਪਰ ਸਵਾਰ ਕਰਕੇ ਉਹਦੇ ਜ਼ਖਮਾਂ ਨੂੰ ਬੰਨਿਆ ਤੇ ਸਰਾਂ ਦੇ ਵਿੱਚ ਲੈ ਗਿਆ ਤੇ ਉਹਦੀ ਟਹਿਲ ਟਕੋਰ ਕੀਤੀ। ਇਹ ਆ ਦਇਆ।
ਹਾਲੇਲੂਇਆ। ਇਹ ਆ ਦਇਆ। ਅਗਰ ਤੁਹਾਡੇ ਕੋਲੋਂ ਜ਼ਿਆਦਾ ਪੈਸਾ ਖੁਦਾ ਨੇ ਦਿੱਤਾ, ਤੁਸੀਂ ਕਿਸੇ ਗਰੀਬ ਦੀ ਮਦਦ ਕਰ ਸਕਦੇ ਆ। ਇਹ ਆ ਦਇਆ। ਕਿਸੇ ਨੂੰ ਕਰਜ਼ੇ ਦੇ ਵਿੱਚ ਦੇਖ ਕੇ ਤੁਸੀਂ ਉਹਨੂੰ ਕਰਜ਼ੇ ਤੋਂ ਆਜ਼ਾਦ ਕਰ ਸਕਦੇ ਆ। ਇਹ ਆ ਦਇਆ। ਕਿਸੇ ਕੋਲ ਇਲਾਜ ਦੇ ਲਈ ਪੈਸੇ ਨਹੀਂ ਆ, ਕਿਸੇ ਕੋਲ ਮੈਡੀਸਨ ਦੇ ਲਈ ਪੈਸੇ ਨਹੀਂ ਆ, ਕਿਉਂਕਿ ਅੱਜ ਦਾ ਜੋ ਸਮਾਂ ਚੱਲਦਾ, ਅੱਜ ਦੀਆਂ ਜੋ ਖੁਰਾਕਾਂ ਚੱਲਦੀਆਂ, ਅੱਜ ਦਾ ਜੋ ਸਮਾਂ ਚੱਲਦਾ, ਇਹਦੇ ਵਿੱਚ BP, ਸ਼ੂਗਰ, ਥਾਇਰਾਇਡ ਇਹ ਹੋਣਾ ਨਾਰਮਲ ਆ। ਇਹ ਹਰ ਇੱਕ ਕਿਸੇ ਬੰਦੇ ਨੂੰ ਆ। 2 ਬੰਦਿਆਂ ਦੇ ਵਿੱਚੋਂ 1 ਬੰਦੇ ਨੂੰ ਇਹ ਹੈਗਾ ਹੀ ਆ। ਅਸੀਂ ਮਦਦ ਕਰ ਸਕਦੇ ਹਾਂ ਕਿਸੇ ਦੀ। ਔਰ ਕਈ ਲੋਕ ਰਾਸ਼ਨ ਪਾਉਣ ਜਾਂ ਦਵਾਈਆਂ ਪਾਉਣ। ਅੱਜ ਦਾ ਸਮੇਂ ਇਦਾਂ ਦਾ ਆ ਕਿ ਇੱਕ ਪਾਸੇ ਰਾਸ਼ਨ ਵੀ ਪਾਇਆ ਜਾਂਦਾ ਤੇ ਦਵਾਈਆਂ ਵੀ ਪਾਈਆਂ ਜਾਂਦੀਆਂ ਮਹੀਨੇ ਦੀਆਂ। ਇਸ ਤਰ੍ਹਾਂ ਦਾ ਵੀ ਸਿਸਟਮ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਦਵਾਈ ਖਾਣਾ ਪਾਪ ਨਹੀਂ ਆ, ਗੁਨਾਹ ਨਹੀਂ ਆ। ਇਨਸਾਨਾਂ ਦੇ ਲਈ ਬਣਾਈਆਂ ਗਈਆਂ ਇਹ। ਉਸ ਸਮੇਂ ਵੀ ਲੋਕ ਬਿਮਾਰ ਹੁੰਦੇ ਸੀ। ਪਤਰਸ ਦੀ ਸੱਸ ਨੂੰ ਬੁਖਾਰ ਚੜਿਆ ਸੀਗਾ। ਉਸ ਸਮੇਂ ਵੀ ਲੂਕਾ ਵੈਦ ਸੀਗਾ, ਡਾਕਟਰ ਸੀਗਾ। ਲੂਕਾ ਖੁਦਾ ਦਾ ਜਿਹੜਾ ਸੇਵਕ ਸੀਗਾ। ਉਹ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ। ਇਲਾਜ ਕਰਾਉਣਾ, ਦਵਾਈ ਖਾਣੀ ਕੋਈ ਪਾਪ ਨਹੀਂ ਆ। ਮੈਨੂੰ ਹੁਣ ਗੱਲ ਯਾਦ ਆ ਗਈ ਆ, ਜਿਹੜੇ ਲੋਕ ਜ਼ਿਆਦਾ ਗੱਲਾਂ ਕਰਦੇ ਆ। ਮੈਂ ਦੱਸਦਾ ਤੁਹਾਨੂੰ, ਇੱਕ ਬੀਬੀ ਮੇਰੇ ਕੋਲ ਆਈ ਔਰ ਗੱਲਾਂ ਪਹਾੜ ਹਿਲਾਉਣ ਵਾਲੀਆਂ। ਨਾ ਜੀ ਨਾ, ਕਹਿੰਦੇ ਅਸੀਂ ਜਦੋਂ ਕਹਿੰਦੇ ਮੈਂ ਬਿਮਾਰ ਵੀ ਹੁੰਨੀ ਆ, ਕਹਿੰਦੇ ਮੇਰਾ ਭਰੋਸਾ ਦਵਾਈ ਤੇ ਨਹੀਂ, ਮੈਂ ਕਦੀ ਨਹੀਂ ਦਵਾਈ ਖਾਣੀ। ਹਾਂ ਕਹਿੰਦੇ ਜਦੋਂ ਜ਼ਿਆਦਾ ਬਿਮਾਰ ਹੁੰਦੇ ਬੱਚੇ ਚੁੱਕ ਕੇ ਲੈ ਜਾਣ ਹਸਪੀਟਲ ਤੇ ਉੱਥੇ ਇਲਾਜ ਚੱਲ ਪੈਂਦਾ, ਪਰ ਮੈਂ ਕਦੀ ਦਵਾਈ ਨਹੀਂ ਖਾਧੀ। ਕਹਿੰਦੇ ਮੈਂ ਸੁਣਿਆ ਤੇ ਮਨ 'ਚ ਹੀ ਹੱਸਿਆ ਵੀ ਆਹ ਕਿਹੜਾ ਵਿਸ਼ਵਾਸ ਆ ਭਾਈ। ਇਹ ਕੀ ਤੁਸੀਂ ਸਾਬਿਤ ਕਰਨਾ ਚਾਹੁੰਦੇ ਕਿ ਜਿਹੜੇ ਦਵਾਈ ਖਾਂਦੇ ਉਹਨਾਂ ਨੇ ਨਰਕ 'ਚ ਜਾਣਾ, ਤੇ ਤੁਸੀਂ ਦਵਾਈ ਨਾ ਖਾ ਕੇ ਕਿਹੜੇ ਕੰਮ ਕਰਦੇ ਪਏ ਆ? ਕਹਿੰਦੀ ਮੈਂ ਨਹੀਂ ਕਦੀ ਦਵਾਈ ਖਾਧੀ, ਮੇਰਾ ਭਰੋਸਾ ਖੁਦਾ ਦੇ ਉੱਤੇ ਆ। ਬੇਹੋਸ਼ੀ ਹਾਲਤ 'ਚ ਬੱਚੇ ਹਸਪੀਟਲ ਜਾ ਕੇ ਲੈ ਜਾਣ ਤੇ ਉਹ ਗੱਲ ਅਲੱਗ ਆ। ਕਹਿੰਦੇ 1-2 ਵਾਰ ਏਦਾਂ ਹੋ ਗਿਆ। ਮੈਂ ਤੁਹਾਨੂੰ ਦੱਸਿਆ, ਜਿਹੜੇ ਲੋਕ ਜ਼ਿਆਦਾ ਬੋਲਦੇ ਆ ਨਾ, ਉਹ ਚੱਲਦੇ ਨਹੀਂ ਆ। ਤਾਂ ਜਿਹੜੇ ਚੱਲਦੇ ਆ ਉਹਨਾਂ ਦੇ ਕੰਮ ਬੋਲਦੇ ਆ, ਉਹਨਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ। ਹਾਲੇਲੂਇਆ। ਇੱਕ ਹੋਰ ਬੀਬੀ ਆ, ਉਹਦਾ ਵੀ ਇਹੋ ਹਾਲ ਆ। ਦਵਾਈ ਨਹੀਂ ਖਾਣੀ ਭਾਵੇਂ ਜਿੰਨਾ ਮਰਜ਼ੀ ਬੁਖਾਰ ਚੜਿਆ ਹੋਵੇ, ਤੇ ਉਸ ਤੋਂ ਬਾਅਦ ਫਿਰ ਬੱਚੇ ਭਾਵੇਂ ਹਸਪੀਟਲ ਜਾ ਕੇ ਲੈ ਜਾਣ ਤੇ ਉੱਥੇ ਦਵਾਈ ਦਾਰੂ ਚੱਲ ਪਵੇ ਤੇ ਚੰਗਾ ਹੈ, ਬਚ ਜਾਵੇ ਤਾਂ। ਪਰ ਭਰੋਸਾ ਖੁਦਾ ਦੇ ਉੱਤੇ ਤੁਹਾਡਾ ਹੋਣਾ ਚਾਹੀਦਾ। ਪਰ ਦਵਾਈ ਖਾਣਾ ਪਾਪ ਨਹੀਂ ਹੈ। ਦਵਾਈ ਖਾਣ ਦੇ ਨਾਲ ਤੁਹਾਡਾ ਵਿਸ਼ਵਾਸ ਨਹੀਂ ਘਟਦਾ, ਕਿਉਂਕਿ ਸਰੀਰ ਤੰਦਰੁਸਤ ਰਹੇਗਾ ਤੇ ਦੁਆ 'ਚ ਬੈਠ ਵੀ ਸਕਦਾ ਹੈ। ਤੁਸੀਂ ਇਸ ਸਰੀਰ ਤੋਂ 2-2, 2.5 ਘੰਟੇ ਪ੍ਰਾਰਥਨਾ ਲੈ ਸਕਦੇ ਆ ਅਗਰ ਤੁਹਾਡਾ ਸਰੀਰ ਤੰਦਰੁਸਤ ਹੈ। ਹਾਲੇਲੂਇਆ। ਔਰ ਅੱਗੇ ਲਿਖਿਆ, ਕਹਿੰਦਾ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਆਇਆ, ਰਸਤੇ 'ਚ ਉਸ ਬਿਮਾਰ ਬੰਦੇ ਨੂੰ, ਜ਼ਖਮੀ ਬੰਦੇ ਨੂੰ ਦੇਖਿਆ ਔਰ ਕਹਿੰਦਾ ਉਹਨੂੰ ਆਪਣੀ ਸਵਾਰੀ ਤੇ ਉਹਨੇ ਚੜਾਇਆ ਤੇ ਸਰਾਵਾਂ 'ਚ ਲੈ ਗਿਆ ਤੇ ਉਹਦੀ ਟਹਿਲ ਟਕੋਰ ਕੀਤੀ। ਤਾਂ ਕਹਿੰਦਾ ਫਿਰ ਸਵੇਰ ਨੂੰ 2 ਅਠਿਆਨੀਆਂ ਕੱਢ ਕੇ ਪਠਿਆਰੇ ਨੂੰ ਦਿੱਤੀਆਂ ਔਰ ਆਖਿਆ ਭਈ ਉਹਦੀ ਟਹਿਲ ਟਕੋਰ ਕਰੀ। ਉਹਦਾ ਦਿਲ ਦਇਆ ਵਾਲਾ, ਉਹਦਾ ਪੈਸਾ ਵੀ ਦਇਆ ਵਾਲਾ। ਨਹੀਂ ਤਾਂ ਕੌਣ ਕਿਸੇ ਦੇ ਲਈ ਕਰਦਾ? ਉਹਨੂੰ ਕੋਈ ਜਾਣਦਾ ਨਹੀਂ, ਉਹਨੂੰ ਪਛਾਣਦਾ ਨਹੀਂ ਹੈ। ਏਦਾਂ ਦਇਆ ਕਰਨ ਦੀ ਜ਼ਰੂਰਤ ਆ ਸਾਨੂੰ। ਆ ਯਿਸੂ ਦਾ ਨੇਚਰ। ਇੱਥੇ ਯਿਸੂ ਆਪਣੇ ਨੇਚਰ ਨੂੰ ਦੱਸਦਾ ਪਿਆ ਆ ਤੁਹਾਨੂੰ ਤੇ ਮੈਨੂੰ ਕਿ ਮੇਰਾ ਨੇਚਰ ਕਿੱਦਾਂ ਦਾ ਆ। ਅਗਰ ਮੇਰਾ ਆਤਮਾ ਤੁਹਾਡੇ ਅੰਦਰ ਆਣਾ ਤੇ ਤੁਹਾਡਾ ਨੇਚਰ ਇਦਾਂ ਦਾ ਹੋਣਾ ਚਾਹੀਦਾ ਆ। ਉਹ ਰਸਤੇ 'ਚ ਸਫ਼ਰ ਕਰਦਾ ਹੋਇਆ ਲੰਘ ਰਿਹਾ ਆ, ਉਹ ਵੀ ਉਸ ਜ਼ਖਮੀ ਬੰਦੇ ਨੂੰ ਦੇਖਿਆ, ਆਪਣੀ ਸਵਾਰੀ ਤੇ ਉਹਨੂੰ ਚੜਾਇਆ ਔਰ ਪਠਿਆਰੇ ਨੂੰ ਆਪਣੇ ਕੋਲੋਂ ਪੈਸੇ ਦਿੱਤੇ। ਕਹਿੰਦਾ ਇਹਦੀ ਟਹਿਲ ਟਕੋਰ ਕਰੀ। ਕਹਿੰਦਾ ਜਦੋਂ ਮੈਂ ਵਾਪਸ ਆਉਂਗਾ ਤੇ ਜੇ ਤੇਰਾ ਜ਼ਿਆਦਾ ਲੱਗੂਗਾ ਤਾਂ ਮੈਂ ਤੈਨੂੰ ਉਹ ਵੀ ਦੇ ਦੇਵਾਂਗਾ ਪੈਸੇ। ਕਹਿੰਦਾ ਆਇਆ ਯਿਸੂ ਦਾ ਨੇਚਰ। ਅੱਜ ਦਾ ਟ੍ਰੈਂਡ ਕੀ ਆ? ਅੰਨਾ ਬੰਡੇ ਸੀ ਨਹੀਂ, ਮੋੜ ਘੋੜ ਆਪਣਿਆਂ ਨੂੰ। ਬਸ ਸਾਡੀ ਤਨਖਾਹ ਆ, ਸਾਡਾ ਪੈਸਾ ਆ, ਅਸੀਂ ਆਪਣੇ ਬੱਚਿਆਂ ਨੂੰ ਸਟੈਂਡ ਕਰਨਾ, ਅਸੀਂ ਆਪਣੇ ਬੱਚਿਆਂ ਦੀ ਅੱਛੀ ਐਜੂਕੇਸ਼ਨ ਕਰਨੀ ਆ। ਅਸੀਂ ਇਹ ਸੋਚਣਾ ਕਿ ਜਿਹੜਾ ਬੱਚਿਆਂ ਦੇ ਕੋਲੋਂ ਸਕੂਲ ਦੀ ਫੀਸ ਦੇਣ ਦੇ ਲਈ ਪੈਸੇ ਨਹੀਂ ਆ, ਉਹ ਖੁਦਾ ਦੇ ਬੱਚੇ ਆ, ਉਹ ਖੁਦਾ ਦੇ ਬੱਚੇ ਆ। ਔਰ ਤੁਸੀਂ ਵੀ ਖੁਦਾ ਦੇ ਬੱਚੇ ਆ। ਖੁਦਾ ਨੇ ਤੁਹਾਨੂੰ ਜ਼ਿਆਦਾ ਇਸ ਲਈ ਦਿੱਤਾ ਤਾਂ ਜੋ ਤੁਹਾਡੇ ਦੁਆਰਾ ਕੋਈ ਫੈਮਲੀਆਂ ਸੰਭਾਲੀਆਂ ਜਾਣ ਤੇ ਬਚਾਈਆਂ ਜਾਣ। ਸਭ ਤੋਂ ਵੱਡੀ ਗੱਲ, ਤੁਸੀਂ ਬਚਾਏ ਜਾਓ, ਕਿਉਂਕਿ ਦਇਆ ਕਰੋਗੇ ਤਾਂ ਦਇਆ ਮਿਲਣੀ ਹੈ। ਹਾਲੇਲੂਇਆ। ਉਹਨੇ ਆਪਣੇ ਕੋਲੋਂ ਪੈਸਾ ਕੱਢਿਆ ਉਸ ਬੰਦੇ ਦੇ ਲਈ ਜਿਹਨੂੰ ਉਹ ਜਾਣਦਾ ਵੀ ਨਹੀਂ।
ਜਿਹਨੂੰ ਉਹ ਪਛਾਣਦਾ ਵੀ ਨਹੀਂ ਆ, ਔਰ ਆਪਣੀ ਉਹਦੀ ਟਹਿਲ ਟਕੋਰ ਕਰਨ ਤੋਂ ਬਾਅਦ ਉਸ ਪਠਿਆਰੇ ਨੂੰ ਉਹਨੇ, ਉਸ ਕੇਅਰ ਟੇਕਰ ਨੂੰ ਵੀ ਉਹਨੇ ਪੈਸੇ ਦਿੱਤੇ। ਕਹਿੰਦਾ ਇਹਦੀ ਕੇਅਰ ਕਰੀ ਅੱਛੇ ਰੀਤੀ ਦੇ ਨਾਲ, ਜੇ ਤੇਰਾ ਕੁਝ ਲੱਗੂਗਾ ਤਾਂ ਕਹਿੰਦਾ ਜਦੋਂ ਮੈਂ ਵਾਪਸੀ ਆਊਂਗਾ ਤੇ ਤੈਨੂੰ ਦੇ ਦੇਵਾਂਗਾ। ਇਦਾਂ ਲਿਖਿਆ। ਕਹਿੰਦਾ ਅਰ ਜੋ ਕੁਝ ਕਹਿੰਦਾ ਤੇਰਾ ਹੋਰ ਲੱਗੂਗਾ ਤੇ ਮੈਂ ਜਾਂ ਮੁੜ ਆਵਾਂ ਤੇ ਤੇਰਾ ਭਰ ਦੇਵਾਂਗਾ। ਸੋ ਉਸ ਮਨੁੱਖ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ, ਉਹਨਾਂ ਤਿਹਾਂ ਵਿੱਚੋਂ ਕਿਹੜਾ ਕਹਿੰਦਾ ਤੈਨੂੰ ਗਵਾਂਢੀ ਮਾਲੂਮ ਹੁੰਦਾ? ਯਿਸੂ ਨੇ ਉਹਨੂੰ ਕਿਹਾ, ਕਹਿੰਦਾ ਕਿਹੜਾ ਤੈਨੂੰ ਗਵਾਂਢੀ ਮਾਲੂਮ ਹੁੰਦਾ ਉਹਨਾਂ ਤਿੰਨਾਂ ਦੇ ਵਿੱਚੋਂ? ਫਿਰ ਉਸ ਬੰਦੇ ਨੇ ਆਖਿਆ, ਕਹਿੰਦਾ ਉਹ ਬੋਲਿਆ ਜਿਹਨੇ ਉਸ ਉੱਤੇ ਦਇਆ ਕੀਤੀ। ਕਹਿੰਦੇ ਫਿਰ ਯਿਸੂ ਨੇ ਵੀ ਉਹਨੂੰ ਆਖਿਆ, ਤੂੰ ਵੀ ਜਾ ਕੇ ਐਵੇਂ ਹੀ ਕਰ। ਯਾਨੀ ਕਿ ਅੱਜ ਤੁਹਾਨੂੰ ਤੇ ਮੈਨੂੰ ਇਹ ਹੁਕਮ ਮਿਲ ਗਿਆ ਆ ਕਿ ਅਸੀਂ ਵੀ ਇਦਾਂ ਹੀ ਦਇਆ ਕਰੀਏ। ਹਾਲੇਲੂਇਆ। ਅਗਰ ਤੁਸੀਂ, ਮੈਂ ਤੁਹਾਨੂੰ ਦੱਸਦਾ, ਅਗਰ ਤੁਸੀਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਜਾਓਗੇ ਨਾ ਔਰ ਉੱਥੇ ਦਾ ਮਾਹੌਲ ਦੇਖੋਗੇ, ਤੁਹਾਨੂੰ ਲੱਗਣਾ ਦੁਨੀਆ ਖੁਸ਼ੀ ਬੜੀ ਆ। ਔਰ ਇਹਦੇ ਹੀ ਉਲਟ ਜਦੋਂ ਤੁਸੀਂ ਹਸਪੀਟਲ ਦੇ ਵਿੱਚ ਜਾਓਗੇ ਨਾ ਤੇ ਉੱਥੇ ਦਾ ਮਾਹੌਲ ਦੇਖੋਗੇ, ਤੁਸੀਂ ਕਹਣਾ ਦੁਨੀਆ ਦੁਖੀ ਬਹੁਤ ਆ, ਕਹਣਾ ਦੁਨੀਆ ਦੁਖੀ ਬਹੁਤ ਆ। ਤੇ ਬਾਈਬਲ ਸਾਨੂੰ ਕਹਿੰਦਾ ਹੈ ਦਇਆ ਕਰੋ, ਤਾਂ ਜੋ ਕਹਿੰਦਾ ਤੁਸੀਂ ਦਇਆ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਹੋ ਜਾਓ। ਕਹਿੰਦੇ ਤੂੰ ਤੋਲਿਆ ਗਿਆ ਪਰ ਤਕੜੀ ਚ ਘੱਟ ਨਿਕਲਿਆ। ਮੈਂ ਪੜ੍ਹਦਾ ਆ ਤੁਹਾਡੇ ਨਾਲ, ਅਗਰ ਮੈਨੂੰ ਮਿਲ ਜਾਏ। ਦਾਨੀਏਲ ਦੇ ਪੁਸਤਕ ਦੇ ਵਿੱਚ ਲਿਖਿਆ ਆ, ਮੇ ਬੀ ਓਪਨ ਕਰੀਏ ਮੇਰੇ ਨਾਲ ਦਾਨੀਏਲ ਦਾ ਪੁਸਤਕ, ਜੇ ਮੈਨੂੰ ਮਿਲ ਜਾਏ ਤਾਂ। ਬਹੁਤ ਅੱਛੀਆਂ ਗੱਲਾਂ ਲਿਖੀਆਂ ਉਹਦੇ ਵਿੱਚ। ਮਿਲ ਗਿਆ, ਰਾਈਟ। ਪਰਮੇਸ਼ਵਰ ਦੀ ਵਡਿਆਈ ਹੋਵੇ। ਦਾਨੀਏਲ ਉਹਦਾ 5 ਨੰਬਰ ਅਧਿਆਇ ਔਰ ਉਹਦਾ 25 ਨੰਬਰ ਪੰਕਤੀ 'ਚ ਬਹੁਤ ਅੱਛੀਆਂ ਗੱਲਾਂ ਲਿਖੀਆਂ ਹੈ। ਅਗਰ ਤੁਸੀਂ ਇਹਨਾਂ ਨੂੰ ਸਮਝ ਲਓ ਤਾਂ। ਥੈਂਕ ਯੂ ਜੀਸਸ। ਇਹ ਉਸ ਰਾਜੇ ਦੇ ਲਈ ਅਗੰਮ ਵਾਕ ਤੋਲਿਆ ਗਿਆ ਜਾਂ ਬੋਲਿਆ ਗਿਆ ਆ ਜਿਹਨੇ ਖੁਦਾ ਦੀ ਮਰਜ਼ੀ ਨੂੰ ਪੂਰਾ ਨਹੀਂ ਕੀਤਾ, ਖੁਦਾ ਦੀ ਵਰਖਲਾਫਤ ਕੀਤੀ, ਉਹਦੇ ਲਈ ਬੋਲਿਆ ਗਿਆ ਸੀਗਾ। ਕਹਿੰਦਾ ਤੇ ਲਿਖਤ ਜੋ ਲਿਖੀ ਗਈ ਸੋ ਇਹ ਆ, ਮਨੇ ਮਨੇ ਤਕੇਲ ਉਫਰਸੀਨ। ਅਤੇ ਮਨੇ ਪਦ ਦਾ ਅਰਥ ਹੈ ਪਰਮੇਸ਼ਵਰ ਨੇ ਤੇਰੇ ਰਾਜ ਦਾ ਲੇਖਾ ਕੀਤਾ ਅਤੇ ਉਹਦਾ ਛੇਕੜ ਕਰ ਦਿੱਤਾ ਤੇ ਤੋਂ ਦੂਰ ਕਰ ਦਿੱਤਾ। ਤਕੇਲ ਦਾ ਇਹ ਅਰਥ ਆ ਜੋ ਤੂੰ ਤਕੜੀ ਦੇ ਵਿੱਚ ਤੋਲਿਆ ਗਿਆ ਅਤੇ ਘੱਟ ਨਿਕਲਿਆ। ਪਰੇਸ ਦਾ ਇਹ ਅਰਥ ਆ ਜੋ ਤੇਰਾ ਰਾਜ ਵੰਡਿਆ ਗਿਆ ਤੇ ਮਾਦੀਆਂ ਅਤੇ ਫਾਰਸੀਆਂ ਨੂੰ ਦਿੱਤਾ ਗਿਆ। ਹਾਲੇਲੂਇਆ। ਤਾਂ ਇਹਦਾ ਤੂੰ ਤਕੜੀ 'ਚ ਤੋਲਿਆ ਗਿਆ ਪਰ ਤੂੰ ਘੱਟ ਨਿਕਲਿਆ। ਹਾਲੇਲੂਇਆ। ਮਤਲਬ ਜਦ ਸਾਡੀ ਪਵਿੱਤਰਤਾ ਹੀ ਤੋਲੀ ਜਾਵੇ ਪਾਪ ਦੇ ਨਾਲ ਤੇ ਸਾਡੀ ਪਵਿੱਤਰਤਾ ਹੀ ਵੱਧ ਹੋਣੀ ਚਾਹੀਦੀ ਹੈ, ਜ਼ਿਆਦਾ ਹੋਣੀ ਚਾਹੀਦੀ ਹੈ। ਸਾਡੀ ਵਫਾਦਾਰੀ ਜ਼ਿਆਦਾ ਹੋਣੀ ਚਾਹੀਦੀ ਹੈ। ਸਾਡਾ ਸੰਸਾਰ ਦੇ ਵਿੱਚ ਟਾਈਮ ਬਿਤਾਉਣਾ, ਪਰਿਵਾਰ 'ਚ ਟਾਈਮ ਬਿਤਾਉਣਾ, ਖੁਦਾ ਦੇ ਨਾਲ ਟਾਈਮ ਬਿਤਾਉਣਾ ਜ਼ਿਆਦਾ ਹੋਣਾ ਚਾਹੀਦਾ ਕਿ ਜਦ ਅਸੀਂ ਤਕੜੀ ਦੇ ਵਿੱਚ ਤੋਲੇ ਜਾਈਏ। ਹਾਲੇਲੂਇਆ। ਕਹਿੰਦਾ ਤੇਰਾ ਰਾਜ ਤੇਰੇ ਕੋਲ ਲੈ ਲਿਆ ਗਿਆ। ਕਹਿੰਦਾ ਯਾਦ ਕਰ। ਪ੍ਰਕਾਸ਼ਿਤ ਵਾਕਿਆ ਦੇ ਵਿੱਚ ਲਿਖਿਆ ਆ, ਕਹਿੰਦਾ ਤੂੰ ਆਪਣਾ ਪਹਿਲਾ ਪਿਆਰ ਭੁੱਲ ਬੈਠਾ ਹੈ। ਕਹਿੰਦਾ ਯਾਦ ਕਰ ਕਿੱਥੋਂ ਡਿੱਗਾ, ਮੁੜ ਤੋਂ ਕਹਿੰਦਾ ਤੌਬਾ ਕਰ ਤੇ ਉਹੀ ਕੰਮ ਕਰ ਜਿਹੜੇ ਕਰਨ ਦੇ ਲਈ ਖੁਦਾ ਨੇ ਤੈਨੂੰ ਚੁਣਿਆ। ਕਹਿੰਦਾ ਅਗਰ ਤੂੰ ਇਦਾਂ ਨਹੀਂ ਕਰਾਂਗਾ ਤੇ ਤੇਰਾ ਸ਼ਮਾਦਾਨ ਕਹਿੰਦਾ ਤੇਰੇ ਤੋਂ ਲੈ ਲਿਆ ਜਾਣਾ ਹੈ। ਹਾਲੇਲੂਇਆ। ਔਰ ਇੱਥੇ ਲਿਖਿਆ ਆ, ਕਹਿੰਦਾ ਤੇਰਾ ਰਾਜ ਤੇਰੇ ਤੋਂ ਲੈ ਲਿਆ ਗਿਆ, ਤੇਰੇ ਰਾਜ ਦਾ, ਤੇਰੇ ਕੰਮਾਂ ਦਾ ਲੇਖਾ ਕੀਤਾ ਗਿਆ ਤੇ ਉਹ ਘੱਟ ਨਿਕਲੇ। ਤੇਰੀ ਪਵਿੱਤਰਤਾ ਦਾ ਲੇਖਾ ਕੀਤਾ ਗਿਆ ਤੇ ਉਹ ਘੱਟ ਨਿਕਲੀ। ਤੇਰੇ ਧਰਮ ਦੇ ਕੰਮਾਂ ਦਾ ਲੇਖਾ ਕੀਤਾ ਤੇ ਉਹ ਘੱਟ ਨਿਕਲੇ। ਤੇਰੀ ਦਇਆ ਦਾ ਲੇਖਾ ਕੀਤਾ ਤੇ ਉਹ ਵੀ ਘੱਟ ਨਿਕਲੀ। ਤੇ ਤੁਹਾਡੇ ਤੇ ਕਿੱਦਾਂ ਦਇਆ ਹੋ ਜਾਏਗੀ, ਕਿੱਦਾਂ ਡਿਵਾਈਨ ਹੈਲਪਰ ਤੁਹਾਡੇ ਲਈ ਆ ਜਾਣਗੇ ਜਦ ਤਕੜੀ 'ਚ ਤੋਲਿਆ ਗਿਆ ਤੇ ਘੱਟ ਨਿਕਲਿਆ। ਕਹਿੰਦਾ ਤੇਰੇ ਰਾਜ ਦਾ ਲੇਖਾ ਕੀਤਾ। ਸਾਡੀ ਜ਼ਿੰਦਗੀ ਦਾ ਜਦੋਂ ਲੇਖਾ ਕਰਨਾ, ਜਦੋਂ ਨਿਆਂ ਹੋਣਾ ਆ, ਉਦੋਂ ਅਗਰ ਅਸੀਂ ਘੱਟ ਨਾ ਨਿਕਲੀਏ, ਸਾਡੀ ਪਵਿੱਤਰਤਾ, ਸਾਡੀ ਵਫਾਦਾਰੀ, ਸਾਡੀ ਇਮਾਨਦਾਰੀ, ਸਾਡਾ ਬਾਈਬਲ ਪੜ੍ਹਨਾ, ਬਾਈਬਲ ਦੇ ਅਨੁਸਾਰ ਚੱਲਣਾ, ਸਾਡਾ ਪ੍ਰਾਰਥਨਾ ਕਰਨਾ, ਸਾਡਾ ਖੁਦਾ ਨਾਲ ਸਮੇਂ ਬਿਤਾਉਣਾ, ਪਵਿੱਤਰ ਆਤਮਾ ਦੀਆਂ ਗੱਲਾਂ ਨੂੰ ਸੁਣਨਾ, ਸਾਡਾ ਤਕੜੀ ਦੇ ਵਿੱਚ ਤੋਲ ਹੋਵੇ ਤੇ ਇਹ ਜ਼ਿਆਦਾ ਨਿਕਲੇ। ਯਿਸੂ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਖੁਦਾ ਤੁਹਾਨੂੰ ਇਹਨਾਂ ਕਲਾਮ ਦੇ ਦੁਆਰਾ, ਇਹਨਾਂ ਵਚਨਾਂ ਦੇ ਦੁਆਰਾ ਬਹੁਤਾਇਤ ਦੇ ਨਾਲ ਬਰਕਤ ਔਰ ਆਸ਼ੀਸ਼ ਦੇਵੇ। ਔਰ ਮੇਰਾ ਇਹ ਵਿਸ਼ਵਾਸ ਹੈ ਕਿ ਅੱਜ ਦਾ ਕਲਾਮ ਜਿਹੜਾ ਹੈ ਤੁਹਾਡੀ ਜ਼ਿੰਦਗੀਆਂ ਦੇ ਵਿੱਚ, ਤੁਹਾਡੇ ਦਿਲਾਂ ਦੇ ਵਿੱਚ, ਦਿਲ ਦੀ ਚੰਗੀ ਜ਼ਮੀਨ ਤੇ ਜਾ ਕੇ ਬੀਜ ਡਿੱਗਣਾ ਤੇ 100 ਦਾ 100 ਗੁਣਾ ਫਲਦਾਇਕ ਹੋਣਾ ਹੈ। ਬੋਲੋ ਆਮੀਨ। ਹਾਲੇਲੂਇਆ। ਅੱਜ ਤੋਂ ਦਇਆ ਕਰਨੀ ਸ਼ੁਰੂ ਕਰ ਦਿਓ। ਚਾਹੇ ਤੁਸੀਂ 10 ਰੁਪਏ ਤੋਂ ਸ਼ੁਰੂ ਕਰੋ ਆਪਣੇ ਪੈਸਿਆਂ ਦੇ ਨਾਲ, ਚਾਹੇ ਤੁਸੀਂ ਆਪਣੀ ਪ੍ਰਾਰਥਨਾ ਤੋਂ ਸ਼ੁਰੂ ਕਰੋ 10 ਮਿੰਟ ਕਿਸੇ ਦੇ ਲਈ, ਚਾਹੇ ਤੁਸੀਂ ਰਾਸ਼ਨ ਤੋਂ ਸ਼ੁਰੂ ਕਰੋ ਕਿਸੇ ਇੱਕ ਫੈਮਿਲੀ ਦੇ ਲਈ, ਚਾਹੇ ਕਿਸੇ ਦੇ ਲਈ
ਕੱਪੜਿਆਂ ਤੋਂ ਸ਼ੁਰੂ ਕਰੋ, ਕਿਸੇ ਨੂੰ ਕੱਪੜੇ ਲੈ ਕੇ ਦੇਣ ਦੇ ਲਈ, ਉਹਦੇ ਲਈ ਜਿਹਦੇ ਕੋਲ ਨਹੀਂ ਆ। ਮੈਂ ਫਿਰ ਤੋਂ ਤੁਹਾਨੂੰ ਦੱਸਦਾ, ਯਤੀਮ, ਵਿਧਵਾ ਤੇ ਪਰਦੇਸੀ, ਉਹਨਾਂ ਦਾ ਸਹਾਰਾ ਬਣਨਾ ਜਿਨ੍ਹਾਂ ਦੀ ਉਮੀਦ ਖੁਦਾ ਆ, ਜਿਨ੍ਹਾਂ ਨੇ ਇਨਸਾਨ ਤੇ ਭਰੋਸਾ ਰੱਖਿਆ। ਉਹ ਨਹੀਂ ਕਿ ਕਿਸੇ ਵਿਧਵਾ ਦਾ ਬੰਦਾ ਪੂਰਾ ਹੋ ਗਿਆ ਤਾਂ ਉਹਨੇ ਕੋਈ ਹੋਰ ਬੰਦਾ ਰੱਖਿਆ ਹੋਵੇ, ਤੁਸੀਂ ਕਹੋ ਆਹੀ ਵਿਧਵਾ ਅੱਜ ਦਾ ਮੈਂ ਸਹਾਰਾ ਬਣਨਾ, ਤੇ ਉਹ ਤੁਹਾਨੂੰ ਆਪਣਾ ਸਹਾਰਾ ਨਾ ਬਣਾ ਲਵੇ। ਆਪਣੀ ਪਵਿੱਤਰਤਾ ਦੀ ਵੀ ਰਾਖੀ ਕਰਨੀ ਹੈ, ਕਿਸੇ ਵਿਭਾਚਾਰ ਦੇ ਵਿੱਚ ਨਾ ਪੈ ਜਾਇਓ। ਅੱਜ ਕੱਲ ਬਹੁਤ ਲੋਕ ਇਸ ਕੰਮ ਦੇ ਵਿੱਚ ਡਿੱਗੇ ਹੋਏ ਨੇ, ਕਿਉਂਕਿ ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ ਨਾ, ਅਸੀਂ ਉਹਦੀ ਨਜ਼ਰਾਂ ਦੇ ਵਿੱਚ ਬਹੁਤ ਉੱਚੇ ਹੋ ਜਾਂਦੇ ਹਾਂ, ਪਰ ਅਸੀਂ ਖੁਦਾ ਨੂੰ ਉੱਚਾ ਕਰਨਾ, ਆਪਣੇ ਆਪ ਨੂੰ ਨਹੀਂ ਕਰਨਾ। ਮੇਰੀ ਗੱਲ ਯਾਦ ਰੱਖਣਾ, ਕਿਸੇ ਦੀ ਮਦਦ ਕਰੋਗੇ ਨਾ, ਅਸੀਂ ਉਹਦੇ ਉਹ ਸਾਡੇ ਸਹਾਨਾਂ ਦੇ ਥੱਲੇ ਆ ਜਾਂਦਾ ਹੈ, ਪਰ ਉਹ ਖੁਦਾ ਦੀ ਦਇਆ ਦੇ ਥੱਲੇ ਰਵੇ, ਤੁਹਾਡੇ ਸਹਾਨਾਂ ਦੇ ਨਹੀਂ। ਯਾਦ ਰੱਖਣਾ, ਤੁਸੀਂ ਵੀ ਕਿਸੇ ਦੇ ਸਹਾਨ ਦੇ ਥੱਲੇ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾਏ ਇਹਨਾਂ ਗੱਲਾਂ ਨੂੰ। ਖੁਦਾ ਤੁਹਾਨੂੰ ਇਹਨਾਂ ਵਚਨਾਂ ਦੇ ਦੁਆਰਾ ਬਹੁਤਾਇਤ ਦੇ ਨਾਲ ਬਰਕਤ ਦੇਵੇ, ਯਿਸੂ ਦੇ ਨਾਮ ਵਿੱਚ ਬੋਲੋ ਆਮੀਨ। ਹਾਲੇਲੂਇਆ। ਆइए अपनी अखां ਨੂੰ ਬੰਦ ਕਰੀਏ। मैं ਤੁਹਾਡੇ ਲਈ ਆਖਰੀ प्रार्थना करना चाहता, बरकत की प्रार्थना, और आखिरी बरकत का कलमा पढ़ना चाहता। अगर किसी का प्रार्थना निवेदन है तो अपना प्रार्थना निवेदन भेज सकता। अगर तुसी फेसबुक ते सानू देख रहे हैं, अगर तुसी यूट्यूब ते सानू देख रहे हैं, तो तुसी अपना प्रार्थना निवेदन भेज सकते हो, मेरे तक पहुँच जाना, तो मैं जरूर तुहाडे लई प्रार्थना करांगा। आइए अपनी अखां नूं बंद करिए और प्रार्थना दे विच चलदे। अज दे दिन नूं अपने लिए मुबारक बनाइए और अज दी दिन दी बरकत नूं अपनी जिंदगी दे विच बरकरार करिए, बना के रखिए और उहदे विच वाधा करन दी खुदा दे कोलों हिम्मत मंगीए। सच्चा जिंदा मेहरबान खुदाबंद पिता परमेश्वर प्रभु यीशु दे जिंदा नाम च तुहाडा शुक्र करदे हां, अज दे दिन दे लई, समय दे लई जो साडी जिंदगियां च बख्शिया, शुक्र अदा करदे हां मेरे प्रभु जी। तो ऑनलाइन व्यूवर्स दे लई मेरी प्रार्थना, जिन्हां ने बड़े अदब दे नाल, बड़ी मशक्कत दे नाल खुदावंद अज दी आराधना नूं ज्वाइन कीता, अज दे कलाम नूं उन्हां ने सुनिया, समझिया ते उहनूं पूरा कीता मेरे प्रभु। मैं धन्नवाद करदा हां, अज दे वचन दा बीज तुहाडे लोकां दे दिलां दी चंगी जमीन ते जाके डिगे ते 100 दा 100 गुणा फलदायक होवे मेरे प्रभु। तुहाडे लोग निहाल होण खुदावंदा, जां तकड़ी च तोले जाण ते पूरे निकलन, वाधू निकले यीशु मसीह दे नाम च मेरे प्रभु। मैं तुहाडा धन्नवाद करदा, तुहाडे लोकां दी जिंदगियां दे उपर आशीष और बरकत दी मंग करदा मेरे प्रभु। अच्छी आराधना दे लई, अच्छा गाउणा बजाउणा खुदावंद, तुहाडे नाम नूं उच्चा करन दा, तुहाडे नाम नूं महिमा देण दा कारण बणे। असीं घटदे जाइए, तुसीं वाधदे चले जाओ मेरे प्रभु। मैं विश्वास करदा हां कि अगर कोई गा रिहा, अगर कोई बजा रिहा, अगर कोई प्रीच कर रिहा प्रभु, ये तुहाडे दया दी बदौलत आ, क्योंकि यूहन्ना ने कह दिता है कि जिन्हों रब ना दवे उन्हों कुछ भी नहीं मिलता। मेरे प्रभु तुसी सानू ये बल दिता, तुसी सानू अच्छी समझ दी, तुसी सानू अच्छा ज्ञान दिता, जिहदी बदौलत असीं तुहाडी महिमा कर पा रहे हैं मेरे प्रभु। अच्छे बच्चियां दे लई, अच्छी वर्शिप टीम दे लई, गाउण बजाउण वाले बच्चियां दे लई खुदावंद मैं तुहाडा धन्नवाद करदा प्रभु। इस चर्च दे लई, इस मिनिस्ट्री दे लई तुहाडा धन्नवाद करदा प्रभु, जो तह दिलों अपना सहयोग दिंदे आ खुदावंद। चाहे वो टाइम दे लई आ, चाहे वो पैसे दे नाल आ, जिस रीति दे नाल भी खुदावंद सहयोग दे रहे हैं, उन्होंने बड़ी आशीष और बड़ी बरकत देना, सारियां जरूरतां नूं पूरा करना खुदावंद। मैं खुदावंद मीडिया टीम दे लई भी प्रार्थना करदा, जिन्हां ने बड़ी मशक्कत दे नाल, इंटरनेट दे वसीले दे नाल तुहाडे लोगां दे नाल एक मन कीता है सानू मेरे प्रभु। मैं इन्हां दे लई बरकत और आशीष दी मंग करदा, हर एक जरूरत दी मंग करदा और विनती करदा, जवानी दे दिनां च संभाल के रखना, पैरां नूं तिलकन तो बचा के रखना मेरे प्रभु जी। तुहाडे बच्चे खड़े रहन, मजबूत रहन, स्ट्रांग रहन मेरे प्रभु जी, और ये ओ घर बने खुदाबंद जिहड़ा पत्थर दे उत्ते बनाया गया मेरे प्रभु जी। और विनती आ खुदाबंद परवान करो, शुक्रगुजारी दे नाल प्रार्थना नूं प्रभु यीशु दे नाम विच मंगदे हां, आमीन। साडे पिता दा प्यार, प्रभु यीशु मसीह दी किरपा और पवित्र आत्मा दी संगत साडे सारियां दे नाल, प्रभु दे तमाम मसीह मुकद्दस लोगां दे नाल हुण तो लैके प्रभु दी दूसरी आमद तक हुंदी रहे, आमीन। मे गॉड ब्लेस। खुदाबंद तुहानूं आशीष और बरकत देवे। याकूब दा परमेश्वर तुहाडी हर एक जरूरत नूं पूरा करे। उम्मीद करदे हां तुसीं अपने घरां परिवारां दे विच सुरक्षित हां, और असीं तरद्दुद कर रहे हां, मुशक्कत कर रहे हां कि हुण संगत दे नाल मीटिंग नूं शुरू कर दिता जावे, और कोशिश आ कि अगले संडे देखदे हां की माहौल आ, और नहीं तो इंटरनेट के वसीले दे नाल तां ये मीटिंग चलदी ही रहनी है। और खुदाबंद तुहानूं सारिआं नूं बहुत बरकत देवे। मैं पास्टर ऑस्टिन सैमुअल खुदाबंद यीशु दे जिंदा नाम च तुहाडी जिंदगियां दे उपर शांति नूं भेजदा, तसल्ली नूं भेजदा, अमीरी नूं भेजदा, चंगाई नूं भेजदा, बरकत नूं भेजदा आ, छुटकारे नूं भेजदा आ, और सच्ची शांति नूं भेजदा, तसल्ली नूं भेजदा आ, यीशु दे नाम विच बोलो आमीन।
ਮੇ ਗॉड ਬਲੈਸ। ਖੁਦਾਵੰਦ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਅਗਲੀ ਮੀਟਿੰਗ ਦੇ ਵਿੱਚ ਮਿਲਦੇ ਹਾਂ, ਰੂਬਰੂ ਹੋਵਾਂਗੇ ਤੁਹਾਡੇ ਨਾਲ, ਅਗਰ ਖੁਦਾਵੰਦ ਦੀ ਮਰਜ਼ੀ ਹੋਈ, ਕਿਉਂਕਿ ਸਾਡੀ ਜ਼ਿੰਦਗੀਆਂ 'ਚ ਸਾਡੀ ਨਹੀਂ ਬਲਕਿ ਖੁਦਾ ਦੀ ਮਰਜ਼ੀ ਪੂਰੀ ਹੁੰਦੀ ਹੈ। ਬੋਲੋ ਆਮੀਨ। ਮੇ ਗॉड ਬਲੈਸ।